ਕੁੱਤਾ ਇੱਕ ਬੜਾ ਪ੍ਰਭੂ ਭਗਤ ਅਤੇ ਵਫਾਦਾਰ ਜਾਨਵਰ ਹੈ। ਬਾਹਰਲੇ ਦੇਸ਼ਾਂ ਵਿੱਚ ਖਾਸ ਕਰਕੇ ਯੂਰਪ ਵਿੱਚ ਜਾਨਵਰਾਂ ਨੂੰ ਬੜੇ ਪ੍ਰੇਮ ਨਾਲ ਪਾਲਿਆ ਜਾਂਦਾ ਹੈ। ਉੱਥੇ ਲੋਕ ਪਾਲਤੂ ਜਾਨਵਰਾਂ ਨੂੰ ਉਤਨਾ ਹੀ ਪਿਆਰ ਕਰਦੇ ਹਨ ਜਿੰਨਾ ਕਿ ਉਹ ਆਪਣੇ ਬੱਚਿਆਂ ਨੂੰ। ਇਹਨਾਂ ਪਾਲਤੂ ਪਸ਼ੂਆਂ ਵਿੱਚ ਕੁੱਤੇ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਕੁੱਤਿਆਂ ਕੋਲੋਂ ਨਾ ਕੇਵਲ ਘਰ ਦੀ ਰਾਖੀ ਦਾ ਬਲਕਿ ਪਸ਼ੂਆਂ ਨੂੰ ਚਰਾਉਣ ਦਾ, ਉਹਨਾਂ ਦੀ ਰਾਖੀ ਦਾ ਅਤੇ ਜਾਸੂਸੀ ਦਾ ਕੰਮ ਵੀ ਲਿਆ ਜਾਂਦਾ ਹੈ। ਇੱਕ ਸਾਡਾ ਦੇਸ਼ ਵੀ ਹੀ ਹੈ ਜਿੱਥੇ ਪਾਲਤੂ ਜਾਨਵਰ ਰੱਖਣ ਦਾ ਰਿਵਾਜ ਬਹੁਤ ਘੱਟ ਹੈ। ਇੱਥੇ ਵਿਖਾਵੇ ਮਾਤਰ ਹੀ ਜਾਨਵਰਾਂ ਨਾਲ ਹਮਦਰਦੀ ਕੀਤੀ ਜਾਂਦੀ ਹੈ, ਦਿਲੋਂ ਨਹੀਂ। ਪਾਲਤੂ ਜਾਨਵਰ ਰੱਖਣਾ ਖਾਮਖਾਹ ਦੀ ਸਿਰਦਰਦੀ ਜਾਂ ਫਜ਼ੂਲ ਖਰਚੀ ਸਮਝੀ ਜਾਂਦੀ ਹੈ। ਘਰ ਵਿੱਚ ਪਾਲਤੂ ਜਾਨਵਰ ਰੱਖਣ ਨਾਲ ਬੱਚਿਆਂ ਨੂੰ ਇੱਕ ਖਾਸ ਕਿਸਮ ਦੀ ਪ੍ਰੈਕਟੀਕਲ ਸਿੱਖਿਆ ਮਿਲਦੀ ਰਹਿੰਦੀ ਹੈ, ਜਿਹੜੀ ਨਾ ਹੀ ਕਿਤਾਬਾਂ ਦੁਆਰਾ ਅਤੇ ਨਾ ਹੀ ਕਿਸੇ ਹੋਰ ਸਾਧਨ ਦੁਆਰਾ ਮਿਲ ਸਕਦੀ ਹੈ। ਇਸ ਨਾਲ ਬੱਚੇ ਵਿੱਚ ਦੂਜੇ ਦਾ ਖਿਆਲ ਰੱਖਣ, ਦੂਜੇ ਨਾਲ ਹਮਦਰਦੀ ਕਰਨ, ਦੂਜੇ ਦੇ ਦੁੱਖ ਸੁੱਖ ਦਾ ਸਾਂਝੀਵਾਲ ਬਣਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਸ ਵਿੱਚ ਖੁਦਗਰਜ਼ੀ ਦੀ ਥਾਂ ਪਰਉਪਕਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਪਰਉਪਕਾਰੀ ਮਨੁੱਖ ਹੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ, ਆਪਣੀ ਕੌਮ ਨੂੰ, ਆਪਣੇ ਦੇਸ਼ ਨੂੰ ਪਿਆਰ ਕਰ ਸਕਦਾ ਹੈ। ਸਾਡੀਆਂ ਧਾਰਮਿਕ ਪੁਸਤਕਾਂ ਵਿੱਚ ਕੁੱਤੇ ਦੀ ਵਫਾਦਾਰੀ ਬੜੀ ਸਲਾਹੀ ਗਈ ਹੈ। ਕਹਿੰਦੇ ਹਨ ਕਿ ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਪੰਜੇ ਪਾਂਡੂ ਭਰਾ ਅਤੇ ਦ੍ਰੋਪਦੀ ਹਿਮਾਲਿਆ ਪਰਬਤ ਵੱਲ ਚਲੇ ਗਏ। ਰਾਹ ਵਿੱਚੋਂ ਕਿਤੋਂ ਇੱਕ ਕੁੱਤਾ ਵੀ ਉਹਨਾਂ ਦੇ ਨਾਲ ਨਾਲ ਤੁਰ ਪਿਆ। ਥਕਾਵਟ ਦੇ ਕਾਰਨ ਯੁਧਿਸ਼ਟਰ ਤੋਂ ਸਿਵਾ ਸਭ ਜਣੇ ਵਾਰੀ-ਵਾਰੀ ਸਵਾਸ ਤਿਆਗ ਗਏ, ਪਰ ਯੁਧਿਸ਼ਟਰ ਪਰਬਤ ਦੇ ਉੱਪਰ ਵੱਲ ਚੜ੍ਹਦਾ ਗਿਆ ਅਤੇ ਕੁੱਤਾ ਵੀ ਉਹਦੇ ਮਗਰ ਤੁਰਿਆ ਗਿਆ। ਜਦ ਯੁਧਿਸ਼ਟਰ ਚੋਟੀ ਕੋਲ ਪਹੁੰਚਿਆ ਤਾਂ ਇੰਦਰ ਦੇਵਤਾ ਰੱਥ ਲੈ ਕੇ ਉੱਥੇ ਆ ਗਿਆ। ਉਹਨੇ ਕਿਹਾ, ਦ੍ਰੋਪਦੀ ਸਮੇਤ ਤੇਰੇ ਚਾਰੇ ਭਰਾ ਤੇਥੋਂ ਪਹਿਲਾਂ ਹੀ ਸਵਰਗ ਵਿੱਚ ਪਹੁੰਚ ਗਏ ਨੇ, ਕੇਵਲ ਤੂੰ ਹੀ ਪਿੱਛੇ ਰਹਿ ਗਿਆ ਹੈ। ਤੂੰ ਵੀ ਰੱਥ ਵਿੱਚ ਬੈਠ ਕੇ ਸਰੀਰ ਸਮੇਤ ਸਵਰਗ ਵਿੱਚ ਮੇਰੇ ਨਾਲ ਹੀ ਚੱਲ, ਮੈਂ ਤੈਨੂੰ ਲੈਣ ਆਇਆ ਹਾਂ। ਜਦ ਯੁਧਿਸ਼ਟਰ ਰੱਥ ਵਿੱਚ ਬੈਠਣ ਲੱਗਾ ਤਾਂ ਕੁੱਤਾ ਵੀ ਛਾਲ ਮਾਰ ਕੇ ਵਿੱਚ ਚੜ੍ਹ ਬੈਠਾ। ਇਸ 'ਤੇ ਇੰਦਰ ਦੇਵਤੇ ਨੇ ਕਿਹਾ, ਸਵਰਗ ਵਿੱਚ ਕੁੱਤਿਆਂ ਲਈ ਕੋਈ ਥਾਂ ਨਹੀਂ, ਇਹ ਉੱਥੇ ਨਹੀਂ ਜਾ ਸਕਦਾ। ਇਹ ਕਹਿ ਕੇ ਉਹਨੇ ਕੁੱਤੇ ਨੂੰ ਧਿੱਕ ਕੇ ਥੱਲੇ ਲਾ ਦਿੱਤਾ। ਇਹ ਵੇਖ ਕੇ ਯੁਧਿਸ਼ਟਰ ਨੇ ਕਿਹਾ, ਇਸ ਨੇ ਆਖਰੀ ਦਮ ਤੱਕ ਮੇਰਾ ਸਾਥ ਦਿੱਤਾ ਹੈ, ਜੇ ਸਵਰਗ ਵਿੱਚ ਨਹੀਂ ਜਾ ਸਕਦਾ ਤਾਂ ਮੈਂ ਵੀ ਉੱਥੇ ਜਾਣ ਲਈ ਤਿਆਰ ਨਹੀਂ। ਕਹਿੰਦੇ ਹਨ ਕਿ ਯੁਧਿਸ਼ਟਰ ਦਾ ਪਿਤਾ ਧਰਮ ਕੁੱਤੇ ਦਾ ਰੂਪ ਧਾਰਨ ਕਰਕੇ ਆਪਣੇ ਪੁੱਤਰ ਦੀ ਦ੍ਰਿੜਤਾ ਅਤੇ ਵਫਾਦਾਰੀ ਪਰਖਣ ਲਈ ਆਇਆ ਸੀ। ਇਸ ਪਰਖ ਵਿੱਚ ਯੁਧਿਸ਼ਟਰ ਪੂਰਾ ਉਤਰਿਆ ਸੀ ਕਿਉਂਕਿ ਉਹਨੇ ਕੁੱਤੇ ਦੀ ਖਾਤਰ ਸਵਰਗ ਦੀ ਤਿਆਗਨਾ ਮਨਜ਼ੂਰ ਕਰ ਲਿਆ ਸੀ। ਕੁੱਤੇ ਦੀ ਵਫਾਦਾਰੀ ਦੀਆਂ ਹੋਰ ਵੀ ਕਈ ਮਿਸਾਲਾਂ ਹਨ। ਇਟਲੀ ਦਾ ਸ਼ਹਿਰ ਪੋਂਪੀ ਪਹਿਲੀ ਸਦੀ ਦੇ ਅੱਧ ਵਿਚਕਾਰ ਜਵਾਲਾਮੁਖੀ ਦੇ ਫਟਣ ਨਾਲ ਲਾਵੇ ਥੱਲੇ ਦੱਬਿਆ ਗਿਆ। ਉਹਦੀ ਪਿੱਛੇ ਜੇ ਪੁਟਾਈ ਹੋਈ ਹੈ। ਇਸ ਵਿੱਚ ਇੱਕ ਕੁੱਤੇ ਦਾ ਪਥਰਾਇਆ ਹੋਇਆ ਪਿੰਜਰ ਮਿਲਿਆ ਹੈ ਜੋ ਇੱਕ ਦੁੱਧ ਚੁੰਘਦੇ ਬੱਚੇ ਦੇ ਪਥਰਾਏ ਗਏ ਪਿੰਜਰ 'ਤੇ ਖੜਾ ਸੀ। ਇਹ ਅਸਲ ਵਿੱਚ ਆਪ ਖਤਰੇ ਵਿੱਚ ਪਾ ਕੇ ਉਸ ਬੱਚੇ ਨੂੰ ਲਾਵੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਉਹਦੇ ਮਾਤਾ ਪਿਤਾ ਉਹਦੀ ਰਾਖੀ ਲਈ ਛੱਡ ਕੇ ਕਿਤੇ ਬਾਹਰ ਗਏ ਸਨ। ਉਹਦੇ ਗਲ ਵਿੱਚ ਕਈ ਤਕਮੇ ਵੀ ਮਿਲੇ ਸਨ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, ਇਹ ਤਕਮੇ ਉਹਨੂੰ ਉਸ ਘਟਨਾ ਤੋਂ ਪਹਿਲਾਂ ਕੀਤੇ ਗਏ ਬਹਾਦਰੀ ਦੇ ਕਾਰਨਾਮਿਆਂ ਕਰਕੇ ਮਿਲੇ ਹਨ। ਫਰਾਂਸ ਵਿੱਚ ਇੱਕ ਸੈਮੇਟਰੀ ਹੈ ਜਿੱਥੇ ਉਹਨਾਂ ਕੁੱਤਿਆਂ ਨੂੰ ਪੂਰੇ ਸਤਿਕਾਰ ਨਾਲ ਦੱਬਿਆ ਜਾਂਦਾ ਹੈ ਜਿਨ੍ਹਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ ਹੋਣ। ਅੱਜ ਅਸੀਂ ਤੁਹਾਡੇ ਨਾਲ ਦੋ ਕਹਾਣੀਆਂ ਕੁੱਤੇ ਦੀ ਵਫਾਦਾਰੀ ਬਾਰੇ ਸੁਣਾਂਗੇ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਮਰਾ। ਵਫਾਦਾਰ ਸਾਥੀ। ਮੇਰੀ ਆਪ ਬੀਤੀ। ਜਦ ਮੈਂ ਆਪਣੇ ਜੀਵਨ 'ਤੇ ਪੰਧ ਦੇ ਖੜ੍ਹਾ ਹੋ ਕੇ ਪਿਛਾਂਹ ਵੱਲ ਝਾਤੀ ਮਾਰਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ਆਪ ਵਿੱਚ ਉਦੋਂ ਆਇਆ ਜਦ ਇੱਕ ਸ਼ਰਮਾਕਲ ਜਿਹੇ ਆਦਮੀ ਨੇ ਮੈਨੂੰ 2.5 ਸ਼ਿਲਿੰਗ ਤੋਂ ਖਰੀਦ ਲਿਆ। ਮੈਂ ਮਹਿਸੂਸ ਕੀਤਾ ਕਿ ਮੈਂ ਹੁਣ ਇੱਕ ਛੋਟਾ ਜਿਹਾ ਕਤੂਰਾ ਨਹੀਂ ਬਲਕਿ ਇੱਕ ਜ਼ਿੰਮੇਵਾਰ ਕੁੱਤਾ ਬਣ ਗਿਆ ਹਾਂ। ਇਸ ਖਿਆਲ ਨੇ ਕਿ ਦੁਨੀਆ ਵਿੱਚ ਮੈਂ ਕੋਈ ਐਰਗ ਵਗੈਰਾ ਵਿਅਕਤੀ ਨਹੀਂ ਬਲਕਿ ਮੇਰਾ ਵੀ ਮੁੱਲ ਹੈ, ਮੇਰੇ ਸਿਰ 'ਤੇ ਜ਼ਿੰਮੇਵਾਰੀਆਂ ਦਾ ਭਾਰ ਪਾ ਦਿੱਤਾ। ਮੇਰੇ ਵਿੱਚੋਂ ਹੁਣ ਅੱਲੜਪਨ ਨਿਕਲ ਗਿਆ ਅਤੇ ਉਸ ਦੀ ਥਾਂ ਸਮਝ ਅਤੇ ਗੌਰਵ ਨੇ ਲੈ ਲਈ। ਨਾਲੇ ਖਰੀਦੇ ਜਾਣ ਤੋਂ ਬਾਅਦ ਹੀ ਮੈਂ ਇੱਕ ਨਿੱਕੇ ਜਿਹੇ ਘੁਰਨੇ ਵਿੱਚੋਂ ਨਿਕਲ ਕੇ ਇੱਕ ਵਿਸ਼ਾਲ ਪਰ ਅਨੋਖੀ ਦੁਨੀਆ ਵਿੱਚ ਕਦਮ ਰੱਖਿਆ। ਭਾਵੇਂ ਇੱਕ ਨਿੱਕੀ ਜਿਹੀ ਨਿਵੇਕਲੀ ਥਾਂ ਕਿੰਨੀ ਹੀ ਦਿਲਚਸਪ ਕਿਉਂ ਨਾ ਹੋਵੇ, ਦੁਨੀਆ ਵਿੱਚ ਪੈਰ ਰੱਖ ਕੇ ਹੀ ਜੀਵ ਸੂਝਵਾਨ, ਸਿਆਣਾ ਅਤੇ ਤਜਰਬੇਕਾਰ ਬਣ ਸਕਦਾ ਹੈ। ਕੁਝ ਮਜਬੂਰੀਆਂ ਦੇ ਬਾਵਜੂਦ ਵੀ ਮੇਰਾ ਜੀਵਨ ਕਾਫੀ ਹੱਦ ਤੱਕ ਭਰਪੂਰ ਅਤੇ ਸੁਚੱਜਾ ਰਿਹਾ ਹੈ। ਮੈਂ ਪੂਰਬੀ ਲੰਡਨ ਦੇ ਇੱਕ ਖਰਾਇਤੀ ਘਰ ਵਿੱਚ ਪੈਦਾ ਹੋਇਆ। ਭਾਵੇਂ ਇਹੋ ਜਿਹੀ ਥਾਂ ਜੀਵਨ ਸੱਭਿਅਕ ਨਹੀਂ ਬਣ ਸਕਦਾ ਪਰ ਘਟਨਾ ਭਰਪੂਰ ਜ਼ਰੂਰ ਹੁੰਦਾ ਹੈ। ਹਾਲੀ ਮੈਂ 6 ਹਫ਼ਤੇ ਦਾ ਨਹੀਂ ਸਾਂ ਕਿ ਪੁਲਿਸ ਦੇ 2 ਸਿਪਾਹੀ ਮੈਥੋਂ ਬੜੇ ਛਿੱਥੇ ਪਏ। ਉਹ ਮੇਰੇ ਰਹਿਣ ਵਾਲੇ ਖੋਲੇ ਲਾਗਿਓਂ ਆ ਰਹੀਆਂ ਕੁਝ ਸ਼ੱਕ ਭਰੀਆਂ ਆਵਾਜ਼ਾਂ ਸੁਣ ਕੇ ਜਦ ਉਸ ਵੱਲ ਆਏ ਤਾਂ ਮੈਂ ਉਹਨਾਂ ਦੇ ਪੈਰਾਂ ਵਿੱਚ
ਅੜ ਗਿਆ ਤੇ ਮੈਂ ਇਤਨੀ ਚੌਂ ਚੌਂ ਲਾਈ ਕਿ ਉਹ ਘਬਰਾ ਕੇ ਉੱਥੋਂ ਨੱਸ ਗਏ। ਮੈਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਵਾਰ ਕਿਸੇ ਨਾਲ ਦੇ ਘਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਰੱਖਣ ਵਾਲੀ ਅਲਮਾਰੀ 'ਤੇ ਮੈਂ ਜਾ ਹੱਲਾ ਬੋਲਿਆ ਤੇ ਘਰ ਦੀ ਮਾਲਕਣ ਝਾੜੂ ਲੈ ਕੇ ਮੇਰੇ ਮਗਰ ਮਗਰ ਭੱਜੀ। ਅਸੀਂ ਦੋਹਾਂ ਨੇ ਵਿਹੜੇ ਦੇ 17 ਗੇੜੇ ਕੱਢੇ, ਪਰ ਫਿਰ ਵੀ ਮੈਂ ਉਸਦੇ ਕਾਬੂ ਨਾ ਆਇਆ। ਇਹੋ ਜਿਹੀਆਂ ਘਟਨਾਵਾਂ ਕੁਝ ਸਮਾਂ ਤਾਂ ਮਨ ਨੂੰ ਜ਼ਰੂਰ ਤਸੱਲੀ ਦਿੰਦੀਆਂ ਹਨ, ਪਰ ਇਹ ਇੱਕ ਖਾਸ ਕਿਸਮ ਦੀ ਬੇਚੈਨੀ ਜੋ ਮੇਰੇ ਚਰਿੱਤਰ ਵਿੱਚ ਹੈ ਦੂਰ ਨਾ ਕਰ ਸਕੀਆਂ। ਇਹ ਬੇਚੈਨੀ ਮੈਨੂੰ ਨਿੱਤ ਨਵੀਆਂ ਥਾਵਾਂ ਵੇਖਣ ਲਈ, ਨਵੇਂ ਨਵੇਂ ਕਾਰਨਾਮੇ ਕਰਨ ਲਈ ਉਕਸਾਉਂਦੀ ਰਹੀ ਹੈ। ਇਸ ਦਾ ਕਾਰਨ ਇੱਕ ਤਾਂ ਇਹ ਹੋ ਸਕਦਾ ਹੈ ਕਿ ਮੇਰੇ ਖੂਨ ਵਿੱਚ ਟੱਪਰੀਵਾਸ ਖਾਨਦਾਨ ਦਾ ਕੁਝ ਹਿੱਸਾ ਹੈ। ਦੂਜੇ, ਮੇਰੇ ਦਾਦੇ ਕਰਕੇ ਜੋ ਸੰਗੀਤ ਦੀਆਂ ਮਹਿਫਲਾਂ ਵਿੱਚ ਪ੍ਰੋਫੈਸਰ ਪੌਂਡ ਦੇ ਨਾਲ ਨਾਲ ਜਾਂਦਾ ਹੁੰਦਾ ਸੀ, ਮੇਰੇ 'ਤੇ ਕਲਾਤਮਕ ਰੁਚੀਆਂ ਦਾ ਅਸਰ ਹੈ। ਮੇਰੇ ਜੀਵਨ ਵਿੱਚ ਇਹ ਨਵੀਨਗੀ ਅਤੇ ਭਰਪੂਰਤਾ ਮੇਰੇ ਚਰਿੱਤਰ ਦੀ ਬੇਚੈਨੀ ਕਰਕੇ ਹੈ, ਕਿਉਂਕਿ ਮੈਂ ਕੜੀ ਮੁੜੀ ਖਾਨਦਾਨੀਆਂ ਵਾਲਾ ਐਸ਼ ਆਰਾਮ ਛੱਡ ਕੇ ਕਿਸੇ ਅਜਨਬੀ ਨਾਲ ਨਿਕਲ ਤੁਰਦਾ ਸਾਂ, ਕਿਉਂਕਿ ਮੈਨੂੰ ਪਤਾ ਹੁੰਦਾ ਸੀ ਕਿ ਉਹ ਮੈਨੂੰ ਕਿਸੇ ਨਵੀਂ ਥਾਂ ਲੈ ਜਾਊਗਾ ਜਿੱਥੇ ਮੈਨੂੰ ਨਵੀਆਂ ਅਤੇ ਦਿਲਚਸਪ ਘਟਨਾਵਾਂ ਵਿੱਚੋਂ ਲੰਘਣਾ ਪਵੇਗਾ। ਕਈ ਵਾਰ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਮੇਰੇ ਵਿੱਚ ਮਾਸਾ ਕੋਈ ਬਿੱਲੀ ਦਾ ਖੂਨ ਵੀ ਹੈ, ਕਿਉਂਕਿ ਬਿੱਲੇ ਕਿਸੇ ਇੱਕ ਮਾਲਕ ਨਾਲ ਸਨੇਹ ਨਹੀਂ ਰੱਖਦੇ। ਉਹ ਸ਼ਰਮਾਕਲ ਮਨੁੱਖ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਅਪ੍ਰੈਲ ਦੀ ਇੱਕ ਦੁਪਹਿਰ ਵੇਲੇ ਸਾਡੇ ਘਰ ਆਇਆ। ਮੈਂ ਉਸ ਵੇਲੇ ਆਪਣੀ ਮਾਤਾ ਪਾਸ ਧੁੱਪੇ ਬੈਠਾ ਉਂਘ ਰਿਹਾ ਸਾਂ। ਮੈਂ ਆਪਣੀ ਮਾਤਾ ਨੂੰ ਕਿਸੇ ਨੂੰ ਘੂਰਦਿਆਂ ਸੁਣਿਆ ਜ਼ਰੂਰ, ਪਰ ਮੈਂ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਮੇਰੀ ਮਾਤਾ ਘਰ ਦਾ ਬੜਾ ਧਿਆਨ ਰੱਖਦੀ ਸੀ ਅਤੇ ਆਪਣੇ ਮਾਲਕ ਤੋਂ ਬਿਨਾਂ ਸਭ ਨੂੰ ਘੂਰਦੀ ਸੀ। ਪਹਿਲੋਂ ਪਹਿਲ ਜਦੋਂ ਇੰਝ ਘੂਰਦੀ ਹੁੰਦੀ ਸੀ ਤਾਂ ਮੈਂ ਜਾਗ ਪੈਂਦਾ ਸਾਂ ਅਤੇ ਭੌਂਕ ਭੌਂਕ ਕੇ ਸਾਰਾ ਘਰ ਸਿਰ 'ਤੇ ਚੁੱਕ ਲੈਂਦਾ ਸਾਂ। ਪਰ ਹੁਣ ਮੈਂ ਇੰਝ ਨਹੀਂ ਕਰਦਾ। ਹੁਣ ਮੈਨੂੰ ਸਮਝ ਆ ਗਈ ਹੈ ਕਿ ਹਰ ਆਏ ਗਏ 'ਤੇ ਭੌਂਕਣਾ ਕੋਈ ਵਧੀਆ ਗੱਲ ਨਹੀਂ। ਭੌਂਕਣ ਤੋਂ ਇਲਾਵਾ ਦੁਨੀਆ ਵਿੱਚ ਹੋਰ ਵੀ ਬਥੇਰੇ ਧੰਦੇ ਹਨ। ਸਾਡਾ ਘਰ ਖਾਲੀ ਬੋਤਲਾਂ ਦਾ ਗੁਦਾਮ ਸੀ, ਇਸ ਲਈ ਉੱਥੇ ਲੋਕਾਂ ਦੀ ਆਵਾਜਾਈ ਤਕਰੀਬਨ ਸਾਰਾ ਦਿਨ ਹੀ ਲੱਗੀ ਰਹਿੰਦੀ ਸੀ। ਇਸ ਤੋਂ ਇਲਾਵਾ ਉਸ ਦਿਨ ਇੱਕ ਖਾਸ ਗੱਲ ਇਹ ਵੀ ਸੀ ਕਿ ਮੈਂ ਕੁਝ ਆਮ ਨਾਲੋਂ ਜ਼ਿਆਦਾ ਥੱਕਿਆ ਹੋਇਆ ਸਾਂ। ਸਵੇਰ ਦਾ ਮੈਨੂੰ ਸਿਰ ਖੁਰਕਣ ਦਾ ਵੇਲ ਨਹੀਂ ਸੀ ਮਿਲਿਆ, ਕਿਉਂਕਿ ਮੈਂ ਤੇ ਮੇਰੇ ਮਾਲਕ ਦਾ ਲੜਕਾ ਫਰੈਡ ਦੋਵੇਂ ਘਰ ਅੰਦਰ ਲਗਾਤਾਰ ਆ ਰਹੇ ਸਮਾਨ 'ਤੇ ਪਹਿਰਾ ਦੇ ਰਹੇ ਸਨ। ਇਸ ਲਈ ਉਸ ਵੇਲੇ ਜਦ ਮੇਰੇ ਕੰਨਾਂ ਵਿੱਚ ਇਹ ਆਵਾਜ਼ ਪਈ, ਹਾਂ ਪਰ ਇਹ ਹੈ ਬੜਾ ਬਦਸ਼ਕਲ, ਮੈਂ ਉਂਘ ਰਿਹਾ ਸਾਂ। ਇਹ ਸੁਣਦਿਆਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਗੱਲਬਾਤ ਮੇਰੇ ਬਾਰੇ ਹੋ ਰਹੀ ਹੈ। ਮੈਂ ਇਹ ਗੱਲ ਕਿਸੇ ਕੋਲੋਂ ਲੁਕਾ ਕੇ ਨਹੀਂ ਰੱਖੀ ਅਤੇ ਨਾ ਹੀ ਕਿਸੇ ਨੇ ਮੇਰੇ ਕੋਲੋਂ ਇਹ ਗੱਲ ਕਦੀ ਵੀ ਲੁਕਾਉਣ ਦਾ ਯਤਨ ਕੀਤਾ ਕਿ ਮੈਂ ਸ਼ਕਲ ਸੂਰਤ ਦਾ ਸੋਹਣਾ ਨਹੀਂ। ਮੇਰੀ ਮਾਤਾ ਨੂੰ ਵੀ ਇਸ ਵਿੱਚ ਕੋਈ ਸ਼ੰਕਾ ਨਹੀਂ ਸੀ ਕਿ ਮੈਂ ਸੱਚਮੁੱਚ ਬਦਸ਼ਕਲ ਹਾਂ। ਉਹ ਮੇਰੀ ਸ਼ਕਲ 'ਤੇ ਨੁਕਤਾਚੀਨੀ ਕਰਨ ਤੋਂ ਕਦੇ ਨਹੀਂ ਸੀ ਝਿਜਕੀ। ਕੋਈ ਵੀ ਅਜਨਬੀ ਮੈਨੂੰ ਦੇਖਦਿਆਂ ਸਾਰ ਇਹ ਕਹਿਣੋਂ ਨਹੀਂ ਰਹਿ ਸਕਦਾ, ਇਹ ਕੈਸਾ ਬਦਸ਼ਕਲ ਕੁੱਤਾ ਹੈ। ਮੈਂ ਆਪਣੀ ਸ਼ਕਲ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਮੇਰਾ ਚਿਹਰਾ ਬੁੱਲੀ ਕੁੱਤੇ ਵਰਗਾ ਹੈ, ਪਰ ਬਾਕੀ ਦਾ ਸਰੀਰ ਟੈਰੀਅਰ ਕਿਸਮ ਦੇ ਕੁੱਤੇ ਨਾਲ ਮਿਲਦਾ ਜੁਲਦਾ ਹੈ। ਮੇਰੀ ਪੂਛ ਲੰਮੀ ਹੈ ਜੋ ਸਿੱਧੀ ਉੱਪਰ ਵੱਲ ਖੜੀ ਰਹਿੰਦੀ ਹੈ। ਮੇਰੀਆਂ ਅੱਖਾਂ ਭੂਰੀਆਂ ਨਸਵਾਰੀ ਹਨ। ਮੇਰੀ ਛਾਤੀ 'ਤੇ ਇੱਕ ਸਫੈਦ ਚਟਾਕ ਤੋਂ ਸਿਵਾ ਮੇਰੀ ਬਾਕਿਆ ਸਾਰਾ ਸਰੀਰ ਕਾਲਾ ਸਿਆਹ ਹੈ। ਜਦ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਗੱਲਬਾਤ ਹੋ ਰਹੀ ਹੈ ਤਾਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਮੇਰਾ ਮਾਲਕ ਲਾਗੇ ਹੀ ਖੜਾ ਮੇਰੇ ਵੱਲ ਟਿਕਟਕੀ ਲਾ ਕੇ ਵੇਖ ਰਿਹਾ ਸੀ। ਉਸਦੇ ਲਾਗੇ ਇੱਕ ਹੋਰ ਆਦਮੀ ਖੜਾ ਸੀ ਜਿਹਨੇ ਹੁਣੇ ਹੀ ਮੇਰੇ ਬਦਸ਼ਕਲ ਹੋਣ ਬਾਰੇ ਵਿਚਾਰ ਪ੍ਰਗਟ ਕੀਤੇ ਸਨ। ਉਹ ਕਾਨੇ ਵਾਂਗ ਪਤਲਾ, ਉਮਰ ਦਾ ਅਧਖੜ ਤੇ ਦਰਮਿਆਨੇ ਕੱਦ ਦਾ ਆਦਮੀ ਸੀ। ਉਹਨੇ ਕਾਲੇ ਰੰਗ ਦੀ ਪਤਲੂਨ ਪਾਈ ਹੋਈ ਸੀ ਤੇ ਉਸਦੇ ਬੂਟ ਨਸਵਾਰੀ ਰੰਗ ਦੇ ਸਨ ਜੋ ਕਈ ਥਾਵਾਂ ਤੋਂ ਗੰਢੇ ਹੋਏ ਸਨ। ਉਹਦੇ ਮੇਰੇ ਬਾਰੇ ਵਿਚਾਰ ਸੁਣ ਕੇ ਮੇਰੇ ਮਾਲਕ ਨੇ ਕਿਹਾ, ਪਰ ਇਹ ਸੁਭਾਅ ਦਾ ਬੜਾ ਨੇਕ ਤੇ ਮਿਲਾਪੜਾ ਹੈ। ਇਹ ਗੱਲ ਹੈ ਵੀ ਠੀਕ ਸੀ। ਮੇਰੀ ਮਾਤਾ ਹਮੇਸ਼ਾ ਕਹਿੰਦੀ ਹੁੰਦੀ ਸੀ, ਇੱਕ ਕੁੱਤਾ ਜਿਸ ਦਾ ਪਿੱਛਾ ਤਕੜਾ ਨਾ ਹੋਵੇ ਉਹਨੂੰ ਜਾਂ ਤਾਂ ਸੋਹਣਾ ਜਾਂ ਸੁਭਾਅ ਦਾ ਨੇਕ ਹੋਣਾ ਚਾਹੀਦਾ ਹੈ। ਪਰ ਉਹ ਮੇਰੇ ਬਾਰੇ ਨਾਲ ਹੀ ਇਹ ਵੀ ਕਹਿ ਦਿੰਦੀ ਸੀ, ਤੂੰ ਜ਼ਰੂਰਤ ਤੋਂ ਜ਼ਿਆਦਾ ਸ਼ਰੀਫ ਹੈ। ਨੇਕ ਹੋਣਾ ਚੰਗੀ ਗੱਲ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ਤੂੰ ਹਰ ਐਰਾ ਵਗੈਰਾ ਨੱਥੂ ਖੈਰਾ ਨਾਲ ਦੋਸਤੀ ਗੰਢਦਾ ਫਿਰੇ। ਤੇਰਾ ਸੁਭਾਅ ਹੋਰ ਕੁੱਤਿਆਂ ਦੇ ਸੁਭਾਅ ਤੋਂ ਕੁਝ ਵੱਖਰਾ ਹੀ ਜਾਪਦਾ ਹੈ। ਮੇਰੀ ਮਾਤਾ ਨੂੰ ਇਸ ਗੱਲ ਦਾ ਫਖਰ ਸੀ ਕਿ ਉਹ ਇੱਕ ਪੁਰਖੀ ਪਸ਼ੂ ਹੈ ਅਤੇ ਉਹ ਆਪਣੇ ਮਾਲਕ ਤੋਂ ਬਿਨਾਂ ਕਿਸੇ ਦਾ ਦਮ ਨਹੀਂ ਭਰਦੀ। ਪਰ ਹਰ ਇੱਕ ਨਾਲ ਮੇਲ ਮਿਲਾਪ ਰੱਖਣਾ ਸ਼ੁਰੂ ਤੋਂ ਮੇਰਾ ਸੁਭਾਅ ਹੀ ਬਣ ਗਿਆ ਹੈ। ਮੈਂ ਹਰ ਕਿਸਮ ਦੇ ਮਨੁੱਖਾਂ ਨੂੰ ਪਸੰਦ ਕਰਦਾ ਹਾਂ। ਮੈਨੂੰ ਉਹਨਾਂ ਦੇ ਬੂਟ ਬੜੇ ਹੀ ਸਵਾਦ ਲੱਗਦੇ ਹਨ। ਉਹਨਾਂ ਦੀਆਂ ਲੱਤਾਂ ਦੀ ਖੁਸ਼ਬੂ ਅਤੇ ਉਹਨਾਂ ਦੇ ਮੂੰਹੋਂ ਨਿਕਲੀ ਆਵਾਜ਼ ਬਹੁਤ ਹੀ ਚੰਗੀ ਲੱਗਦੀ ਹੈ। ਇਹ ਭਾਵੇਂ ਮੇਰੀ ਕਮਜ਼ੋਰੀ ਸਮਝੋ, ਪਰ ਜਦੋਂ ਕੋਈ ਵੀ ਮਨੁੱਖ ਮੈਨੂੰ ਪਿਆਰ ਨਾਲ ਬੁਲਾਉਂਦਾ ਹੈ ਤਾਂ ਮੇਰੇ ਸਾਰੇ ਸਰੀਰ ਵਿੱਚ ਚਰਨਾਹਟ ਛਿੜ ਜਾਂਦੀ ਹੈ ਅਤੇ ਖੁਸ਼ੀ ਵਿੱਚ ਮੈਂ ਆਪਣੀ ਪੂਛ ਹਿਲਾਉਣ ਲੱਗ ਪੈਂਦਾ ਹਾਂ। ਹੁਣ ਮੈਂ ਆਪਣੀ ਪੂਛ ਦਬਾ ਦਬ ਹਿਲਾਉਣ ਲੱਗ ਪਿਆ।
ਉਸ ਅਜਨਬੀ ਨੇ ਮੇਰੇ ਵੱਲ ਰੁੱਖੀ ਜਿਹੀ ਨਜ਼ਰ ਨਾਲ ਤੱਕਿਆ। ਉਹਨੇ ਮੇਰੀ ਪਿੱਠ 'ਤੇ ਥਾਪੀ ਵੀ ਨਾ ਦਿੱਤੀ। ਮੈਨੂੰ ਸ਼ੱਕ ਸੀ ਅਤੇ ਮੇਰਾ ਇਹ ਸ਼ੱਕ ਬਾਅਦ ਵਿੱਚ ਠੀਕ ਨਿਕਲਿਆ ਕਿ ਉਹ ਸੁਭਾਅ ਦਾ ਸ਼ਰਮਾਕਲ ਹੈ। ਇਸ ਲਈ ਮੈਂ ਉਹਦੀ ਵੱਲ ਬੜੇ ਪਿਆਰ ਨਾਲ ਉਛਲਿਆ। ਮੇਰੇ ਇਸ ਤਰ੍ਹਾਂ ਕਰਨ ਨਾਲ ਭਾਵੇਂ ਉਸ ਅਜਨਬੀ ਦੀ ਸੰਗ ਕੁਝ ਦੂਰ ਹੋ ਗਈ, ਪਰ ਮੇਰੀ ਮਾਤਾ ਨੂੰ ਇਹ ਵਤੀਰਾ ਚੰਗਾ ਨਾ ਲੱਗਾ ਅਤੇ ਉਹ ਮੇਰੀ ਵੱਲ ਵੇਖ ਕੇ ਕੁਰਕੀਆਂ ਮਾਰਦੀ ਰਹੀ। ਮੇਰੇ ਮਾਲਕ ਨੇ ਸ਼ਰਮਾਕਲ ਆਦਮੀ ਨੂੰ ਕਿਹਾ, ਵੇਖੋ ਇਹ ਹੁਣੇ ਹੀ ਤੁਹਾਡੇ ਨਾਲ ਖੁੱਲ੍ਹ ਗਿਆ ਜੇ। ਪਰ ਉਹ ਅਜਨਬੀ ਅੱਗੋਂ ਚੁੱਪ ਰਿਹਾ। ਉਹ ਕੁਝ ਸੋਚ ਵਿੱਚ ਪੈ ਗਿਆ ਜਾਪਦਾ ਸੀ। ਉਹਦੀ ਵੱਲ ਵੇਖ ਕੇ ਮੈਨੂੰ ਆਪਣੀ ਗਲੀ ਦੇ ਅਖੀਰ ਵਿੱਚ ਹਟਵਾਨੀਏ ਦਾ ਬੁੱਢਾ ਕੁੱਤਾ ਯਾਦ ਆ ਗਿਆ, ਜੋ ਉੱਥੇ ਲੇਟਿਆ ਪਿਆ ਸਾਰਾ ਦਿਨ ਆਇਆ ਗਿਆ ਵੱਲ ਅੱਖਾਂ ਪਾੜ ਕੇ ਵੇਖਦਾ ਰਹਿੰਦਾ ਸੀ, ਪਰ ਮੂੰਹੋਂ ਕੁਝ ਬੋਲਦਾ ਨਹੀਂ ਸੀ। ਮੇਰਾ ਮਾਲਕ ਮੇਰੇ ਬਾਰੇ ਗੱਲਾਂ ਕਰਨ ਲੱਗ ਪਿਆ। ਉਹਨੇ ਮੇਰੀਆਂ ਤਾਰੀਫਾਂ ਦੇ ਬੜੇ ਪੁੱਲ ਬੰਨੇ, ਪਰ ਸ਼ਰਮਾਕਲ ਆਦਮੀ 'ਤੇ ਉਹਨਾਂ ਤਾਰੀਫਾਂ ਦਾ ਕੋਈ ਅਸਰ ਨਾ ਹੋਇਆ। ਉਹ ਚੁੱਪ ਗੁੜੁੱਪ ਸਾਰੀਆਂ ਗੱਲਾਂ ਸੁਣਦਾ ਰਿਹਾ। ਅੰਤ ਵਿੱਚ ਜਦ ਮੇਰੇ ਮਾਲਕ ਨੇ ਕਿਹਾ, ਵੇਖੋ ਕੈਸਾ ਕਮਾਲ ਦਾ ਕੁੱਤਾ ਏ, ਤਾਂ ਮੇਰਾ ਸ਼ਰਮ ਨਾਲ ਮੂੰਹ ਲਾਲ ਹੋ ਗਿਆ ਅਤੇ ਉਹ ਵੀ ਬੋਲ ਉੱਠਿਆ, ਚਲੋ ਬਸ ਵੀ ਕਰੋ, ਮੈਂ ਤਾਂ ਇਸ 'ਤੇ 2.5 ਸ਼ਿਲਿੰਗ ਤੋਂ ਵੱਧ 1 ਪੈਸਾ ਵੀ ਖਰਚਣ ਨੂੰ ਤਿਆਰ ਨਹੀਂ। ਇਸ ਵਰਗਾ ਕੁੱਤਿਆਂ ਦੇ ਸਭ ਤੋਂ ਸੁਭਾਅ ਤੋਂ ਵੱਖਰਾ ਹੀ ਜਾਪਦਾ ਹੈ। ਮੇਰੀ ਮਾਤਾ ਨੂੰ ਇਸ ਗੱਲ ਦਾ ਫਖਰ ਸੀ ਕਿ ਉਹ ਇੱਕ ਪੁੱਤਾ ਪੁਰਖੀ ਪਸ਼ੂ ਹੈ ਅਤੇ ਆਪਣੇ ਮਾਲਕ ਤੋਂ ਬਿਨਾਂ ਕਿਸੇ ਦਾ ਦਮ ਨਹੀਂ ਭਰਦੀ ਸੀ। ਇਹ ਸਵਰਗਾਂ ਤੋਂ ਉਤਰਿਆ ਦੇਵਤਾ ਵੀ ਕਿਉਂ ਨਾ ਹੋਏ, ਮੈਂ ਤਾਂ ਇਸ ਦਾ ਇੱਕ ਦਮੜਾ ਵੀ ਵੱਧ ਨਹੀਂ ਦੇਣਾ। ਕੀ ਖਿਆਲ ਜੇ? ਇਹ ਸੁਣਦਿਆਂ ਹੀ ਮੇਰੇ ਸਾਰੇ ਸਰੀਰ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ। ਮੈਂ ਤਾੜ ਗਿਆ ਕਿ ਇਹ ਅਜਨਬੀ ਮੈਨੂੰ ਖਰੀਦ ਕੇ ਇੱਥੋਂ ਲੈ ਜਾਣਾ ਚਾਹੁੰਦਾ ਹੈ। ਮੈਂ ਆਪਣੇ ਮਾਲਕ ਵੱਲ ਬੜੀਆਂ ਆਸ ਭਰੀਆਂ ਅੱਖਾਂ ਨਾਲ ਵੇਖਿਆ। ਮੇਰੇ ਮਾਲਕ ਨੇ ਕੁਝ ਉਦਾਸ ਹੋ ਕੇ ਉੱਤਰ ਦਿੱਤਾ, ਇਹ ਕੁੱਤਾ ਕਦਾ ਹੈ? ਇਹ ਤਾਂ ਮੈਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰਾ ਹੈ। ਸ਼ਰਮਾਕਲ ਆਦਮੀ ਨੇ ਅੱਗੋਂ ਕਿਹਾ, ਕੁਝ ਵੀ ਹੋਵੇ, ਮੈਂ ਤਾਂ 2.5 ਸ਼ਿਲਿੰਗ ਤੋਂ ਵੱਧ ਇੱਕ ਕਾਣੀ ਕੌਡੀ ਨਹੀਂ ਦੇਣੀ। ਮੈਨੂੰ ਬੜੀ ਕਾਹਲ ਏ, ਜਰਾ ਜਲਦੀ ਕਰੋ। ਚਲੋ ਜਿਵੇਂ ਤੁਹਾਡੀ ਮਰਜ਼ੀ। ਮੇਰੇ ਮਾਲਕ ਨੇ ਠੰਡਾ ਹੋਕਾ ਲੈਂਦਿਆਂ ਕਿਹਾ, ਇਹ ਤਾਂ ਮੁਫਤ ਦੇਣ ਦੇ ਬਰਾਬਰ ਹੈ, ਚਲੋ ਦਿਓ ਜੋ ਦਿੰਦੇ ਹੋ। ਸ਼ਰਮਾਕਲ ਆਦਮੀ ਨੇ ਇੱਕ ਰੱਸੀ ਲੈ ਕੇ ਮੇਰੇ ਗਲ ਨਾਲ ਬੰਨ੍ਹ ਦਿੱਤੀ। ਮੇਰੀ ਮਾਤਾ ਮੈਨੂੰ ਭੌਂਕ ਕੇ ਸਿੱਖਿਆ ਦੇ ਰਹੀ ਸੀ ਕਿ ਜਿੱਥੇ ਵੀ ਮੈਂ ਹੋਵਾਂ, ਮੈਂ ਆਪਣੇ ਖਾਨਦਾਨ ਦੇ ਨਾਂ ਨੂੰ ਦਾਗ ਨਾ ਲਾਵਾਂ। ਪਰ ਉਸ ਵੇਲੇ ਮੈਨੂੰ ਇਤਨਾ ਜੋਸ਼ ਆਇਆ ਹੋਇਆ ਸੀ ਕਿ ਮੈਂ ਉਹਦੀ ਗੱਲ ਵੱਲ ਰਤੀ ਧਿਆਨ ਨਾ ਦਿੱਤਾ। ਮੈਂ ਸ਼ੀ ਨਾਲ ਆਪੇ ਤੋਂ ਬਾਹਰ ਹੋਇਆ ਸ਼ਰਮਾਕਲ ਆਦਮੀ ਦੇ ਗਿਰਦ ਵਾਹੂ ਦਾ ਹੀ ਚੱਕਰ ਲਾ ਰਿਹਾ ਸਾਂ ਕਿ ਅਚਾਨਕ ਉਹਨੇ ਮੈਨੂੰ ਇੱਕ ਠੁੱਡ ਦਿੱਤਾ ਅਤੇ ਕਹਿਣ ਲੱਗਾ, ਖਬਰਦਾਰ ਜੇ ਹੋਰ ਖਰੂਦ ਕੀਤਾ। ਠੁੱਡ ਖਾਂਦਿਆਂ ਹੀ ਮੇਰੇ ਹੋਸ਼ ਟਿਕਾਣੇ ਆ ਗਏ ਅਤੇ ਮੈਂ ਝਟਪਟ ਚੁੱਪਚਾਪ ਖੜੋ ਗਿਆ। ਮੈਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਪਾਸੇ ਗਏ, ਪਰ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਪੈਂਡਾ ਬੜਾ ਲੰਮਾ ਸੀ। ਜਦ ਕਦੀ ਮੈਂ ਕਿਸੇ ਚੀਜ਼ ਨੂੰ ਵੇਖਣ ਜਾਂ ਸੁੰਘਣ ਲਈ ਰੁਕਦਾ ਤਾਂ ਮੇਰਾ ਨਵਾਂ ਮਾਲਕ ਰੱਸੀ ਨੂੰ ਜ਼ੋਰ ਦੀ ਖਿੱਚਦਾ। ਉਹ ਮੈਨੂੰ ਕਿਸੇ ਹੋਰ ਕੁੱਤੇ ਲਾਗੇ ਫੜਕਣ ਤੱਕ ਨਾ ਦਿੰਦਾ। ਸ਼ਾਮ ਵੇਲੇ ਜਦ ਅਸੀਂ ਇੱਕ ਵੱਡੇ ਸਾਰੇ ਫਾਟਕ ਵਿੱਚ ਵੜਨ ਲੱਗੇ ਤਾਂ ਇੱਕ ਪੁਲਿਸ ਦੇ ਪਹਿਰੇਦਾਰ ਨੇ ਸ਼ਰਮਾਕਲ ਆਦਮੀ ਨੂੰ ਅਚਾਨਕ ਰੋਕ ਲਿਆ। ਜਿਸ ਤਰੀਕੇ ਨਾਲ ਉਸਨੇ ਮੇਰੀ ਰੱਸੀ ਖਿੱਚੀ ਅਤੇ ਉਹ ਕਾਹਲੀ ਅਗਾਂਹ ਵਧਿਆ, ਮੈਂ ਅੰਦਾਜ਼ਾ ਲਾ ਲਿਆ ਕਿ ਉਹ ਪੁਲਿਸ ਦੇ ਸਿਪਾਹੀ ਨਾਲ ਗੱਲਬਾਤ ਨਹੀਂ ਸੀ ਕਰਨਾ ਚਾਹੁੰਦਾ। ਮੈਂ ਮਹਿਸੂਸ ਕੀਤਾ ਕਿ ਉਹ ਬਹੁਤ ਹੀ ਸ਼ਰਮਾਕਲ ਸੁਭਾਅ ਦਾ ਹੈ। ਪਰ ਪੁਲਿਸ ਦੇ ਸਿਪਾਹੀ ਨੇ ਫੇਰ ਆਵਾਜ਼ ਦਿੱਤੀ, ਜਿਸ 'ਤੇ ਸਾਨੂੰ ਰੁਕਣਾ ਹੀ ਪਿਆ। ਪੁਲਿਸ ਦੇ ਸਿਪਾਹੀ ਨੇ ਕਿਹਾ, ਯਾਰ ਤੇਰੇ ਲਈ ਸਿਹਤ ਦੇ ਮਹਿਕਮੇ ਵੱਲੋਂ ਇੱਕ ਸੁਨੇਹਾ ਹੈ। ਉਹ ਕਹਿੰਦੇ ਨੇ ਕਿ ਤੈਨੂੰ ਹਵਾ ਬਦਲੀ ਦੀ ਲੋੜ ਹੈ, ਜਦੋਂ ਜੀਅ ਕਰੇ ਚਲਾ ਜਾਈਂ। ਉਹਨੇ ਉੱਤਰ ਦਿੱਤਾ, ਚੰਗਾ, ਮੈਂ ਅੱਜ ਹੀ ਚਲਾ ਜਾਂਦਾ ਹਾਂ। ਇਹ ਗੱਲਬਾਤ ਸੁਣ ਕੇ ਸ਼ਰਮਾਕਲ ਆਦਮੀ ਦਾ ਮੇਰੇ ਮਨ 'ਤੇ ਬੜਾ ਪ੍ਰਭਾਵ ਪਿਆ। ਮੈਂ ਸਮਝਿਆ ਕਿ ਇਹ ਜ਼ਰੂਰ ਕੋਈ ਮਹਾਨ ਵਿਅਕਤੀ ਹੋਏਗਾ ਜਿਸ ਦੀ ਸਿਹਤ ਬਾਰੇ ਇਤਨੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਉੱਥੋਂ ਅਗਾਂਹ ਅਣਗਿਣਤ ਪੌੜੀਆਂ ਚੜ੍ਹ ਕੇ ਅਸੀਂ ਇੱਕ ਕਮਰੇ ਵਿੱਚ ਪਹੁੰਚੇ ਜਿੱਥੇ ਮਰੇ ਹੋਏ ਚੂਹਿਆਂ ਦੀ ਸੜਿਹਾਨ ਆ ਰਹੀ ਸੀ। ਅਜਨਬੀ ਇੱਕ ਪਾਸੇ ਬੈਠ ਗਿਆ ਅਤੇ ਮੂੰਹ ਵਿੱਚ ਕੁਝ ਬੁੜਬੁੜਾਉਂਦਾ ਰਿਹਾ। ਮੈਂ ਉਹਦੇ ਲਾਗੇ ਹੀ ਬੈਠਾ ਉਹਦੇ ਵੱਲ ਵੇਖਦਾ ਰਿਹਾ। ਆਖਰ ਮੈਥੋਂ ਰਿਹਾ ਨਾ ਗਿਆ। ਮੈਂ ਉਸ ਤੋਂ ਪੁੱਛ ਹੀ ਲਿਆ ਕਿ ਇਹ ਸਾਡੇ ਰਹਿਣ ਦੀ ਥਾਂ ਹੈ, ਕਿ ਇਹ ਠੀਕ ਹੈ ਕਿ ਅਸੀਂ ਜਲਦੀ ਹੀ ਹਵਾ ਬਦਲੀ ਲਈ ਕਿਤੇ ਬਾਹਰ ਜਾ ਰਹੇ ਹਾਂ। ਕਿ ਉਹ ਪੁਲਿਸ ਵਾਲਾ ਚੰਗਾ ਆਦਮੀ ਸੀ? ਕਿ ਤੁਸੀਂ ਪੁਲਿਸ ਵੇਲੇ ਨੂੰ ਪਸੰਦ ਨਹੀਂ ਕਰਦੇ? ਕਿ ਇੱਥੇ ਲਾਗੇ ਤਾਗੇ ਹੋਰ ਵੀ ਕੁੱਤੇ ਰਹਿੰਦੇ ਨੇ? ਮੈਨੂੰ ਅੱਜ ਖਾਣ ਲਈ ਕੀ ਮਿਲੇਗਾ? ਉਸ ਅਲਮਾਰੀ ਵਿੱਚ ਕੀ ਪਿਆ ਹੈ? ਕੀ ਮੈਂ ਬਾਹਰ ਜਾ ਕੇ ਵੇਖਾਵਾਂ ਕਿ ਇੱਥੇ ਕੋਈ ਬਿੱਲੀ ਵੀ ਹੈ ਜਾਂ ਨਹੀਂ? ਮੇਰੇ ਮਾਲਕ ਨੇ ਕਿਹਾ, ਤੂੰ ਭੌਂਕਣਾ ਬੰਦ ਕਰਦਾ ਹੈ ਕਿ ਨਹੀਂ? ਪਰ ਮੈਂ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ, ਜਦੋਂ ਅਸੀਂ ਹਵਾ ਬਦਲੀ ਲਈ ਪਿੰਡ ਥਾਂ ਜਾਵਾਂਗੇ ਤਾਂ ਕਿੱਥੇ ਰਹਾਂਗੇ? ਕਿ ਤੁਸੀਂ ਕਿਸੇ ਘਰ ਦੇ ਰਾਖੇ ਦਾ ਕੰਮ ਕਰੋਗੇ? ਫਰੈਡ ਦਾ ਪਿਤਾ ਵੀ ਕੈਂਟ ਵਿੱਚ ਇੱਕ ਵੱਡੇ ਸਾਰੇ ਮਕਾਨ ਦਾ ਰਾਖਾ ਹੈ। ਜਦ ਤੁਸੀਂ ਮੈਨੂੰ ਖਰੀਦਣ ਆਏ ਸੋ, ਤੁਸੀਂ ਫਰੈਡ ਨੂੰ ਕਿਉਂ ਨਹੀਂ ਮਿਲੇ? ਫਰੈਡ ਬੜਾ ਬੀਬਾ ਲੜਕਾ ਹੈ, ਸਭ ਉਹਨੂੰ ਪਸੰਦ ਕਰਦੇ ਨੇ। ਜੇ ਤੁਸੀਂ ਵੀ ਉਸਨੂੰ ਮਿਲੋ ਤਾਂ ਬੜਾ ਪਸੰਦ ਕਰੋ। ਮੈਂ ਉਹਨੂੰ ਫਰੈਡ ਬਾਰੇ ਹੋਰ ਵੀ ਗੱਲਾਂ ਦੱਸਣੀਆਂ ਚਾਹੁੰਦਾ ਸਾਂ, ਕਿਉਂਕਿ ਉਹ ਮੇਰੇ ਨਾਲ ਮਿੱਤਰਾਂ ਵਰਗਾ ਸਲੂਕ ਕਰਦਾ ਹੁੰਦਾ ਸੀ। ਪਰ ਸ਼ਰਮਾਕਲ ਆਦਮੀ ਅਚਾਨਕ ਆਪਣੀ ਥਾਂ ਤੋਂ ਉੱਠਿਆ ਅਤੇ ਇੱਕ ਸੋਟੀ ਫੜ ਕੇ ਮੈਨੂੰ ਖੂਬ ਟਿਕਾਈਆਂ। ਜਿਸ ਵੇਲੇ ਤੈਨੂੰ ਕਿਹਾ ਹੈ ਚੁੱਪ ਕਰ, ਤੂੰ ਚੁੱਪ ਕਿਉਂ ਨਹੀਂ ਕਰਦਾ?
ਉਹਨੇ ਕੜਕ ਕੇ ਕਿਹਾ। ਸੱਚਮੁੱਚ ਉਹ ਬੜਾ ਸ਼ਰਮਾਕਲ ਸੀ, ਇੱਥੋਂ ਤੱਕ ਕਿ ਜੇ ਕੋਈ ਉਹਦੇ ਨਾਲ ਗੱਲ ਕਰਨੀ ਚਾਹੇ ਤਾਂ ਵੀ ਉਹਨੂੰ ਬੜਾ ਦੁੱਖ ਹੁੰਦਾ ਸੀ। ਆਖਰ ਉਹ ਮੇਰਾ ਮਾਲਕ ਸੀ, ਉਹਨੂੰ ਖੁਸ਼ ਰੱਖਣਾ ਮੇਰਾ ਫਰਜ਼ ਬਣਦਾ ਸੀ, ਇਸ ਲਈ ਮੈਂ ਚੁੱਪ ਕਰਕੇ ਬੈਠ ਗਿਆ। ਅਸੀਂ ਉਸੇ ਰਾਤ ਹਵਾ ਬਦਲੀ ਲਈ ਪਿੰਡ ਵੱਲ ਗਏ। ਮੈਂ ਇਸ ਤਬਦੀਲੀ 'ਤੇ ਬੜਾ ਖੁਸ਼ ਸਾਂ। ਫਰੈਡ ਪਿੰਡ ਦੀਆਂ ਮੌਜਾਂ ਦੀ ਇਤਨੀ ਤਾਰੀਫ ਕਰਦਾ ਹੁੰਦਾ ਸੀ ਕਿ ਮੇਰਾ ਉੱਥੇ ਜਾਣ ਨੂੰ ਸਦਾ ਦਿਲ ਲਲਚਾਉਂਦਾ ਰਹਿੰਦਾ ਸੀ। ਫਰੈਡ ਮੋਟਰਸਾਈਕਲ 'ਤੇ ਕਈ ਵਾਰ ਆਪਣੇ ਪਿਤਾ ਨਾਲ ਕੈਂਟ ਵਿੱਚ ਜਾਂਦਾ ਹੁੰਦਾ ਸੀ। ਇੱਕ ਵਾਰੀ ਉਹ ਉੱਥੋਂ ਆਪਣੇ ਨਾਲ ਇੱਕ ਗਾਲੜ ਵੀ ਲੈ ਆਇਆ ਸੀ। ਮੈਂ ਸਮਝਿਆ ਕਿ ਉਹ ਮੇਰੇ ਲਈ ਲਿਆਇਆ ਹੈ, ਪਰ ਮੇਰੀ ਮਾਤਾ ਨੇ ਕਿਹਾ, ਨਹੀਂ ਬੇਟਾ, ਇਹ ਤੇਰੇ ਲਈ ਨਹੀਂ। ਪਹਿਲੀ ਗੱਲ ਜੋ ਇੱਕ ਕੁੱਤੇ ਨੂੰ ਯਾਦ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਸਾਰੀ ਦੁਨੀਆ ਰੱਬ ਨੇ ਉਹਦੇ ਖਾਣ ਲਈ ਨਹੀਂ ਬਣਾਈ। ਜਦ ਅਸੀਂ ਪਿੰਡ ਪਹੁੰਚੇ ਤਾਂ ਕਾਫੀ ਹਨੇਰਾ ਹੋ ਚੁੱਕਾ ਸੀ, ਪਰ ਮੇਰਾ ਮਾਲਕ ਕਿਸੇ ਭੁਲੇਖੇ ਵਿੱਚ ਨਹੀਂ ਸੀ। ਉਹਨੂੰ ਆਪਣੇ ਟਿਕਾਣੇ ਦੀ ਪੂਰੀ ਤਰ੍ਹਾਂ ਪਛਾਣ ਸੀ। ਅਸੀਂ ਐਸੀ ਸੜਕ 'ਤੇ ਪਏ ਜਿੱਥੇ ਆਵਾਜਾਈ ਬਿਲਕੁਲ ਘੱਟ ਸੀ। ਅਸੀਂ ਕਈ ਮੀਲ ਤੁਰਦੇ ਗਏ। ਮੈਂ ਥੱਕਿਆ ਇਸ ਕਰਕੇ ਨਹੀਂ ਸਾਂ ਕਿ ਮੈਂ ਨਵੀਆਂ ਥਾਵਾਂ ਵੇਖਣ ਦਾ ਬੜਾ ਚਾਅ ਸੀ। ਹਰ ਕਦਮ ਜੋ ਮੈਂ ਅਗਾਂਹ ਰੱਖਦਾ ਸਾਂ ਉਹ ਮੇਰੇ ਮਨ ਨੂੰ ਇੱਕ ਅਕਹਿ ਖੁਸ਼ੀ ਦਿੰਦਾ ਸੀ। ਥੋੜ੍ਹੀ ਥੋੜ੍ਹੀ ਵਿੱਥ 'ਤੇ ਅਸੀਂ ਇੱਕ ਵੱਡੀ ਹਵੇਲੀ ਲਾਗਿਓਂ ਲੰਘਦੇ ਸਾਂ। ਉਹ ਹਵੇਲੀਆਂ ਬਿਲਕੁਲ ਖਾਲੀ ਪਈਆਂ ਸਨ। ਫਰੈਡ ਦੇ ਪਿਤਾ ਕਰਕੇ ਮੈਂ ਸਮਝਦਾ ਸਾਂ ਕਿ ਉਹਨਾਂ ਸਾਰਿਆਂ ਵਿੱਚ ਇੱਕ ਨਾ ਇੱਕ ਰਾਖਾ ਜ਼ਰੂਰ ਹੋਣਾ ਹੈ। ਇਹ ਵੱਡੀਆਂ ਵੱਡੀਆਂ ਹਵੇਲੀਆਂ ਅਮੀਰ ਆਦਮੀਆਂ ਦੀ ਮਲਕੀਅਤ ਹਨ, ਪਰ ਉਹਨਾਂ ਦੇ ਮਾਲਕ ਗਰਮੀਆਂ ਤੱਕ ਉੱਥੇ ਰਹਿਣਾ ਨਹੀਂ ਸਨ ਪਸੰਦ ਕਰਦੇ, ਇਸ ਲਈ ਉਹ ਉਹਨਾਂ ਨੂੰ ਰਾਖਿਆਂ ਦੇ ਹਵਾਲੇ ਕਰ ਜਾਂਦੇ ਸਨ। ਰਾਖਿਆਂ ਨੇ ਚੋਰ ਉਚੱਕਿਆਂ ਨੂੰ ਦੂਰ ਰੱਖਣ ਲਈ ਕੁੱਤੇ ਰੱਖੇ ਹੁੰਦੇ ਹਨ। ਮੇਰਾ ਵੀ ਖਿਆਲ ਸੀ ਕਿ ਮੈਂ ਵੀ ਇਸੇ ਕੰਮ ਲਈ ਇੱਥੇ ਲਿਆਂਦਾ ਗਿਆ ਹਾਂ। ਮੈਂ ਆਪਣੇ ਮਾਲਕ ਨੂੰ ਪੁੱਛਿਆ ਕਿ ਤੁਸੀਂ ਕਿਸੇ ਦੀ ਹਵੇਲੀ ਦੇ ਰਾਖੇ ਦੀ ਹੈਸੀਅਤ ਵਿੱਚ ਇੱਥੇ ਆਏ ਹੋ? ਉਹਨੇ ਖਿੱਝ ਕੇ ਕਿਹਾ, ਬਕਵਾਸ ਬੰਦ ਕਰ। ਲਾਚਾਰ ਹੋ ਕੇ ਮੈਨੂੰ ਚੁੱਪ ਕਰਨਾ ਪਿਆ। ਆਖਰ ਬਹੁਤ ਲੰਮਾ ਪੈਂਡਾ ਕਰਕੇ ਅਸੀਂ ਇੱਕ ਮਕਾਨ ਲਾਗੇ ਪਹੁੰਚੇ। ਉਸ ਵਿੱਚੋਂ ਇੱਕ ਆਦਮੀ ਬਾਹਰ ਨਿਕਲਿਆ। ਇੰਝ ਲੱਗਦਾ ਸੀ ਕਿ ਮੇਰਾ ਮਾਲਕ ਉਹਨੂੰ ਜਾਣਦਾ ਸੀ, ਕਿਉਂਕਿ ਉਹਨੇ ਉਸ ਆਦਮੀ ਨੂੰ ਬਿੱਲ ਕਹਿ ਕੇ ਸੱਦਿਆ। ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਕਿ ਮੇਰਾ ਮਾਲਕ, ਜੋ ਵੈਸੇ ਤਾਂ ਬੜਾ ਸ਼ਰਮਾਕਲ ਸੀ, ਉਸ ਆਦਮੀ ਨਾਲ ਮਿੱਤਰਾਂ ਵਾਂਗ ਬੜੀਆਂ ਖੁੱਲ੍ਹੀਆਂ ਗੱਲਾਂ ਕਰਨ ਲੱਗ ਪਿਆ। ਬਿੱਲ ਮੇਰੀ ਵੱਲ ਵੇਖ ਕੇ ਪੁੱਛਣ ਲੱਗਾ ਕਿ ਇਹ ਉਹੀ ਹੈ ਜਿਸ ਦੀ ਤੂੰ ਗੱਲ ਕਰਦਾ ਸਾਂ। ਮੇਰੇ ਮਾਲਕ ਨੇ ਕਿਹਾ, ਹਾਂ, ਮੈਂ ਇਹਨੂੰ ਅੱਜ ਹੀ ਖਰੀਦਿਆ ਹੈ। ਬਿੱਲ ਨੇ ਕਿਹਾ, ਹੈ ਤਾਂ ਇਹ ਬੜਾ ਬਦਸ਼ਕਲ ਅਤੇ ਡਰਾਉਣਾ ਵੀ, ਬਸ ਤੈਨੂੰ ਇਸੇ ਕਿਸਮ ਦੇ ਕੁੱਤੇ ਦੀ ਲੋੜ ਸੀ। ਪਰ ਵੇਖਿਆ ਜਾਏ ਤਾਂ ਤੈਨੂੰ ਕੁੱਤੇ ਦੀ ਲੋੜ ਹੀ ਕੀ ਹੈ? ਮੇਰਾ ਤਾਂ ਖਿਆਲ ਹੈ ਕਿ ਕੁੱਤੇ ਨਾਲੋਂ ਸਗੋਂ ਖਾਮ-ਖਾ ਦੀ ਸਿਰਦਰਦੀ ਖੜੀ ਹੋ ਜਾਂਦੀ ਹੈ। ਮੈਂ ਤਾਂ ਹਮੇਸ਼ਾ ਕੁੱਤੇ ਨੂੰ ਬੰਨੇ ਲਾ ਦਿੰਦਾ ਹਾਂ, ਅੰਦਰ ਵੜ ਕੇ ਆਪਣਾ ਕੰਮ ਕਰ ਆਉਂਦਾ ਹਾਂ। ਸ਼ਰਮਾਕਲ ਆਦਮੀ ਨੇ ਕਿਹਾ, ਇਹ ਤੇਰਾ ਭੁਲੇਖਾ ਹੈ। ਕੁੱਤੇ ਨੂੰ ਦਿਨੇ ਹੀ ਬਿੱਲੇ ਲਾਇਆ ਜਾ ਸਕਦਾ ਹੈ, ਜਦ ਤੋਂ ਉਹ ਲੋਕ ਉਹਨੂੰ ਖੁੱਲ੍ਹਾ ਛੱਡਦੇ ਨੇ। ਰਾਤ ਨੂੰ ਤਾਂ ਉਹ ਅੰਦਰ ਬੰਦ ਕਰ ਲੈਂਦੇ ਨੇ। ਜੇ ਦਿਨੇ ਉਹਨੂੰ ਬਿੱਲੇ ਲਾ ਦਿੱਤਾ ਜਾਏ ਤਾਂ ਪਤਾ ਹੈ ਕੀ ਹੁੰਦਾ ਹੈ, ਜਾਂ ਤਾਂ ਉਹ ਰਾਤ ਉਰੇ ਨਵਾਂ ਕੁੱਤਾ ਲੈ ਆਉਂਦੇ ਨੇ, ਜਾਂ ਸਾਰੀ ਰਾਤ ਬੰਦੂਕ ਲੈ ਕੇ ਰਾਖੀ ਕਰਦੇ ਰਹਿੰਦੇ ਨੇ। ਇਹ ਆਮ ਲੋਕਾਂ ਵਾਂਗ ਨਹੀਂ ਕਿ ਸੌਂ ਜਾਣ। ਇਹਨਾਂ ਦਾ ਕੰਮ ਹੀ ਘਰ ਦੀ ਰਾਖੀ ਕਰਨਾ ਹੈ ਅਤੇ ਇਸ ਬਾਰੇ ਕਿਸੇ ਦਾ ਵਿਸਾਹ ਨਹੀਂ ਕਰਦੇ। ਇਤਨੀ ਲੰਮੀ ਗੱਲਬਾਤ ਕਰਦਿਆਂ ਮੈਂ ਆਪਣੇ ਮਾਲਕ ਨੂੰ ਪਹਿਲੀ ਵਾਰ ਵੇਖਿਆ ਸੀ। ਉਹਦੀ ਗੱਲ ਦਾ ਬਿੱਲ 'ਤੇ ਬੜਾ ਪ੍ਰਭਾਵ ਪਿਆ। ਉਹ ਕਹਿਣ ਲੱਗਾ, ਮੈਂ ਤਾਂ ਇਹ ਗੱਲ ਸੋਚੀ ਹੀ ਨਹੀਂ ਸੀ। ਸਾਨੂੰ ਇਸ ਕੁੱਤੇ ਨੂੰ ਹੁਣ ਤੋਂ ਹੀ ਸਿਖਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਦ ਕਦੀ ਮੈਂ ਦੁਨੀਆ ਦੇਖਣ ਦੀ ਖਾਹਿਸ਼ ਪ੍ਰਗਟ ਕਰਦਾ ਹੁੰਦਾ ਸੀ ਤਾਂ ਮੇਰੀ ਮਾਤਾ ਅਕਸਰ ਕਿਹਾ ਕਰਦੀ ਸੀ, ਬੇਟਾ, ਤੈਨੂੰ ਦੂਰੋਂ ਹੀ ਹਰੇ ਬਾਗ ਦਿਸਦੇ ਨੇ। ਦੁਨੀਆ ਖਾਲਾ ਜੀ ਦਾ ਘਰ ਨਹੀਂ, ਉੱਥੇ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਆਪਣੇ ਨਵੇਂ ਮਾਲਕ ਅਤੇ ਬਿੱਲ ਦੇ ਕੋਲ ਰਹਿਣ ਨਾਲ ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਮੇਰੀ ਮਾਤਾ ਠੀਕ ਹੀ ਕਹਿੰਦੀ ਹੁੰਦੀ ਸੀ। ਮੇਰੇ ਮਾਲਕ ਦਾ ਸ਼ਰਮਾਕਲ ਸੁਭਾਅ ਹੀ ਸਭ ਮੁਸੀਬਤਾਂ ਦਾ ਕਾਰਨ ਨਿਕਲਿਆ। ਕਿਸੇ ਬੇਗਾਨੇ ਦੇ ਉਸ ਵਿੱਚ ਜ਼ਰਾ ਜਿੰਨੀ ਵੀ ਦਿਲਚਸਪੀ ਲੈਣ ਨੂੰ ਉਹ ਬਹੁਤ ਹੀ ਬੁਰਾ ਮਨਾਉਂਦਾ ਸੀ। ਇਸ ਮੁਸੀਬਤ ਵਿੱਚ ਉਸ ਘਰ ਵਿੱਚ ਪਹੁੰਚਣ ਦੀ ਪਹਿਲੀ ਰਾਤ ਤੋਂ ਹੀ ਸ਼ੁਰੂ ਹੋ ਗਈ। ਮੈਂ ਸਾਰੇ ਦਿਨ ਦੇ ਸਫ਼ਰ ਕਾਰਨ ਥੱਕਾ ਟੁੱਟਾ ਰਸੋਈ ਵਿੱਚ ਹੀ ਸੌਂ ਗਿਆ। ਅਚਾਨਕ ਮੈਨੂੰ ਇੰਝ ਮਹਿਸੂਸ ਹੋਇਆ ਕਿ ਕੋਈ ਖਿੜਕੀ ਰਾਹੀਂ ਅੰਦਰ ਆਉਣ ਦੀ ਖਿੜਕੀ ਨੂੰ ਖੁਰਚ ਰਿਹਾ ਹੈ। ਇਸ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜੇ ਤੁਸੀਂ ਕਦੀ ਇਸ ਸਥਿਤੀ ਵਿੱਚ ਹੋ ਤਾਂ ਕੀ ਕਰੋ? ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਮੇਰੀ ਮਾਤਾ ਘੜੀ ਮੁੜੀ ਮੇਰੀ ਖੋਪਰੀ ਵਿੱਚ ਇਹ ਗੱਲ ਵਾੜਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ, ਜੇ ਤੂੰ ਕਿਸੇ ਕਮਰੇ ਅੰਦਰ ਹੋਵੇਂ ਤੇ ਕੋਈ ਜਣਾ ਅੰਦਰ ਵੜਨ ਦੀ ਕੋਸ਼ਿਸ਼ ਕਰੇ ਤਾਂ ਤੇਰਾ ਫਰਜ਼ ਹੈ ਕਿ ਤੂੰ ਉੱਚੀ ਉੱਚੀ ਭੌਂਕਣਾ ਸ਼ੁਰੂ ਕਰ ਦੇਵੇਂ। ਹਮੇਸ਼ਾ ਪਹਿਲੋਂ ਭੌਂਕੀਦਾ ਹੈ ਤੇ ਵੇਖੀਦਾ ਪਿੱਛੋਂ ਹੈ ਕਿ ਕਿਸ 'ਤੇ ਭੌਂਕ ਰਹੇ ਹਾਂ। ਇਹ ਸਿੱਖਿਆ ਯਾਦ ਆਉਂਦਿਆਂ ਹੀ ਮੈਂ ਸਿਰ ਚੁੱਕ ਕੇ ਉੱਚੀ ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ। ਬੁੱਲੀ ਕੁੱਤੇ ਦਾ ਲਹੂ ਮੇਰੀਆਂ ਰਗਾਂ ਵਿੱਚ ਹੋਣ ਕਰਕੇ ਮੇਰੀ ਆਵਾਜ਼ ਵੀ ਬੜੀ ਪ੍ਰਭਾਵਕ ਅਤੇ ਭਾਰੀ ਹੈ। ਮੈਂ ਕਿਹਾ, ਬਿੱਲ, ਜਲਦੀ ਆ, ਕੋਈ ਸੰਨ ਲਾ ਰਿਹਾ ਲੱਗਦਾ ਹੈ। ਇਤਨੇ ਨੂੰ ਕਿਸੇ ਨੇ ਤਿੱਲੀ ਬਾਲੀ। ਮੈਂ ਵੇਖਿਆ ਕਿ ਇਹ ਤਾਂ ਸ਼ਰਮਾਕਲ ਆਦਮੀ ਹੀ ਸੀ ਜੋ ਬਾਰੀ ਰਾਹੀਂ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਅੰਦਰ ਆਉਂਦਿਆਂ ਹੀ ਸੋਟੀ ਫੜ ਕੇ ਮੈਨੂੰ 2-4 ਟਿਕਾ ਦਿੱਤੀਆਂ। ਮੈਂ ਹੈਰਾਨ ਸਾਂ ਕਿ ਮੈਂ ਗਲਤੀ ਕੀ ਕੀਤੀ ਹੈ ਜਿਸ ਦੀ ਮੈਨੂੰ ਇਹ ਸਜ਼ਾ ਮਿਲ ਰਹੀ ਹੈ।
ਪਰ ਉਹ ਮੇਰਾ ਮਾਲਕ ਸੀ, ਇਸ ਲਈ ਮੈਂ ਸਵਾਲ ਜਵਾਬ ਨਹੀਂ ਸਾਂ ਕਰ ਸਕਦਾ। ਮੇਰਾ ਮਾਲਕ ਹਰ ਰੋਜ਼ ਇਸੇ ਤਰ੍ਹਾਂ ਹੀ ਕਰਦਾ ਰਿਹਾ। ਜਦੋਂ ਹੀ ਉਹਨੇ ਰਾਤ ਦੇ ਹਨੇਰੇ ਵਿੱਚ ਬਾਰੀ ਰਾਹੀਂ ਅੰਦਰ ਵੜਨ ਦੀ ਕੋਸ਼ਿਸ਼ ਕਰਨੀ ਤਾਂ ਮੈਂ ਉੱਚੀ ਉੱਚੀ ਭੌਂਕਣਾ ਅਤੇ ਉਹਨੂੰ ਖੂਬ ਫੈਂਟਾ ਚਾੜਨਾ। ਮੈਨੂੰ ਬਿਲਕੁਲ ਸਮਝ ਨਹੀਂ ਸੀ ਆਉਂਦੀ ਕਿ ਗੱਲ ਕੀ ਹੈ। ਕਿਸੇ ਦੇ ਇੱਕ ਦਿਨ ਦੀ ਕਹੀ ਹੋਈ ਗੱਲ ਬਾਰੇ ਭੁਲੇਖਾ ਲੱਗ ਸਕਦਾ ਹੈ, ਪਰ ਮੇਰੀ ਮਾਤਾ ਮੈਨੂੰ ਹਰ ਰੋਜ਼ ਇਹ ਸਬਕ ਸਿਖਾਉਂਦੀ ਹੁੰਦੀ ਸੀ। ਉਹਦੀ ਸਿੱਖਿਆ 'ਤੇ ਚੱਲਣ ਦੀ ਸਜ਼ਾ ਮੈਨੂੰ ਨੇਮ ਨਾਲ ਭੁਗਤਣੀ ਪੈਂਦੀ ਸੀ। ਆਖਰ ਇੱਕ ਦਿਨ ਮੈਂ ਇਸ ਮਾਮਲੇ ਬਾਰੇ ਬੜਾ ਵਿਚਾਰਿਆ। ਸੋਚ ਕੇ ਮੇਰਾ ਸਿਰ ਹੀ ਬੌਂਦਲ ਗਿਆ। ਆਖਰ ਮੈਨੂੰ ਸਾਰੀ ਗੱਲ ਦਾ ਹੱਲ ਲੱਭ ਹੀ ਪਿਆ। ਮੈਂ ਸਮਝ ਗਿਆ ਕਿ ਮੇਰੀ ਮਾਤਾ ਦਾ ਦ੍ਰਿਸ਼ਟੀਕੋਣ ਬੜਾ ਸੌੜਾ ਹੈ। ਸਧਾਰਨ ਮਾਲਕ ਕੋਲ ਤਾਂ ਸਧਾਰਨ ਅਸੂਲ ਹੀ ਚੱਲ ਸਕਦੇ ਹਨ, ਪਰ ਹਾਲਤ ਬਦਲ ਜਾਣ ਨਾਲ ਅਸੂਲ ਵੀ ਬਦਲ ਜਾਣੇ ਚਾਹੀਦੇ ਹਨ। ਮੈਂ ਉਸ ਮਾਲਕ ਦਾ ਕੁੱਤਾ ਸਾਂ ਜੋ ਸਦਾ ਘਬਰਾਇਆ ਹੀ ਰਹਿੰਦਾ ਸੀ ਅਤੇ ਜਰਾ ਜਿੰਨੇ ਖੜਾਕ ਨਾਲ ਚੌਂਕ ਉੱਠਦਾ ਸੀ। ਹੁਣ ਮੇਰਾ ਬਚਾਓ ਇਸੇ ਵਿੱਚ ਹੀ ਸੀ ਕਿ ਮੈਂ ਆਪਣੀ ਮਾਤਾ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਬਿਲਕੁਲ ਭੁੱਲ ਭੁਲਾ ਜਾਵਾਂ ਅਤੇ ਆਪਣੇ ਨਵੇਂ ਮਾਲਕ ਦੀ ਰਗ ਨੂੰ ਪਛਾਣ ਕੇ ਆਪਣੇ ਆਪ ਨੂੰ ਨਵੀਂ ਸਥਿਤੀ ਅਨੁਸਾਰ ਢਾਲ ਲਵਾਂ। ਮੈਂ ਆਪਣੀ ਮਾਤਾ ਦੀ ਸਿੱਖਿਆ 'ਤੇ ਚੱਲਿਆ ਸਾਂ ਅਤੇ ਮਾਰ ਕੁਟਾਈ ਤੋਂ ਸਿਵਾ ਮੇਰੇ ਪੱਲੇ ਕੁਝ ਨਹੀਂ ਸੀ ਪੈਂਦਾ। ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਆਪਣੀ ਬਿਮਾਰੀ ਦਾ ਆਪ ਹੀ ਇਲਾਜ ਲੱਭਾਂ। ਸੋ ਅਗਲੀ ਰਾਤ ਜਦ ਮੈਂ ਬਾਰੀ ਲਾਗੇ ਖੜਾਕ ਸੁਣਿਆ ਤਾਂ ਭਾਵੇਂ ਮੇਰੀ ਜ਼ਮੀਰ ਆਗਿਆ ਨਹੀਂ ਸੀ ਦਿੰਦੀ, ਫਿਰ ਵੀ ਮੈਂ ਦੜ ਵੱਟ ਕੇ ਪਿਆ ਰਿਹਾ। ਕੋਈ ਜਣਾ ਖਿੜਕੀ ਰਾਹੀਂ ਕਮਰੇ ਅੰਦਰ ਦਾਖਲ ਹੋਇਆ ਅਤੇ ਹੱਥ ਪੱਤੀ ਲੈ ਕੇ ਇੱਧਰ ਉੱਧਰ ਫਿਰਦਾ ਰਿਹਾ। ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਮੇਰਾ ਨਵਾਂ ਮਾਲਕ ਹੈ। ਫਿਰ ਵੀ ਮੈਂ ਘੇਸਲ ਵੱਟ ਛੱਡੀ। ਉਹਨੇ ਪਹਿਲਾਂ ਵਾਂਗ ਹੀ ਮੇਰੇ ਲਾਗੇ ਆ ਕੇ ਮੈਨੂੰ ਥਾਪੀ ਦਿੱਤੀ ਅਤੇ ਕਹਿਣ ਲੱਗਾ, ਤੂੰ ਬੜਾ ਚੰਗਾ ਕੁੱਤਾ ਹੈ, ਵੇਖ ਮੈਂ ਤੇਰੇ ਲਈ ਕੀ ਲਿਆਇਆ ਹਾਂ। ਇਹ ਕਹਿ ਕੇ ਮੇਰੇ ਚੱਟਣ ਲਈ ਉਹਨੇ ਮੇਰੇ ਸਾਹਮਣੇ ਉਹ ਤਸ਼ਤਰੀ ਰੱਖ ਦਿੱਤੀ ਜਿਸ ਵਿੱਚ ਉਹਨੇ ਭੋਜਨ ਤਿਆਰ ਕੀਤਾ ਸੀ। ਇਸ ਤੋਂ ਪਿੱਛੋਂ ਮੇਰੇ ਮਾਲਕ ਅਤੇ ਮੇਰੇ ਸੰਬੰਧ ਬੜੇ ਚੰਗੇ ਹੋ ਗਏ। ਜਦ ਵੀ ਕਦੀ ਮੈਂ ਕਿਸੇ ਨੂੰ ਬਾਰੀ ਰਾਹੀਂ ਅੰਦਰ ਆਉਂਦਿਆਂ ਵੇਖਦਾ, ਮੈਂ ਚੁੱਪ ਕਰਕੇ ਬੈਠਾ ਰਹਿੰਦਾ। ਇਸ ਦੇ ਬਦਲੇ ਮੈਨੂੰ ਕਦੀ ਮਾਸ ਦਾ ਟੁਕੜਾ ਅਤੇ ਕਦੀ ਇੱਕ ਅੱਧੀ ਹੱਡੀ ਖਾਣ ਨੂੰ ਮਿਲ ਜਾਂਦੀ। ਜੇ ਕਿਸੇ ਚੀਜ਼ ਦਾ ਇੱਕ ਵਾਰੀ ਭੇਦ ਪਾ ਲਿਆ ਜਾਏ ਤਾਂ ਬਾਕੀ ਦੀ ਗੱਲ ਸਹਿਲ ਹੋ ਜਾਂਦੀ ਹੈ। ਇਸ ਘਟਨਾ ਤੋਂ ਕੋਈ ਇੱਕ ਹਫ਼ਤਾ ਬਾਅਦ ਦੀ ਗੱਲ ਹੈ ਕਿ ਸ਼ਰਮਾਕਲ ਆਦਮੀ ਮੈਨੂੰ ਇੱਕ ਦਿਨ ਸਵੇਰੇ ਸਵੇਰੇ ਘਰੋਂ ਕਿਤੇ ਦੂਰ ਲੈ ਗਿਆ। ਕਾਫੀ ਫਾਸਲਾ ਤੈਅ ਕਰਨ ਪਿੱਛੋਂ ਅਸੀਂ ਇੱਕ ਬੜੇ ਆਲੀਸ਼ਾਨ ਮਕਾਨ ਲਾਗੇ ਪਹੁੰਚੇ ਜੋ ਇੱਕ ਬਹੁਤ ਹੀ ਵਿਸ਼ਾਲ ਮੈਦਾਨ ਵਿੱਚ ਖੜਾ ਆਪਣੀ ਮਿਸਾਲ ਆਪ ਰੱਖਦਾ ਸੀ। ਉਹ ਮਕਾਨ ਸਾਹਮਣੇ ਇੱਕ ਬਹੁਤ ਵੱਡਾ ਘਾਹ ਦਾ ਕਿਆਰਾ ਸੀ ਅਤੇ ਆਸ-ਪਾਸ ਦੂਰ ਦੂਰ ਤੱਕ ਖੇਤੀਆਂ ਅਤੇ ਰੁੱਖ ਸਨ ਅਤੇ ਉਹਦੇ ਪਿਛਲੇ ਪਾਸੇ ਇੱਕ ਘਣਾ ਜੰਗਲ ਸੀ। ਮੇਰੇ ਮਾਲਕ ਨੇ ਬੂਹੇ ਦੀ ਘੰਟੀ ਵਜਾਈ। ਬੂਹਾ ਖੁੱਲ੍ਹਿਆ ਅਤੇ ਅੰਦਰੋਂ ਇੱਕ ਬੁੱਢਾ ਆਦਮੀ ਬਾਹਰ ਆਇਆ। ਉਹਨੇ ਕਿਹਾ, ਆਓ, ਕਿਵੇਂ ਆਏ ਹੋ? ਮੇਰੇ ਮਾਲਕ ਨੇ ਕਿਹਾ, ਮੈਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਰਾਖੀ ਲਈ ਇੱਕ ਚੰਗੇ ਕੁੱਤੇ ਦੀ ਲੋੜ ਹੈ। ਉਹਨੇ ਉੱਤਰ ਦਿੱਤਾ, ਬੜੀ ਹੈਰਾਨੀ ਦੀ ਗੱਲ ਹੈ, ਤੁਹਾਨੂੰ ਇਹਦਾ ਕਿਵੇਂ ਪਤਾ ਲੱਗਾ ਹੈ? ਮੈਨੂੰ ਸੱਚਮੁੱਚ ਘਰ ਦੀ ਰਾਖੀ ਲਈ ਕੁੱਤੇ ਦੀ ਲੋੜ ਹੈ। ਮੇਰਾ ਕੁੱਤਾ ਅੱਜ ਸਵੇਰੇ ਹੀ ਪਤਾ ਨਹੀਂ ਕੀ ਖਾ ਬੈਠਾ ਹੈ ਕਿ ਖਾਂਦਿਆਂ ਹੀ ਵਿਚਾਰਾ ਢੇਰੀ ਹੋ ਗਿਆ ਹੈ। ਬੜੇ ਅਫਸੋਸ ਦੀ ਗੱਲ ਹੈ, ਮੇਰੇ ਮਾਲਕ ਨੇ ਕਿਹਾ। ਮੇਰਾ ਵਿਚਾਰ ਹੈ ਕਿ ਉਹ ਕੋਈ ਜ਼ਹਿਰੀਲੀ ਹੱਡੀ ਖਾ ਗਿਆ ਹੈ। ਉਸ ਘਰ ਦੇ ਰਾਖੀ ਨੇ ਪੁੱਛਿਆ, ਇਸ ਕੁੱਤੇ ਦਾ ਕੀ ਲੈਣਾ ਹੈ? ਮੇਰੇ ਮਾਲਕ ਨੇ ਉੱਤਰ ਦਿੱਤਾ, ਕੇਵਲ 5 ਸ਼ਿਲਿੰਗ। ਉਸ ਆਦਮੀ ਨੇ ਫਿਰ ਪੁੱਛਿਆ ਕਿ ਇਹ ਰਾਖੀ ਲਈ ਚੰਗਾ ਹੈ? ਮੇਰੇ ਮਾਲਕ ਨੇ ਉੱਤਰ ਦਿੱਤਾ, ਚੰਗਾ ਕੀ, ਕਮਾਲ ਦਾ ਹੈ। ਉਸ ਆਦਮੀ ਨੇ ਕਿਹਾ, ਵਾਕਈ ਲੱਗਦਾ ਤਾਂ ਬੜਾ ਡਰਾਉਣਾ ਹੈ। ਸੋ ਘਰ ਦੇ ਰਾਖੇ ਨੇ 5 ਸ਼ਿਲਿੰਗ ਦਿੱਤੇ ਅਤੇ ਮੇਰਾ ਮਾਲਕ ਮੈਨੂੰ ਇਸ ਰਾਖੇ ਕੋਲ ਛੱਡ ਕੇ ਚਲਾ ਗਿਆ। ਮੇਰੇ ਆਲੇ ਦੁਆਲੇ ਹਰ ਚੀਜ਼ ਨਵੀਂ ਸੀ। ਘਰ ਦਾ ਰਾਖਾ ਵੀ ਬੜੇ ਨੇਕ ਸੁਭਾਅ ਦਾ ਬੁੱਢਾ ਬਜ਼ੁਰਗ ਸੀ। ਮੇਰਾ ਧਿਆਨ ਆਪਣੇ ਆਲੇ ਦੁਆਲੇ ਨੇ ਇਤਨਾ ਖਿੱਚ ਲਿਆ ਕਿ ਪਹਿਲਾਂ ਕੁਝ ਚਿਰ ਤਾਂ ਮੈਨੂੰ ਸ਼ਰਮਾਕਲ ਆਦਮੀ ਦਾ ਵਿਛੋੜਾ ਪ੍ਰਤੀਤ ਨਾ ਹੋਇਆ, ਪਰ ਜਿਵੇਂ ਜਿਵੇਂ ਦਿਨ ਲੰਘਦਾ ਗਿਆ ਮੈਨੂੰ ਸ਼ੱਕ ਪੈ ਗਿਆ ਕਿ ਉਹ ਮੈਨੂੰ ਸਦਾ ਲਈ ਇੱਥੇ ਛੱਡ ਕੇ ਚਲਾ ਗਿਆ ਹੈ ਅਤੇ ਉਹਨੇ ਮੁੜ ਵਾਪਸ ਨਹੀਂ ਆਉਣਾ। ਇਸ ਖਿਆਲ ਨਾਲ ਮੈਂ ਬੜਾ ਉਦਾਸ ਹੋ ਗਿਆ। ਮੈਂ ਰੋਂਦਾ ਕੁਰਲਾਉਂਦਾ ਅਤੇ ਘਰ ਵਿੱਚ ਮਾਰਿਆ ਫਿਰਦਾ ਰਿਹਾ। ਇਹ ਘਰ ਬੜਾ ਦਿਲਚਸਪ ਸੀ ਅਤੇ ਇੱਕ ਖਾਸੇ ਵੱਡੇ ਘਰ ਨਾਲੋਂ ਕਿਤੇ ਵੱਡਾ ਸੀ, ਪਰ ਇਸ ਨਾਲ ਮੇਰੀ ਉਦਾਸੀ ਦੂਰ ਨਾ ਹੋ ਸਕੀ। ਤੁਸੀਂ ਇਸ ਗੱਲ ਤੋਂ ਹੈਰਾਨ ਹੁੰਦੇ ਹੋਵੋਗੇ ਕਿ ਉਸ ਆਦਮੀ ਨੂੰ ਜਿਸ ਹੱਥੋਂ ਮੈਂ ਇਤਨੀ ਕੁੱਟ ਖਾਧੀ ਹੋਵੇ ਮੈਂ ਕਿਉਂ ਯਾਦ ਕਰ ਰਿਹਾ ਸਾਂ। ਪਰ ਕੁੱਤੇ ਕੁੱਤੇ ਹੀ ਹੁੰਦੇ ਹਨ ਅਤੇ ਉਹਨਾਂ ਦੇ ਮਨ ਦੀ ਬਣਾਵਟ ਹੀ ਐਸੀ ਹੁੰਦੀ ਹੈ। ਸ਼ਾਮ ਪੈਣ ਤੱਕ ਤਾਂ ਮੇਰੀ ਹਾਲਤ ਬਹੁਤ ਹੀ ਬਦਤਰ ਹੋ ਗਈ। ਮੈਨੂੰ ਇੱਧਰੋਂ ਕਿਧਰੋਂ ਇੱਕ ਬੂਟ ਅਤੇ ਕੱਪੜੇ ਸਾਫ਼ ਕਰਨ ਵਾਲਾ ਇੱਕ ਬੁਰਸ਼ ਲੱਭਿਆ, ਪਰ ਖਾਣ ਪੀਣ ਨੂੰ ਕੁਝ ਵੀ ਹੱਥ ਨਾ ਆਇਆ। ਮੈਂ ਨਿਰਾਸ਼ ਹੋ ਕੇ ਇੱਕ ਨੁੱਕਰ ਲਾਗੇ ਬੈਠ ਗਿਆ। ਭਾਵੇਂ ਇਹ ਕਰਾਮਾਤ ਸਮਝੋ, ਪਰ ਇਹ ਆਮ ਹੁੰਦਾ ਹੈ ਕਿ ਜਦ ਤੁਸੀਂ ਬਿਲਕੁਲ ਨਿਰਾਸ਼ ਬੈਠੇ ਹੋਵੇ ਅਤੇ ਤੁਹਾਨੂੰ ਆਸ-ਪਾਸ ਦੀ ਕੋਈ ਝਲਕ ਨਾ ਦਿਖ ਰਹੀ ਹੋਵੇ ਤਾਂ ਅਚਾਨਕ ਹੀ ਪਾਸਾ ਪਲਟ ਜਾਂਦਾ ਹੈ ਅਤੇ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਹੈ ਜਿਹੜੀ ਤੁਹਾਡੀ ਉਦਾਸੀ ਫੌਰਨ ਦੂਰ ਕਰ ਦਿੰਦੀ ਹੈ।
ਮੈਂ ਚੁੱਪਚਾਪ ਬੈਠਾ ਹੋਇਆ ਸਾਂ ਕਿ ਅਚਾਨਕ ਮੋਟਰਸਾਈਕਲ ਦੇ ਚੱਲਣ ਦੀ ਆਵਾਜ਼ ਤੇ ਨਾਲ ਹੀ ਕਿਸੇ ਦੇ ਉੱਚੀ ਸਾਰੀ ਬੋਲਣ ਦੀ ਆਵਾਜ਼ ਮੇਰੇ ਕੰਨੀ ਪਈ। ਇਹ ਆਵਾਜ਼ ਮੇਰੇ ਪੁਰਾਣੇ ਮਿੱਤਰ ਫਰੈਡ ਦੀ ਸੀ, ਜੋ ਮੈਨੂੰ ਸਭ ਤੋਂ ਪਿਆਰਾ ਲੱਗਦਾ ਸੀ। ਮੈਂ ਇੱਕਦਮ ਉਹਦੀ ਆਵਾਜ਼ ਪਛਾਣ ਲਈ। ਮੈਂ ਬੂਹੇ ਖੋਲ੍ਹਣ ਦੀ ਕੋਸ਼ਿਸ਼ ਕਰ ਹੀ ਰਿਹਾ ਸਾਂ ਕਿ ਬੁੱਢਾ ਰਾਖਾ ਆਪਣੀ ਥਾਂ ਤੋਂ ਉੱਠ ਕੇ ਬੂਹੇ ਵੱਲ ਆਇਆ। ਬੂਹਾ ਖੁੱਲ੍ਹਦਿਆਂ ਹੀ ਮੈਂ ਖੁਸ਼ੀ ਨਾਲ ਪਾਗਲ ਜਿਹਾ ਹੋ ਕੇ ਬਾਹਰ ਵੱਲ ਦੌੜਿਆ ਤੇ ਘਾਹ ਦੀ ਕਿਆਰੀ ਦੇ 5 ਚੱਕਰ ਕੱਢੇ ਤੇ ਫਿਰ ਮੈਂ ਫਰੈਡ 'ਤੇ ਉਛਲ ਕੇ ਪਿਆ। ਮੈਂ ਪੁੱਛਿਆ, ਫਰੈਡ ਤੂੰ ਇੱਥੇ ਕਿੱਥੇ? ਕੀ ਇਹ ਬੁੱਢਾ ਤੇਰਾ ਪਿਤਾ ਹੈ? ਤੂੰ ਇੱਥੇ ਕਿੰਨਾ ਚਿਰ ਠਹਿਰੇਂਗਾ? ਮੇਰੀ ਮਾਤਾ ਦਾ ਕੀ ਹਾਲ ਹੈ? ਮੈਨੂੰ ਇਹ ਖੁੱਲ੍ਹੀ ਥਾਂ ਬੜੀ ਪਸੰਦ ਹੈ। ਕੀ ਤੂੰ ਸਿੱਧਾ ਘਰੋਂ ਆਇਆ ਹੈ? ਤੇਰੇ ਪਿਤਾ ਨੇ ਮੈਨੂੰ 5 ਸ਼ਿਲਿੰਗ ਤੋਂ ਖਰੀਦ ਲਿਆ ਹੈ। ਇਸ ਵਾਰ ਮੇਰਾ ਪਹਿਲਾਂ ਨਾਲੋਂ ਦੂਣਾ ਮੁੱਲ ਪਿਆ ਹੈ। ਫਰੈਡ ਕਹਿਣ ਲੱਗਾ, ਓਹੋ ਇਹ ਤਾਂ ਨਿੱਗਰ ਹੈ। ਮੇਰੇ ਪਹਿਲੇ ਘਰ ਮੈਨੂੰ ਇਸ ਦਾ ਨਾਮ ਨਾਲ ਸੱਦਦੇ ਹੁੰਦੇ ਸਨ। ਸੁਣਾ ਬਈ, ਇੱਥੇ ਕਿੱਥੇ? ਪਿਤਾ ਜੀ ਤੁਸੀਂ ਇਹ ਕੁੱਤਾ ਕਿੱਥੋਂ ਲਿਆ ਹੈ? ਅੱਜ ਹੀ ਸਵੇਰੇ ਇੱਕ ਆਦਮੀ ਇਹਨੂੰ ਮੇਰੇ ਪਾਸ ਵੇਚ ਗਿਆ ਸੀ। ਵਿਚਾਰਾ ਬੁੱਢਾ ਬਾਬ ਤਾਂ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਕੇ ਮਰ ਗਿਆ ਹੈ। ਇਹ ਕੁੱਤਾ ਸ਼ਾਇਦ ਉਸਦੀ ਥਾਂ ਕੰਮ ਦੇ ਜਾਏ। ਭੌਂਕਦਾ ਤਾਂ ਖੂਬ ਹੈ। ਮੇਰਾ ਤਾਂ ਖਿਆਲ ਹੈ ਕਿ ਇਹ ਠੀਕ ਰਹੇਗਾ। ਫਰੈਡ ਨੇ ਕਿਹਾ, ਇਹਦੀ ਮਾਤਾ ਨੇ ਤਾਂ ਲੰਡਨ ਵਿੱਚ ਰਾਖੀ ਲਈ ਬੜਾ ਨਾਮ ਖੱਟਿਆ ਹੈ। ਇਹ ਕੁੱਤਾ ਸਾਡੇ ਮਾਲਕ ਪਾਸ ਹੁੰਦਾ ਸੀ। ਇਹਨੂੰ ਇੱਥੇ ਵੇਖ ਕੇ ਬੜੀ ਖੁਸ਼ੀ ਹੋਈ ਹੈ। ਇਸ ਪਿੱਛੋਂ ਫਰੈਡ ਅਤੇ ਉਹਦਾ ਪਿਤਾ ਅੰਦਰ ਗਏ। ਖਾਣਾ ਖਾਣ ਪਿੱਛੋਂ ਫਰੈਡ ਮੇਰੇ ਪਾਸ ਆਇਆ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਉਹਨੇ ਦੱਸਿਆ ਕਿ ਉਹ ਕੇਵਲ ਇੱਕ ਰਾਤ ਲਈ ਹੀ ਇੱਥੇ ਆਇਆ ਹੈ। ਅਗਲੇ ਪਲਕ ਉਹਨੇ ਲੰਡਨ ਨੂੰ ਮੁੜ ਜਾਣਾ ਹੈ ਕਿਉਂਕਿ ਉਹਦੇ ਮਾਲਕ ਨੇ ਉਹਨੂੰ ਹੋਰ ਜ਼ਿਆਦਾ ਛੁੱਟੀ ਨਹੀਂ ਦਿੱਤੀ। ਫਿਰ ਉਹ ਆਪਣੇ ਬੁੱਢੇ ਪਿਤਾ ਨੂੰ ਕਹਿਣ ਲੱਗਾ, ਤੁਹਾਡੀ ਨੌਕਰੀ ਨਾਲੋਂ ਤਾਂ ਮੇਰੀ 1000 ਦਰਜੇ ਚੰਗੀ ਹੈ। ਕਿ ਤੁਹਾਨੂੰ ਇਸ ਇਕੱਲੀ ਥਾਂ ਚੋਰਾਂ ਡਾਕੂਆਂ ਤੋਂ ਡਰ ਨਹੀਂ ਲੱਗਦਾ? ਡਰ ਕਾਹਦਾ ਲੱਗਣਾ ਹੈ? ਇੱਕ ਤਾਂ ਮੇਰੇ ਕੋਲ ਬੰਦੂਕ ਹੈ, ਦੂਜਾ ਹੈ ਕੁੱਤਾ। ਇਹ ਦੋਵੇਂ ਕੋਲ ਹੋਣ ਤਾਂ ਮਨੁੱਖ ਆਪਣੇ ਆਪ 'ਤੇ ਯਕੀਨ ਵੱਧ ਜਾਂਦਾ ਹੈ। ਮੇਰਾ ਪੁੱਲਾ ਕੁੱਤਾ ਬਾਬ ਵੀ ਇਹੋ ਜਿਹਾ ਸੀ। ਪਿੰਡਾਂ ਵਿੱਚ ਕੁੱਤਾ ਇੱਕ ਵੱਡਾ ਸਹਾਰਾ ਹੁੰਦਾ ਹੈ। ਇੱਥੇ ਬਾਹਰੋਂ ਕੋਈ ਅਜਨਬੀ ਤਾਂ ਨਹੀਂ ਆਉਂਦੇ? ਫਰੈਡ ਨੇ ਪੁੱਛਿਆ। ਫਰੈਡ ਦੇ ਪੁੱਤਰ ਨੇ ਉੱਤਰ ਦਿੱਤਾ, ਪਿਛਲੇ 2 ਮਹੀਨਿਆਂ ਵਿੱਚ ਤਾਂ ਮੈਂ ਇੱਕੋ ਹੀ ਅਜਨਬੀ ਵੇਖਿਆ ਹੈ, ਉਹੀ ਜਿਹੜਾ ਮੈਨੂੰ ਕੁੱਤਾ ਵੇਚ ਗਿਆ ਹੈ। ਜਦ ਉਹ ਸ਼ਰਮਾਕਲ ਆਦਮੀ ਬਾਰੇ ਗੱਲਾਂ ਕਰ ਰਹੇ ਸਨ ਤਾਂ ਮੈਂ ਫਰੈਡ ਨੂੰ ਪੁੱਛਿਆ ਕਿ ਉਹ ਉਹਨੂੰ ਜਾਣਦਾ ਹੈ ਕਿ ਨਹੀਂ। ਮੈਂ ਕਿਹਾ, ਜੇ ਤੂੰ ਉਹਨੂੰ ਕਦੀ ਮਿਲੇ ਤਾਂ ਤੂੰ ਉਹਨੂੰ ਜ਼ਰੂਰ ਪਸੰਦ ਕਰੇ। ਉਹਨਾਂ ਦੋਹਾਂ ਨੇ ਮੇਰੀ ਵੱਲ ਤੱਕਿਆ। ਫਰੈਡ ਕਹਿਣ ਲੱਗਾ, ਪਤਾ ਨਹੀਂ ਇਹ ਕੀ ਬੋਲ ਰਿਹਾ ਹੈ। ਇਹਨੇ ਸਾਡੀ ਗੱਲਬਾਤ ਸੁਣ ਲਈ ਲੱਗਦੀ ਹੈ। ਇਹ ਸੁਣ ਕੇ ਫਰੈਡ ਦਾ ਪਿਤਾ ਖਿੜਖਿੜਾ ਕੇ ਹੱਸ ਪਿਆ ਤੇ ਕਹਿਣ ਲੱਗਾ, ਨਹੀਂ ਇਹ ਗੱਲ ਨਹੀਂ, ਇਹ ਸੁੱਤਾ ਪਿਆ ਕੁਝ ਬੁੜਬੁੜਾ ਰਿਹਾ ਹੋਣਾ ਹੈ। ਫਰੈਡ ਨੇ ਕਿਹਾ, ਦਿਨ ਵੇਲੇ ਤਾਂ ਮੈਨੂੰ ਇਹ ਥਾਂ ਕਾਫੀ ਚੰਗੀ ਲੱਗਦੀ ਹੈ, ਪਰ ਰਾਤ ਵੇਲੇ ਮੈਂ ਤਾਂ ਇੱਥੇ ਬਿਲਕੁਲ ਹੀ ਨਹੀਂ ਰਹਿ ਸਕਦਾ। ਇੱਥੇ ਇੰਨੀ ਚੁੱਪ ਚਾਂ ਹੈ, ਪਤਾ ਹੀ ਨਹੀਂ ਤੁਹਾਡਾ ਇੱਥੇ ਦਿਲ ਕਿਵੇਂ ਲੱਗਦਾ ਹੈ। ਫਰੈਡ ਦਾ ਪਿਤਾ ਇਹ ਸੁਣ ਕੇ ਫੇਰ ਹੱਸ ਪਿਆ। ਜੇ ਸੱਚਮੁੱਚ ਤੂੰ ਡਰਦਾ ਹੈ ਤਾਂ ਰਾਤ ਵੇਲੇ ਬੰਦੂਕ ਰੱਖ ਕੇ ਸੋਈ। ਮੈਨੂੰ ਇਹਦੀ ਲੋੜ ਨਹੀਂ। ਚੰਗਾ, ਮੈਂ ਬੰਦੂਕ ਸਰਾਣੇ ਰੱਖ ਲਵਾਂਗਾ। ਇਸ ਪਿੱਛੋਂ ਉਹ ਦੋਵੇਂ ਉੱਪਰਲੀ ਮੰਜ਼ਲ 'ਤੇ ਚਲੇ ਗਏ। ਮੇਰੇ ਸੌਣ ਲਈ ਹਾਲ ਕਮਰੇ ਵਿੱਚ ਇੱਕ ਟੋਕਰੀ ਸੀ ਜਿਹੜੀ ਪਹਿਲਾਂ ਬੌਬ ਦੀ ਹੁੰਦੀ ਸੀ। ਇਹ ਬੜੀ ਆਰਾਮਦਾਇਕ ਸੀ, ਪਰ ਫਰੈਡ ਦੇ ਆਉਣ ਕਰਕੇ ਮੈਂ ਇਤਨਾ ਖੁਸ਼ ਸਾਂ ਕਿ ਮੇਰੀ ਨੀਂਦ ਹੀ ਜਾਂਦੀ ਰਹੀ। ਨਾਲੇ ਕਿਤੇ ਨੇੜਿਓਂ ਹੀ ਮੈਨੂੰ ਚੂਹਿਆਂ ਦੀ ਮੁਸ਼ਕ ਆ ਰਹੀ ਸੀ, ਇਸ ਲਈ ਮੈਂ ਇੱਧਰ ਸੁੰਘ ਕੇ ਪਤਾ ਲਾਉਣਾ ਚਾਹੁੰਦਾ ਸਾਂ ਕਿ ਉਹਨਾਂ ਦੀ ਖੁੱਡ ਕਿੱਥੇ ਹੈ। ਮੈਂ ਕੰਧ ਦੇ ਇੱਕ ਕੁਰਨੇ ਵਿੱਚ ਮੂੰਹ ਪਾ ਕੇ ਸੁੰਘ ਹੀ ਰਿਹਾ ਸਾਂ ਕਿ ਅਚਾਨਕ ਅੱਧੀ ਰਾਤ ਕਿਸੇ ਵੇਲੇ ਕਿਸੇ ਦੇ ਖੁਰਚਣ ਦੀ ਆਵਾਜ਼ ਮੇਰੇ ਕੰਨੀ ਪਈ। ਮੈਂ ਸਮਝਿਆ ਕਿ ਇਹ ਆਵਾਜ਼ ਚੂਹਿਆਂ ਦੀ ਹੈ, ਪਰ ਧਿਆਨ ਨਾਲ ਸੁਣਨ ਤੋਂ ਪਤਾ ਲੱਗਾ ਕਿ ਆਵਾਜ਼ ਬਾਰੀ ਵੱਲੋਂ ਆ ਰਹੀ ਹੈ। ਕੋਈ ਬਾਰੀ ਨੂੰ ਬਾਹਰੋਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੇ ਮੇਰੀ ਥਾਂ ਉਸ ਵੇਲੇ ਮੇਰੀ ਮਾਤਾ ਹੁੰਦੀ ਤਾਂ ਉਹਨੇ ਭੌਂਕ ਕੇ ਸੰਗ ਸੁਕਾ ਲੈਣਾ ਸੀ। ਮੈਂ ਵੀ ਇੰਝ ਹੀ ਡਰਦਾ ਜੋ ਸ਼ਰਮਾਕਲ ਆਦਮੀ ਨੇ ਮੇਰੀ ਆਦਤ ਨਾ ਬਦਲ ਦਿੱਤੀ ਹੁੰਦੀ। ਮੇਰੇ ਦਿਮਾਗ ਵਿੱਚ ਵੀ ਨਹੀਂ ਸੀ ਆ ਸਕਦਾ ਕਿ ਉਹ ਸ਼ਰਮਾਕਲ ਆਦਮੀ ਹੀ ਹੈ ਜੋ ਬਾਰੀ ਰਾਹੀਂ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਹ ਤਾਂ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਸੀ ਤੇ ਉਹਨੇ ਵਾਪਸ ਆਉਣ ਬਾਰੇ ਬਿਲਕੁਲ ਗੱਲ ਹੀ ਨਹੀਂ ਸੀ ਕੀਤੀ। ਜਲਦੀ ਹੀ ਬਾਰੀ ਨੂੰ ਖੋਲ੍ਹ ਕੇ ਕੋਈ ਜਣਾ ਉਸ ਰਾਹੀਂ ਅੰਦਰ ਆ ਵੜਿਆ। ਮੈਂ ਉੱਚੀ ਸਾਰੀ ਨਿੱਛ ਮਾਰੀ ਤੇ ਪਛਾਣ ਗਿਆ ਕਿ ਇਹ ਸ਼ਰਮਾਕਲ ਆਦਮੀ ਹੀ ਹੈ। ਉਹ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ। ਖੁਸ਼ੀ ਵਿੱਚ ਮੈਂ ਭੌਂਕਣ ਲੱਗਾ ਸਾਂ ਕਿ ਮੈਨੂੰ ਯਾਦ ਆਇਆ ਕਿ ਉਹ ਰੌਲਾ ਗੋਲਾ ਬਿਲਕੁਲ ਪਸੰਦ ਨਹੀਂ ਕਰਦਾ, ਇਸ ਲਈ ਮੈਂ ਚੁੱਪ ਕਰ ਗਿਆ। ਮੈਂ ਉਛਲ ਕੇ ਉਹਦੀ ਵੱਲ ਗਿਆ, ਪਰ ਉਸਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਚੁੱਪਚਾਪ ਲੇਟ ਜਾਵਾਂ। ਮੈਂ ਉਹਦੇ ਹੁਕਮ ਦੀ ਫੌਰਨ ਤਮੀਲ ਕੀਤੀ। ਹਨੇਰਾ ਬੜਾ ਸੀ, ਪਰ ਉਹ ਆਪਣੇ ਨਾਲ ਹੱਥ ਬੱਤੀ ਲਿਆਇਆ ਹੋਇਆ ਸੀ, ਜਿਸ ਦੀ ਮਦਦ ਨਾਲ ਉਹ ਕਮਰੇ ਵਿੱਚ ਇੱਧਰ ਉੱਧਰ ਫਿਰ ਕੇ ਸਮਾਨ ਇਕੱਠਾ ਕਰਕੇ ਆਪਣੇ ਥੈਲੇ ਵਿੱਚ ਪਾਈ ਜਾਂਦਾ ਸੀ। ਕਦੀ ਕਦੀ ਉਹ ਸਾਹ ਘੁੱਟ ਕੇ ਖੜੋ ਜਾਂਦਾ ਸੀ ਤੇ ਚੁਕੰਨਾ ਹੋ ਕੇ ਕਿਸੇ ਆਵਾਜ਼ ਨੂੰ ਸੁਣਨ ਲੱਗ ਪੈਂਦਾ ਸੀ ਤੇ ਫਿਰ ਚੀਜ਼ਾਂ ਇਕੱਠੀਆਂ ਕਰਕੇ ਥੈਲੇ ਵਿੱਚ ਪਾਉਣ ਲੱਗ ਪੈਂਦਾ ਸੀ। ਉਹ ਇਹ ਕੰਮ ਚੁੱਪ ਚੁਪੀਤੇ ਪਰ ਬੜੀ ਫੁਰਤੀ ਨਾਲ ਕਰ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹ ਇਹ ਨਹੀਂ ਸੀ ਚਾਹੁੰਦਾ ਕਿ ਫਰੈਡ ਜਾਂ ਉਹਦਾ ਪਿਤਾ ਥੱਲੇ ਆ ਕੇ ਉਹਨੂੰ ਮਿਲੇ। ਮੈਂ ਉਸਦੇ ਚਰਿੱਤਰ ਤੇ ਇਸ ਅਨੋਖੇਪਨ ਬਾਰੇ ਸੋਚਣ ਲੱਗ ਪਿਆ। ਮੈਂ ਸੋਚਿਆ, ਵੇਖੋ ਕਿੱਡਾ ਸ਼ਰਮਾਕਲ ਹੈ ਕਿ ਦੂਜਿਆਂ ਦੇ ਘਰ ਰਾਤ ਵੇਲੇ ਹੀ ਵੜਦਾ ਹੈ ਜਦ ਘਰ ਦੇ ਸਭ ਜੀਅ ਸੁੱਤੇ ਹੋਣ।
ਮੈਂ ਹੋਰ ਤਾਂ ਸਭ ਗੱਲਾਂ ਨੂੰ ਸਮਝ ਲੈਂਦਾ ਹਾਂ, ਪਰ ਕਿਸੇ ਦਾ ਸ਼ਰਮਾਕਲ ਹੋਣਾ ਮੇਰੀ ਸਮਝ ਤੋਂ ਬਾਹਰ ਹੈ। ਮੇਰਾ ਸ਼ੁਰੂ ਤੋਂ ਹੀ ਇਹ ਵਿਚਾਰ ਰਿਹਾ ਹੈ ਕਿ ਹਰ ਮਨੁੱਖ ਜੇ ਪੂਰੀ ਕੋਸ਼ਿਸ਼ ਕਰੇ ਤਾਂ ਉਸਦਾ ਸ਼ਰਮਾਕਲਪਣ ਕਿਸੇ ਹੱਦ ਤੱਕ ਦੂਰ ਹੋ ਸਕਦਾ ਹੈ। ਇਸ ਮਨੁੱਖ ਵਿੱਚ ਘਾਟਾ ਇਹ ਸੀ ਕਿ ਉਹ ਇਸ ਬਾਰੇ ਜ਼ਰਾ ਵੀ ਕੋਸ਼ਿਸ਼ ਨਹੀਂ ਸੀ ਕਰਦਾ। ਵੈਸੇ ਉਹ ਮੈਨੂੰ ਚੰਗਾ ਬੜਾ ਲੱਗਦਾ ਸੀ। ਹਾਂ, ਉਹਨੂੰ ਸਮਝਣਾ ਕੁਝ ਔਖਾ ਜ਼ਰੂਰ ਸੀ, ਪਰ ਮੈਂ ਉਹਦੇ ਨਾਲ ਕਾਫੀ ਸਮਾਂ ਰਿਹਾ ਸਾਂ, ਇਸ ਲਈ ਮੇਰਾ ਉਹਦੇ ਨਾਲ ਡੂੰਘਾ ਸਨੇਹ ਹੋ ਗਿਆ ਸੀ। ਇਹ ਸੋਚਦਿਆਂ ਅਚਾਨਕ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਇਹਦਾ ਸ਼ਰਮਾਕਲਪਣ ਦੂਰ ਕਰਨ ਲਈ ਕਿਉਂ ਨਾ ਇਹਦੀ ਮਦਦ ਕਰਾਂ। ਫਰੈਡ ਕੋਠੇ 'ਤੇ ਸੀ। ਉਹ ਐਸਾ ਬੰਦਾ ਸੀ ਕਿ ਝਟਪਟ ਹਰ ਇੱਕ ਨਾਲ ਖੁੱਲ੍ਹ ਜਾਂਦਾ ਸੀ। ਉਹਦੇ ਨਾਲ ਕੋਈ ਵੀ ਸ਼ਰਮ ਨਹੀਂ ਸੀ ਕਰਦਾ। ਮੈਂ ਸੋਚਿਆ ਕਿ ਕਿਉਂ ਨਾ ਮੈਂ ਉਹਨੂੰ ਜਾ ਕੇ ਸੱਦ ਲਿਆਵਾਂ ਅਤੇ ਇਹਨੂੰ ਦੋਵਾਂ ਨੂੰ ਆਪਸ ਵਿੱਚ ਮਿੱਤਰ ਬਣਨ ਦਾ ਮੌਕਾ ਦੇਵਾਂ। ਇਸ ਨਾਲ ਇਹਦਾ ਆਪਣੇ ਆਪ ਵਿੱਚ ਯਕੀਨ ਵੀ ਵੱਧ ਜਾਏਗਾ। ਹੁਣ ਮੁਸ਼ਕਿਲ ਇਹ ਸੀ ਕਿ ਇਸ ਆਦਮੀ ਨੂੰ ਘਬਰਾਏ ਬਿਨਾਂ ਮੈਂ ਫਰੈਡ ਨੂੰ ਕਿਵੇਂ ਥੱਲੇ ਸੱਦ ਲਿਆਵਾਂ। ਮੈਨੂੰ ਪਤਾ ਸੀ ਕਿ ਜੇ ਮੈਂ ਭੌਂਕਿਆ ਤਾਂ ਇਹਨੇ ਫਰੈਡ ਦੇ ਆਉਣ ਤੱਕ ਬਾਰੀ ਵਿੱਚੋਂ ਇੱਕ ਛਾਲ ਮਾਰ ਕੇ ਕਿਤੇ ਤੱਕ ਕਿਤੇ ਨਿਕਲ ਜਾਣਾ ਹੈ। ਮੈਂ ਕੇਵਲ ਇਹੀ ਕਰ ਸਕਦਾ ਸਾਂ ਕਿ ਮੈਂ ਦੱਬੇ ਪੈਰ ਫਰੈਡ ਦੇ ਕਮਰੇ ਵਿੱਚ ਜਾਵਾਂ ਅਤੇ ਉਹਨੂੰ ਹੌਲੀ ਜਿਹੀ ਉਠਾ ਕੇ ਨਾਲ ਲੈ ਆਵਾਂ। ਉਹ ਆਦਮੀ ਆਪਣੇ ਕੰਮ ਵਿੱਚ ਇਤਨਾ ਰੁੱਝਿਆ ਹੋਇਆ ਸੀ ਕਿ ਉਹਦਾ ਮੇਰੀ ਵੱਲ ਬਿਲਕੁਲ ਧਿਆਨ ਨਹੀਂ ਸੀ। ਉਹ ਗੋਡਿਆਂ ਦੇ ਭਾਰ ਬੈਠ ਕੇ ਅਤੇ ਮੇਰੀ ਵੱਲ ਪਿੱਠ ਕਰਕੇ ਆਪਣੇ ਥੈਲੇ ਵਿੱਚ ਕੁਝ ਪਾ ਰਿਹਾ ਸੀ। ਇਹ ਮੌਕਾ ਤਾੜ ਕੇ ਮੈਂ ਹੌਲੀ ਜਿਹੀ ਕਮਰੇ ਵਿੱਚੋਂ ਖਿਸਕ ਕੇ ਕੋਠੇ 'ਤੇ ਚਲਾ ਗਿਆ। ਫਰੈਡ ਦੇ ਕਮਰੇ ਦਾ ਬੂਹਾ ਬੰਦ ਸੀ। ਮੈਨੂੰ ਉਹਦੇ ਕੁਰਾੜਿਆਂ ਦੀ ਆਵਾਜ਼ ਸਾਫ਼ ਆ ਰਹੀ ਸੀ। ਪਹਿਲਾਂ ਮੈਂ ਹੌਲੀ ਹੌਲੀ ਬੂਹੇ ਨੂੰ ਨੌਂਦਰਾਂ ਮਾਰੀਆਂ ਅਤੇ ਫਿਰ ਜ਼ਰਾ ਜ਼ੋਰ ਦੀ। ਇਸ ਨਾਲ ਉਹਦੇ ਕੁਰਾੜੇ ਬੰਦ ਹੋ ਗਏ। ਉਹ ਮੰਜੇ ਤੋਂ ਉੱਠਿਆ ਅਤੇ ਉਹਨੇ ਬੂਹਾ ਖੋਲ੍ਹ ਦਿੱਤਾ। ਮੈਂ ਕਿਹਾ, ਖੜਾਕ ਬਿਲਕੁਲ ਨਾ ਕਰੀ, ਥੱਲੇ ਆ, ਮੈਂ ਤੈਨੂੰ ਇੱਕ ਆਪਣੇ ਮਿੱਤਰ ਨਾਲ ਮਿਲਾਉਣਾ ਚਾਹੁੰਦਾ ਹਾਂ। ਪਹਿਲਾਂ ਤਾਂ ਕੁਝ ਖਿੱਚ ਕੇ ਬੋਲਿਆ, ਸੁੱਤੇ ਪਏ ਦੀ ਨੀਂਦ ਖਰਾਬ ਕਰਨੀ ਇੱਕ ਐਸੀ ਬੇਹੂਦਗੀ ਹੈ। ਮੈਂ ਇਹ ਕਹਿੰਦਿਆਂ ਉਹ ਸੱਚਮੁੱਚ ਸੌਣ ਲਈ ਮੁੜ ਆਪਣੇ ਬਿਸਤਰੇ ਵੱਲ ਤੁਰ ਪਿਆ। ਮੈਂ ਕਿਹਾ, ਨਹੀਂ, ਮੈਂ ਸੱਚ ਕਹਿੰਦਾ ਹਾਂ ਫਰੈਡ, ਮੈਂ ਮਖੌਲ ਨਹੀਂ ਕਰ ਰਿਹਾ। ਥੱਲੇ ਸੱਚਮੁੱਚ ਇੱਕ ਆਦਮੀ ਹੈ। ਉਹ ਬਾਰੀ ਥਾਣੀ ਕਮਰੇ ਵਿੱਚ ਆਇਆ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਉਸ ਨੂੰ ਮਿਲੇ। ਉਹ ਸੁਭਾਅ ਦਾ ਬੜਾ ਸ਼ਰਮਾਕਲ ਹੈ। ਮੈਨੂੰ ਯਕੀਨ ਹੈ ਕਿ ਤੇਰੇ ਨਾਲ ਗੱਲਬਾਤ ਕਰਨੀ ਉਸਨੂੰ ਜ਼ਰੂਰ ਲਾਭਦਾਇਕ ਸਿੱਧ ਹੋਏਗੀ। ਤੂੰ ਕੀ ਦਿਮਾਗ ਖਾ ਰਿਹਾ ਹੈ? ਫਰੈਡ ਨੇ ਖਿੱਚ ਕੇ ਕਿਹਾ, ਪਰ ਫਿਰ ਉਹ ਅਚਾਨਕ ਰੁਕਿਆ ਅਤੇ ਕੰਨ ਲਾ ਕੇ ਕੁਝ ਸੁਣਨ ਲੱਗ ਪਿਆ। ਥੱਲਿਓ ਸੱਚਮੁੱਚ ਸ਼ਰਮਾਕਲ ਆਦਮੀ ਦੇ ਇੱਧਰ ਉੱਧਰ ਫਿਰਨ ਦੀ ਆਵਾਜ਼ ਆ ਰਹੀ ਸੀ। ਫਰੈਡ ਇੱਕਦਮ ਚੇਤੰਨ ਹੋ ਗਿਆ ਅਤੇ ਅੰਦਰ ਜਾ ਕੇ ਹੱਥ ਵਿੱਚ ਕੁਝ ਚੁੱਕ ਲਿਆਇਆ ਅਤੇ ਦੱਬੇ ਪੈਰ ਪੌੜੀਆਂ ਤੋਂ ਥੱਲੇ ਉਤਰ ਗਿਆ। ਮੈਂ ਵੀ ਉਹਦੇ ਮਗਰ ਗਿਆ। ਸ਼ਰਮਾਕਲ ਆਦਮੀ ਹਾਲੀ ਵੀ ਥੈਲੇ ਵਿੱਚ ਚੀਜ਼ਾਂ ਪਾ ਰਿਹਾ ਸੀ। ਮੈਂ ਫਰੈਡ ਨਾਲ ਉਹਦੀ ਮੁਲਾਕਾਤ ਕਰਾਉਣ ਹੀ ਲੱਗਾ ਸਾਂ ਕਿ ਉਹਨੇ ਮੂਰਖਾਂ ਵਾਂਗ ਉੱਚੀ ਸਾਰੀ ਰੌਲਾ ਪਾ ਦਿੱਤਾ। ਮੈਨੂੰ ਉਸ 'ਤੇ ਇਤਨਾ ਕ੍ਰੋਧ ਆਇਆ ਕਿ ਮੈਂ ਬੜੀ ਮੁਸ਼ਕਿਲ ਨਾਲ ਉਹਨੂੰ ਕੁੱਟਣੋਂ ਰੁਕਿਆ। ਮੈਂ ਕਿਹਾ, ਤੂੰ ਇਹ ਕੀ ਕੀਤਾ ਹੈ? ਮੈਂ ਤੈਨੂੰ ਕਿਹਾ ਸੀ ਕਿ ਉਹ ਸ਼ਰਮਾਕਲ ਹੈ ਅਤੇ ਤੂੰ ਉਹਨੂੰ ਡਰਾ ਕੇ ਹੀ ਭਜਾ ਦਿੱਤਾ ਹੈ। ਸ਼ਰਮਾਕਲ ਆਦਮੀ ਨੇ ਫਰੈਡ ਦੀ ਆਵਾਜ਼ ਸੁਣਦਿਆਂ ਹੀ ਬਾਰੀ ਨਹੀਂ ਇੱਕ ਛਾਲ ਮਾਰੀ ਅਤੇ ਉਹ ਗਿਆ। ਮੈਂ ਬਥੇਰਾ ਰੌਲਾ ਪਾਇਆ ਕਿ ਇਹ ਤਾਂ ਮੈਂ ਅਤੇ ਫਰੈਡ ਹਾਂ, ਕੋਈ ਓਪਰੇ ਨਹੀਂ, ਪਰ ਉਹਨੇ ਇੱਕ ਨਾ ਸੁਣੀ। ਇਤਨੇ ਨੂੰ ਬੰਦੂਕ ਦਾ ਜ਼ੋਰ ਦੀ ਧਮਾਕਾ ਹੋਇਆ। ਮੈਂ ਬੜਾ ਦੁਖੀ ਸਾਂ ਕਿਉਂਕਿ ਇੱਕ ਪਲ ਵਿੱਚ ਬਣੀ ਬਣਾਈ ਸਭ ਖੇਡ ਵਿਗੜ ਗਈ। ਮੈਨੂੰ ਤਾਂ ਇੰਝ ਲੱਗਾ ਕਿ ਫਰੈਡ ਦਾ ਸਿਰ ਫਟ ਗਿਆ ਹੈ। ਉਹਨੇ ਬਿਲਕੁਲ ਮੂਰਖਾਂ ਵਾਂਗ ਕੀਤਾ। ਮੈਂ ਬਾਰੀ ਨਹੀਂ ਬਾਹਰ ਛਾਲ ਮਾਰ ਕੇ ਸ਼ਰਮਾਕਲ ਆਦਮੀ ਦੇ ਮਗਰ ਦੌੜਿਆ ਤਾਂ ਜੋ ਮੈਂ ਉਹਨੂੰ ਆਪਣੀ ਸਾਰੀ ਗੱਲਬਾਤ ਸਮਝਾ ਦੇਵਾਂ, ਪਰ ਮੈਂ ਉਹਨੂੰ ਲੱਭ ਨਾ ਸਕਿਆ। ਫਰੈਡ ਵੀ ਮੇਰੇ ਮਗਰ ਬਾਹਰ ਬਾਗ ਵਿੱਚ ਆ ਪਹੁੰਚਿਆ। ਬਾਹਰ ਘੁੱਪ ਹਨੇਰਾ ਸੀ। ਹੱਥ ਨੂੰ ਹੱਥ ਨਹੀਂ ਸੀ ਦਿਖਾਈ ਦਿੰਦਾ। ਮੈਨੂੰ ਵਿਸ਼ਵਾਸ ਸੀ ਕਿ ਸ਼ਰਮਾਕਲ ਆਦਮੀ ਜ਼ਰੂਰ ਕਿਤੇ ਨੇੜੇ ਤੇੜੇ ਲੁਕਿਆ ਹੋਣਾ ਹੈ। ਮੈਂ ਆਪਣੀ ਸੁੰਘਣ ਸ਼ਕਤੀ ਦੁਆਰਾ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਜਲਦੀ ਹੀ ਮੈਂ ਸਫਲ ਹੋ ਗਿਆ। ਫਰੈਡ ਦਾ ਬੁੱਢਾ ਪਿਤਾ ਵੀ ਹੱਥ ਬੱਤੀ ਲਈ ਉੱਥੇ ਪਹੁੰਚ ਗਿਆ। ਮੈਂ ਸੁੰਘਦਾ ਇੱਕ ਸੰਘਣੇ ਰੁੱਖ ਦੇ ਤਣੇ ਕੋਲ ਜਾ ਰੁਕਿਆ। ਹਨੇਰੇ ਕਰਕੇ ਉੱਪਰ ਕੁਝ ਵੀ ਨਹੀਂ ਸੀ ਦਿਸਦਾ। ਫਿਰ ਵੀ ਮੈਂ ਉੱਚੀ ਸਾਰੀ ਕਿਹਾ, ਤੁਸੀਂ ਖਾਹ ਡਰ ਗਏ ਹੋ। ਇਹ ਤਾਂ ਮੇਰਾ ਪੁਰਾਣਾ ਮਿੱਤਰ ਫਰੈਡ ਸੀ। ਇਹ ਉਸੇ ਥਾਂ ਕੰਮ ਕਰਦਾ ਹੈ ਜਿੱਥੋਂ ਤੁਸੀਂ ਮੈਨੂੰ ਖਰੀਦਿਆ ਸੀ। ਉਹਦੀ ਬੰਦੂਕ ਤਾਂ ਆਪਣੇ ਆਪ ਚੱਲ ਗਈ ਹੈ। ਉਹਨੇ ਤੁਹਾਡੇ 'ਤੇ ਥੋੜ੍ਹੀ ਚਲਾਈ ਸੀ। ਪਰ ਉੱਪਰੋਂ ਜ਼ਰਾ ਜਿੰਨੀ ਵੀ ਆਵਾਜ਼ ਨਾ ਆਈ। ਮੈਂ ਸਮਝਿਆ ਕਿ ਸ਼ਾਇਦ ਮੈਨੂੰ ਗਲਤੀ ਲੱਗੀ ਹੈ। ਫਰੈਡ ਨੂੰ ਮੈਂ ਦੂਰੋਂ ਆਪਣੇ ਪਿਤਾ ਨੂੰ ਕਹਿੰਦਿਆਂ ਸੁਣਿਆ। ਉਹ ਨਿਕਲ ਗਿਆ ਲੱਗਦਾ ਹੈ, ਪਰ ਅਚਾਨਕ ਮੈਨੂੰ ਰੁੱਖ ਉੱਪਰੋਂ ਇਸ ਤਰ੍ਹਾਂ ਦੀ ਆਵਾਜ਼ ਆਈ ਕਿ ਜਿਵੇਂ ਉਹ ਕੋਈ ਟਹਿਣੀਆਂ ਵਿੱਚੋਂ ਹਿੱਲ ਰਿਹਾ ਹੈ। ਇਹ ਸੁਣ ਕੇ ਮੈਂ ਕਿਹਾ, ਨਹੀਂ, ਉਹ ਇੱਥੇ ਹੀ ਹੈ, ਰੁੱਖ ਉੱਪਰ। ਮੇਰੀ ਆਵਾਜ਼ ਸੁਣ ਕੇ ਫਰੈਡ ਨੇ ਆਪਣੇ ਪਿਤਾ ਨੂੰ ਕਿਹਾ, ਮੇਰਾ ਖਿਆਲ ਹੈ ਕਿ ਕੁੱਤੇ ਨੇ ਉਹਨੂੰ ਲੱਭ ਲਿਆ ਹੈ, ਆ ਜਾਓ ਇੱਧਰ। ਫਰੈਡ ਰੁੱਖ ਕੋਲ ਆ ਕੇ ਉੱਚੀ ਸਾਰੀ ਕਹਿਣ ਲੱਗਾ, ਜਿਹੜਾ ਵੀ ਤੂੰ ਉੱਪਰ ਲੁਕਿਆ ਹੋਇਆ ਹੈ ਉੱਤਰ ਆ ਥੱਲੇ। ਪਰ ਉੱਪਰੋਂ ਕੋਈ ਆਵਾਜ਼ ਨਾ ਆਈ। ਮੈਂ ਕਿਹਾ, ਹੈ ਉਹ ਉੱਪਰ ਹੀ, ਪਰ ਉਹ ਸ਼ਰਮਾਕਲ ਜਿਹਾ ਹੈ। ਫਰੈਡ ਨੇ ਇੱਕ ਵਾਰੀ ਫਿਰ ਉੱਚੀ ਸਾਰੀ ਕਿਹਾ, ਚੰਗਾ, ਜੇ ਤੇਰਾ ਉੱਪਰ ਹੀ ਠਹਿਰਨ ਦੀ ਸਲਾਹ ਹੈ ਤਾਂ ਤੇਰੀ ਮਰਜ਼ੀ, ਪਰ ਮੈਂ ਟਹਿਣੀਆਂ ਵੱਲ ਬੰਦੂਕ ਦਾ ਮੂੰਹ ਕਰਕੇ ਗੋਲੀ ਚਲਾ ਦੇਣੀ ਹੈ। ਇਹ ਸੁਣਦਿਆਂ ਹੀ ਸ਼ਰਮਾਕਲ ਆਦਮੀ ਰੁੱਖ ਤੋਂ ਉਤਰਨ ਲੱਗ ਪਿਆ। ਜਿਵੇਂ ਹੀ ਉਹ ਥੱਲੇ ਉਤਰਿਆ, ਮੈਂ ਉਛਲ ਕੇ ਉਹਦੇ ਮੂੰਹ ਨੂੰ ਚੱਟਣ ਲੱਗ ਪਿਆ। ਮੈਂ ਕਿਹਾ, ਹਾਂ, ਇਹ ਤਾਂ ਗੱਲ ਹੋਈ ਨਾ, ਇਹ ਹੀ ਮੇਰਾ ਮਿੱਤਰ ਫਰੈਡ, ਤੂੰ ਇਹਨੂੰ ਜ਼ਰੂਰ ਪਸੰਦ ਕਰੇਂਗਾ, ਇਹ ਬੜਾ ਚੰਗਾ ਹੈ। ਪਰ ਗੱਲ ਕੁਝ ਗਲਤ ਜਿਹੀ ਹੋ ਗਈ। ਉਹਨਾਂ ਦੋਹਾਂ ਨੇ ਆਪਸ ਵਿੱਚ ਕੋਈ ਗੱਲਬਾਤ ਨਾ ਕੀਤੀ। ਸ਼ਰਮਾਕਲ ਆਦਮੀ ਅੱਗੇ ਅਤੇ ਫਰੈਡ ਬੰਦੂਕ ਦੀ ਨਾਲੀ
ਉਹਦੇ ਕੰਨ ਵੱਲ ਕਰੀ ਮਕਾਨ ਅੰਦਰ ਚਲੇ ਗਏ। ਮੈਂ ਸਮਝਿਆ ਕਿ ਅੰਦਰ ਜਾ ਕੇ ਕੋਈ ਗੱਲਬਾਤ ਕਰਨਗੇ, ਪਰ ਉੱਥੇ ਵੀ ਚੁੱਪਚਾਪ ਵਰਤੀ ਰਹੀ। ਇੱਕ ਕੁਰਸੀ 'ਤੇ ਸ਼ਰਮਾਕਲ ਆਦਮੀ ਬੈਠ ਗਿਆ ਅਤੇ ਦੂਜੀ 'ਤੇ ਫਰੈਡ। ਥੋੜ੍ਹੇ ਚਿਰ ਪਿੱਛੋਂ ਇੱਕ ਮੋਟਰ ਵਿੱਚ ਕੁਝ ਆਦਮੀ ਆਏ ਅਤੇ ਸ਼ਰਮਾਕਲ ਆਦਮੀ ਵੀ ਉਹਨਾਂ ਨਾਲ ਹੀ ਚਲਾ ਗਿਆ। ਉਹਨੇ ਜਾਣ ਲੱਗਿਆ ਮੈਨੂੰ ਬੁਲਾਇਆ ਤੱਕ ਵੀ ਨਾ। ਜਦ ਉਹ ਚਲਾ ਗਿਆ ਤਾਂ ਫਰੈਡ ਅਤੇ ਉਹਦੇ ਪਿਤਾ ਮੇਰੇ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ। ਦੁਨੀਆ ਵਿੱਚ ਅਜੀਬ ਕਿਸਮਾਂ ਦੇ ਆਦਮੀ ਹੁੰਦੇ ਹਨ। ਸ਼ਰਮਾਕਲ ਆਦਮੀ ਤਾਂ ਮੇਰੇ ਨਾਲ ਨਾਰਾਜ਼ ਲੱਗਦਾ ਸੀ, ਪਰ ਮੈਂ ਉਹਨੂੰ ਫਰੈਡ ਨਾਲ ਮਿਲਾਉਣ ਦੀ ਕੋਸ਼ਿਸ਼ ਕਿਉਂ ਕੀਤੀ ਹੈ। ਪਰ ਫਰੈਡ ਬੜਾ ਖੁਸ਼ ਸੀ ਕਿ ਮੈਂ ਉਹਦੀ ਸ਼ਰਮਾਕਲ ਆਦਮੀ ਨਾਲ ਮੁਲਾਕਾਤ ਕਰਵਾ ਦਿੱਤੀ ਹੈ। ਫਰੈਡ ਦੇ ਪਿਤਾ ਨੇ ਮੈਨੂੰ ਮਾਸ ਵਾਲੀ ਇੱਕ ਵੱਡੀ ਹੱਡੀ ਖਾਣ ਲਈ ਦਿੱਤੀ। ਕੁੱਤੇ ਨੂੰ ਚਿੱਥਣ ਲਈ ਹੱਡੀ ਮਿਲੇ ਤਾਂ ਉਹਨੂੰ ਹੋਰ ਕੀ ਚਾਹੀਦਾ ਹੈ। ਮੇਰੀ ਮਾਂ ਕਹਿੰਦੀ ਹੁੰਦੀ ਸੀ, ਉਸ ਗੱਲ ਬਾਰੇ ਸਿਰ ਖਪਾਉਣ ਦਾ ਕੀ ਲਾਭ ਜਿਸ ਦਾ ਸਾਡੇ ਨਾਲ ਕੋਈ ਦਖਲ ਨਾ ਹੋਵੇ। ਖਾਓ ਪੀਓ ਅਤੇ ਮੌਜ ਕਰੋ ਅਤੇ ਦੂਜਿਆਂ ਦੇ ਮਾਮਲੇ ਵਿੱਚ ਲੱਤ ਨਾ ਅੜਾਓ। ਇਹ ਤਾਂ ਹੈ ਖੁਦਗਰਜ਼ੀ ਦੀ ਗੱਲ, ਪਰ ਇਸ ਵਿੱਚ ਸਿਆਣਪ ਜ਼ਰੂਰ ਕੁੱਟ ਕੇ ਭਰੀ ਹੋਈ ਹੈ। ਕਿਸਮਤ ਦਾ ਗੇੜ। ਇੱਕ ਐਸੀ ਘਟਨਾ ਜਿਸ ਵਿੱਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਹੁੰਦਾ। ਇਸ ਵਿੱਚ ਨਾ ਹੀ ਡਰਾਈਵਰ ਦਾ ਕਸੂਰ ਸੀ ਅਤੇ ਨਾ ਹੀ ਮੇਰਾ। ਮੈਂ ਆਪਣੇ ਇੱਕ ਹੋਰ ਮਿੱਤਰ ਕੁੱਤੇ ਨਾਲ ਸੜਕ ਦੇ ਕੰਢੇ 'ਤੇ ਜਾ ਰਿਹਾ ਸਾਂ। ਅਚਾਨਕ ਉਹ ਸੜਕ ਪਾਰ ਕਰਨ ਲਈ ਅੱਗੇ ਦੌੜ ਪਿਆ ਅਤੇ ਮੈਂ ਉਹਦੇ ਪਿੱਛੇ। ਉੱਪਰੋਂ ਇੱਕ ਮੋਟਰ ਆ ਗਈ ਅਤੇ ਮੈਂ ਉਹਦੇ ਵਿੱਚ ਜਾ ਵੱਜਾ। ਜੇ ਮੋਟਰ ਬਹੁਤ ਤੇਜ਼ ਨਾ ਹੁੰਦੀ ਤਾਂ ਮੇਰਾ ਬਚਣਾ ਅਸੰਭਵ ਸੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਕੀ ਵੇਖਦਾ ਹਾਂ ਕਿ ਇੱਕ ਡਰਾਈਵਰ, ਇੱਕ ਛੋਟਾ ਜਿਹਾ ਲੜਕਾ ਅਤੇ ਉਹਦੀ ਨਰਸ ਮੇਰੇ ਆਲੇ ਦੁਆਲੇ ਖੜ੍ਹੇ ਸਨ। ਛੋਟਾ ਲੜਕਾ ਜਿਹਨੇ ਬੜੇ ਕੀਮਤੀ ਕੱਪੜੇ ਪਾਏ ਹੋਏ ਸਨ, ਉੱਚੀ ਰੋ ਰਿਹਾ ਸੀ ਅਤੇ ਡਰਾਈਵਰ ਉਸ ਸਾਹਮਣੇ ਆਪਣੀ ਸਫਾਈ ਪੇਸ਼ ਕਰ ਰਿਹਾ ਸੀ। ਇਸ ਵਿੱਚ ਮੇਰਾ ਕੀ ਕਸੂਰ ਹੈ? ਉਹ ਆਪ ਮੋਟਰ ਵਿੱਚ ਆ ਕੇ ਵੱਜਾ ਹੈ। ਹਾਂ, ਇਹ ਠੀਕ ਕਹਿੰਦਾ ਹੈ। ਮੈਂ ਵਿੱਚੋਂ ਬੋਲ ਪਿਆ ਤਾਂ ਜੋ ਡਰਾਈਵਰ ਇਸ ਮੁਸ਼ਕਲ ਵਿੱਚੋਂ ਨਿਕਲ ਆਏ। ਮੇਰੀ ਆਵਾਜ਼ ਸੁਣ ਕੇ ਉਸ ਲੜਕੇ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਪਈਆਂ ਅਤੇ ਉਹ ਬੋਲ ਉੱਠਿਆ, ਤਾਂ ਜਿਉਂਦਾ ਹੈ, ਦੇਖੋ ਇਹ ਭੌਂਕ ਵੀ ਰਿਹਾ ਜੇ। ਨਰਸ ਨੇ ਗੱਲ ਨੂੰ ਟੋਕਦਿਆਂ ਕਿਹਾ, ਮਾਸਟਰ ਪੀਟਰ ਜਲਦੀ ਕਰ, ਇੱਧਰ ਆ, ਇਹ ਤੈਨੂੰ ਕਿਤੇ ਵੱਢ ਹੀ ਨਾ ਖਾਏ। ਔਰਤਾਂ ਕਈ ਵਾਰ ਤਾਂ ਬਹੁਤ ਹੀ ਦੁਖੀ ਕਰਦੀਆਂ ਹਨ ਅਤੇ ਇੰਝ ਲੱਗਦਾ ਹੈ ਕਿ ਉਹ ਜਾਣ ਬੁੱਝ ਕੇ ਗਲਤਫਹਿਮੀ ਪਾ ਦਿੰਦੀਆਂ ਹਨ। ਮੁੰਡਾ ਕਹਿਣ ਲੱਗਾ, ਨਹੀਂ ਮੈਂ ਨਹੀਂ ਆਉਣਾ, ਮੈਂ ਇਹਨੂੰ ਘਰ ਜਾ ਕੇ ਆਪਣੇ ਡਾਕਟਰ ਨੂੰ ਦਿਖਾਣਾ ਹੈ। ਬਸ ਇਹ ਅੱਜ ਤੋਂ ਮੇਰਾ ਕੁੱਤਾ ਹੈ। ਉਸ ਲੜਕੇ ਦੀ ਗੱਲ ਸੁਣ ਕੇ ਮੈਂ ਬੜਾ ਖੁਸ਼ ਹੋਇਆ। ਭਾਵੇਂ ਮੈਂ ਖਰਵੇ ਜੀਵਨ ਤੋਂ ਡਰਦਾ ਨਹੀਂ, ਪਰ ਕਿਸਮਤ ਵੱਲੋਂ ਹੀ ਜੇ ਕਿਤੇ ਸੁੱਖ ਆਰਾਮ ਮਿਲ ਜਾਏ ਤਾਂ ਮੈਂ ਉਸਨੂੰ ਠੁਕਰਾਉਂਦਾ ਵੀ ਨਹੀਂ। ਮੈਨੂੰ ਇਸ ਲੜਕੇ ਦਾ ਸੁਭਾਅ ਬੜਾ ਪਸੰਦ ਆਇਆ, ਪਰ ਨਰਸ ਬੜੀ ਸੜੀਅਲ ਸੀ। ਕਹਿਣ ਲੱਗੀ, ਨਹੀਂ ਇਹਨੂੰ ਘਰ ਨਹੀਂ ਲੈ ਜਾਣਾ, ਇਹ ਇੱਕ ਡੂਸ਼, ਡੱਗ ਅਤੇ ਘਟੀਆ ਨਸਲ ਦਾ ਕੁੱਤਾ ਹੈ, ਤੇਰੀ ਮਾਤਾ ਕੀ ਕਹੇਗੀ। ਪਰ ਉਸ ਲੜਕੇ ਨੇ ਦ੍ਰਿੜਤਾ ਦਾ ਸਬੂਤ ਦਿੰਦਿਆਂ ਕਿਹਾ, ਮੈਂ ਇਹਨੂੰ ਘਰ ਲੈ ਜਾ ਕੇ ਹੀ ਛੱਡਣਾ ਹੈ, ਇਹ ਮੇਰਾ ਕੁੱਤਾ ਹੈ, ਇਹਦਾ ਨਾਂ ਮੈਂ ਫਿੱਡੋ ਰੱਖ ਲਿਆ। ਮੈਨੂੰ ਇਹ ਤਾਂ ਨਾਂ ਬਿਲਕੁਲ ਪਸੰਦ ਨਹੀਂ ਸੀ। ਇਸੇ ਨਾਂ ਦਾ ਇੱਕ ਕਤੂਰਾ ਹੁੰਦਾ ਸੀ। ਜਦ ਉਸਨੇ ਫਿੱਡੋ ਕਹਿ ਕੇ ਆਵਾਜ਼ਾਂ ਮਾਰਦੇ ਹੁੰਦੇ ਸਨ ਤਾਂ ਵਿਚਾਰਾ ਬਹੁਤ ਹੀ ਦੁਖੀ ਹੁੰਦਾ ਸੀ। ਪਰ ਜਿੱਥੇ ਸੁੱਖ ਹੋਵੇ ਉੱਥੇ ਥੋੜ੍ਹਾ ਬਹੁਤ ਦੁੱਖ ਵੀ ਸਹਾਰਨਾ ਪਏ ਤਾਂ ਘਬਰਾਉਣਾ ਨਹੀਂ ਚਾਹੀਦਾ। ਇਸ ਲਈ ਮੈਂ ਆਪਣੇ ਨਾਂ ਇਹ ਸਵੀਕਾਰ ਕਰ ਲਿਆ। ਨਰਸ ਨੇ ਫਿਰ ਕਿਹਾ, ਮਾਸਟਰ ਪੀਟਰ ਤੂੰ ਜ਼ਰਾ ਸਬਰ ਕਰ, ਤੇਰਾ ਪਿਤਾ ਤੈਨੂੰ ਕੋਈ ਹੋਰ ਸੋਹਣਾ ਜਿਹਾ ਕੁੱਤਾ ਲਿਆ ਦੇਵੇਗਾ। ਪੀਟਰ ਨੇ ਕਿਹਾ, ਮੈਂ ਸੋਹਣੇ ਕੁੱਤੇ ਦੀ ਮੈਨੂੰ ਲੋੜ ਨਹੀਂ, ਮੈਨੂੰ ਬਸ ਇਸੇ ਕੁੱਤੇ ਦੀ ਲੋੜ ਹੈ। ਇਸ ਬੇਇੱਜ਼ਤੀ ਦੀ ਮੈਂ ਪਰਵਾਹ ਨਾ ਕੀਤੀ। ਮੈਨੂੰ ਆਪਣੀ ਸ਼ਕਲ ਬਾਰੇ ਕੋਈ ਭੁਲੇਖਾ ਨਹੀਂ। ਮੇਰੇ ਚਿਹਰੇ ਤੋਂ ਭਾਵੇਂ ਸੁੰਦਰਤਾ ਨਹੀਂ, ਪਰ ਇਮਾਨਦਾਰੀ ਜ਼ਰੂਰ ਟਪਕਦੀ ਹੈ। ਡਰਾਈਵਰ ਨੇ ਦੰਦੀਆਂ ਕੱਢਦਿਆਂ ਕਿਹਾ, ਇਹਦੇ ਨਾਲ ਦਾ ਬਹੁਤਾ ਜ਼ਿੱਦਣ ਦਾ ਕੀ ਲਾਭ, ਇਹਨੇ ਇਹ ਕਤੂਰਾ ਲੈ ਕੇ ਹੀ ਛੱਡਣਾ ਹੈ। ਬਿਹਤਰ ਇਹੀ ਹੈ ਕਿ ਇਹਨੂੰ ਮੋਟਰ ਵਿੱਚ ਬਿਠਾ ਕੇ ਘਰ ਲੈ ਚਲੀਏ। ਸੋ ਉਹਨਾਂ ਮੈਨੂੰ ਚੁੱਕ ਕੇ ਮੋਟਰ ਵਿੱਚ ਬਿਠਾ ਲਿਆ। ਮੈਂ ਤੁਰ ਤਾਂ ਸਕਦਾ ਸਾਂ, ਪਰ ਮੈਂ ਇਹ ਚੰਗਾ ਸਮਝਿਆ ਕਿ ਨਾ ਹੀ ਤੁਰਾਂ। ਸੱਟ ਲੱਗਣ ਕਰਕੇ ਮੇਰੀ ਹੀ ਇਤਨੀ ਕਦਰ ਹੋ ਰਹੀ ਸੀ। ਇਸ ਲਈ ਮੈਂ ਸੋਚਿਆ ਕਿ ਜਦ ਤੱਕ ਗੱਲ ਪੱਕੀ ਨਹੀਂ ਹੋ ਜਾਂਦੀ ਮੈਂ ਇਹੀ ਵਿਖਾਵਾ ਕਰਦਾ ਰਹਾਂ ਕਿ ਸੱਟ ਲੱਗਣ ਨਾਲ ਮੇਰਾ ਬੁਰਾ ਹਾਲ ਹੈ। ਮੋਟਰ ਚੱਲ ਪਈ ਅਤੇ ਬੜਾ ਲੰਮਾ ਪੈਂਡਾ ਕਰਨ ਪਿੱਛੋਂ ਉਹ ਇੱਕ ਬੜੇ ਵੱਡੇ ਸਾਰੇ ਅਤੇ ਆਲੀਸ਼ਾਨ ਮਕਾਨ ਸਾਹਮਣੇ ਜਾ ਰੁਕੀ। ਉਹਦੇ ਗਿਰਦ ਗਿਰਦ ਵੱਡੇ ਬਗੀਚੇ ਸਨ, ਜਿੱਥੇ ਵਰਦੀਆਂ ਪਾਈ ਨੌਕਰ ਚਾਕਰ ਇੱਧਰ ਉੱਧਰ ਫਿਰ ਰਹੇ ਸਨ। ਇੱਕ ਪਾਸੇ ਕੁੱਤਿਆਂ ਦੇ ਰਹਿਣ ਲਈ ਖੋਖਿਆਂ ਦੇ ਅਣਗਿਣਤ ਘਰ ਬਣੇ ਹੋਏ ਸਨ, ਜਿਨ੍ਹਾਂ ਦੀਆਂ ਸੀਖਾਂ ਰਾਹੀਂ ਕੁੱਤੇ ਆਪਣੀਆਂ ਥੂਥਣੀਆਂ ਬਾਹਰ ਕੱਢ ਕੇ ਅਤੇ ਭੌਂਕ ਕੇ ਜਾਣਨਾ ਚਾਹੁੰਦੇ ਸਨ ਕਿ ਮੈਂ ਕੌਣ ਹਾਂ ਅਤੇ ਕਿਹੜੇ ਇਨਾਮ ਜਿੱਤ ਚੁੱਕਾ ਹਾਂ। ਇਹ ਵੇਖ ਕੇ ਮੈਂ ਮਹਿਸੂਸ ਕੀਤਾ ਕਿ ਮੈਂ ਕੁੱਤਿਆਂ ਦੀ ਕਿਸੇ ਖਾਸ ਉੱਚੇ ਪੱਧਰ ਦੀ ਸਮਾਜ ਵਿੱਚ ਆ ਪਹੁੰਚਿਆ ਹਾਂ। ਮਾਸਟਰ ਪੀਟਰ ਘਰ ਅੰਦਰ ਪੌੜੀਆਂ ਚੜ੍ਹ ਕੇ ਮੈਨੂੰ ਇੱਕ ਐਸੇ ਹਾਲ ਕਮਰੇ ਵਿੱਚ ਲੈ ਗਿਆ ਜਿਸ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਗਲੀਚਾ ਵਿਛਿਆ ਹੋਇਆ ਸੀ। ਉੱਥੇ ਇੱਕ ਕੁਰਸੀ 'ਤੇ ਇੱਕ ਔਰਤ ਬੈਠੀ ਸੀ। ਮੈਨੂੰ ਵੇਖਦਿਆਂ ਸਾਰ ਹੀ ਉਹਨੇ ਉੱਚੀ ਸਾਰੀ ਇੱਕ ਚੀਕ ਮਾਰੀ। ਨਰਸ ਨੇ ਉਹਨੂੰ ਕਿਹਾ, ਮੈਂ ਮਾਸਟਰ ਪੀਟਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੰਗਲੀ ਜਿਹਾ ਕਤੂਰਾ ਤੁਹਾਨੂੰ ਨਹੀਂ ਪਸੰਦ ਆਉਣਾ, ਪਰ ਇਹ ਟਲਿਆ ਹੀ ਨਹੀਂ। ਮਾਸਟਰ ਪੀਟਰ ਨੇ ਨਰਸ ਦੀ ਗੱਲ ਕੱਟਦਿਆਂ ਕਿਹਾ, ਬਸ ਇਹ ਮੇਰਾ ਕੁੱਤਾ ਹੈ, ਇਹਦਾ ਨਾਂ ਫਿੱਡੋ ਹੈ। ਜੌਨ ਨੇ ਇਹਨੂੰ ਮੋਟਰ ਥੱਲੇ ਲੈ ਆਂਦਾ ਸੀ, ਮੈਂ ਇਹਨੂੰ ਪਾਲਣ ਲਈ ਘਰ ਲੈ ਆਂਦਾ ਹੈ। ਇਹ ਮੈਨੂੰ ਬੜਾ ਪਿਆਰਾ ਲੱਗਦਾ ਹੈ। ਮਾਸਟਰ ਪੀਟਰ ਦੀ ਇਸ ਗੱਲ ਦਾ ਉਹਦੀ ਮਾਤਾ 'ਤੇ ਡੂੰਘਾ ਅਸਰ ਪਿਆ ਅਤੇ ਉਹ ਕਹਿਣ ਲੱਗੀ, ਮੇਰੀ ਗੱਲ ਛੱਡ,
ਤੇਰੇ ਪਿਤਾ ਨੇ ਨਹੀਂ ਮੰਨਣਾ। ਉਹ ਤਾਂ ਬੜੇ ਵਧੀਆ ਅਤੇ ਕੀਮਤੀ ਕੁੱਤੇ ਰੱਖਣ ਦੇ ਸ਼ੌਕੀਨ ਨੇ। ਇਹੋ ਜਿਹਾ ਦੁਗਲਾ ਕੁੱਤਾ ਉਹਨਾਂ ਨੂੰ ਕਿੱਥੇ ਪਸੰਦ ਆਉਣਾ ਹੈ। ਐਨ ਉਸੇ ਵੇਲੇ ਇੱਕ ਆਦਮੀ ਕਮਰੇ ਵਿੱਚ ਦਾਖਲ ਹੋਇਆ। ਉਹਨੇ ਅੰਦਰ ਵੜਦਿਆਂ ਹੀ ਮੈਨੂੰ ਵੇਖਿਆ ਅਤੇ ਹੈਰਾਨ ਹੋ ਕੇ ਕਹਿਣ ਲੱਗਾ, ਇਹ ਗੰਦ ਕਿੱਥੋਂ ਲੈ ਆਂਦਾ ਹੈ। ਪੀਟਰ ਦੀ ਮਾਤਾ ਨੇ ਕਿਹਾ, ਇਹਨੂੰ ਪੀਟਰ ਪਤਾ ਨਹੀਂ ਕਿੱਥੋਂ ਚੁੱਕ ਲਿਆ ਹੈ। ਕਹਿੰਦਾ ਹੈ ਮੈਂ ਇਹਨੂੰ ਰੱਖਣਾ ਚਾਹੁੰਦਾ ਹਾਂ। ਵਿੱਚੋਂ ਪੀਟਰ ਬੋਲ ਉੱਠਿਆ, ਚਾਹੁੰਦਾ ਨਹੀਂ, ਜ਼ਰੂਰ ਰੱਖਣਾ ਹੈ। ਮੈਨੂੰ ਪੀਟਰ ਬਹੁਤ ਹੀ ਚੰਗਾ ਲੱਗਣ ਲੱਗ ਪਿਆ। ਮੈਂ ਸੁਣ ਕੇ ਉਹਦੇ ਕੋਲ ਗਿਆ ਅਤੇ ਉਹਦੇ ਹੱਥ ਨੂੰ ਬੜੇ ਪਿਆਰ ਨਾਲ ਚੱਟਿਆ। ਇਹ ਵੇਖ ਕੇ ਪੀਟਰ ਬੋਲਿਆ, ਵੇਖਿਆ ਇਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਮਾਸਟਰ ਪੀਟਰ ਦਾ ਪਿਸਤਾ ਹੱਸ ਪਿਆ ਅਤੇ ਆਪਣੀ ਪਤਨੀ ਨੂੰ ਕਹਿਣ ਲੱਗਾ, ਪਿਆਰੀ ਹੈਲਨ, ਜਦ ਹੀ ਪੀਟਰ ਨੇ ਹੋਸ਼ ਸੰਭਾਲੀਏ, ਜੋ ਕੁਝ ਇਹ ਮੂੰਹੋਂ ਕੱਢਦਾ ਹੈ ਕਰਕੇ ਹੀ ਛੱਡਦਾ ਹੈ। ਮੈਨੂੰ ਤਾਂ ਇਹ ਕੁੱਤਾ ਬਿਲਕੁਲ ਪਸੰਦ ਨਹੀਂ, ਪਰ ਜੇ ਪੀਟਰ ਚਾਹੁੰਦਾ ਹੈ ਤਾਂ ਰੱਖ ਲਓ। ਚੰਗਾ, ਹੈਲਨ ਨੇ ਕਿਹਾ, ਪਰ ਇਹਦੀ ਸ਼ਕਲ ਵੇਖ ਕੇ ਤਾਂ ਮੈਨੂੰ ਘਬਰਾਹਟ ਹੋ ਜਾਂਦੀ ਹੈ। ਜੇ ਇਹਨੇ ਇੱਕ ਵਾਰੀ ਵੀ ਕੋਈ ਬੇਹੂਦਾ ਹਰਕਤ ਕੀਤੀ ਤਾਂ ਮੈਂ ਇਹਨੂੰ ਗੋਲੀ ਮਰਵਾ ਦੇਣੀ ਹੈ। ਇਸ ਪਿੱਛੋਂ ਮਾਸਟਰ ਪੀਟਰ ਮੈਨੂੰ ਬਾਹਰ ਲੈ ਗਿਆ ਅਤੇ ਖਾਣ ਲਈ ਇੱਕ ਹੱਡੀ ਦਿੱਤੀ। ਦੁਪਹਿਰ ਦੇ ਖਾਣੇ ਵਿੱਚ ਪਿੱਛੋਂ ਪੀਟਰ ਮੈਨੂੰ ਬਾਹਰ ਵੱਜੇ ਹੋਏ ਪਏ ਹੋਰ ਕੁੱਤਿਆਂ ਵੱਲ ਲੈ ਗਿਆ। ਮੈਨੂੰ ਪਤਾ ਸੀ ਕਿ ਇਹ ਮੁਲਾਕਾਤ ਠੀਕ ਨਹੀਂ ਬੈਠਣੀ ਅਤੇ ਇਹ ਗੱਲ ਠੀਕ ਹੀ ਨਿਕਲੀ। ਇਨਾਮੀ ਕੁੱਤਿਆਂ ਦੇ ਸਿਰ ਫਿਰੇ ਹੁੰਦੇ ਹਨ ਅਤੇ ਉਹ ਕਿਸੇ ਸਧਾਰਨ ਕੁੱਤੇ ਨੂੰ ਨੱਕ ਥੱਲੇ ਨਹੀਂ ਲਿਆਉਂਦੇ। ਉਹਨਾਂ ਨੂੰ ਮਿਲ ਕੇ ਮੇਰੇ ਵਿੱਚ ਘਟੀਆਪਨ ਦਾ ਅਹਿਸਾਸ ਹੋ ਗਿਆ। ਮੈਂ ਸ਼ੁਕਰ ਕੀਤਾ ਕਿ ਜਦ ਮਾਸਟਰ ਪੀਟਰ ਮੈਨੂੰ ਉੱਥੋਂ ਵਾਪਸ ਲੈ ਆਇਆ। ਰਾਹ ਵਿੱਚ ਇੱਕ ਹੋਰ ਕੁੱਤਾ ਜੋ ਜਾਤ ਦਾ ਟੈਰੀਅਰ ਸੀ, ਭੌਂਕਦਾ ਹੋਇਆ ਮੇਰੀ ਵੱਲ ਆਇਆ ਅਤੇ ਲੱਤਾਂ ਕੜਾ ਕੇ ਮੇਰੇ ਕੋਲ ਖੜੋ ਗਿਆ। ਮੈਂ ਪੁੱਛਿਆ, ਦੱਸ ਬਈ ਤੂੰ ਕਿਹੜੇ ਕਿਹੜੇ ਇਨਾਮ ਜਿੱਤੇ ਨੇ। ਉਹਨੇ ਉੱਤਰ ਦਿੱਤਾ, ਮੈਂ ਉਹਨਾਂ ਸਿਰ ਫਿਰਿਆ ਕੁੱਤਿਆਂ 'ਚੋਂ ਨਹੀਂ, ਮੇਰਾ ਨਾਂ ਜੈਕ ਹੈ ਅਤੇ ਮੈਂ ਇੱਥੋਂ ਦੇ ਇੱਕ ਨੌਕਰ ਦਾ ਕੁੱਤਾ ਹਾਂ। ਮੈਂ ਕਿਹਾ, ਤਾਂ ਤੇ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਸੋ ਅਸੀਂ ਮਿੱਤਰਤਾ ਦਾ ਵਿਖਾਵਾ ਕਰਨ ਲਈ ਇੱਕ ਦੂਜੇ ਦਾ ਨੱਕ ਸੁੰਘਿਆ। ਇਹੋ ਜਿਹੇ ਮਾਹੌਲ ਵਿੱਚ ਆਪਣੇ ਪੱਧਰ ਦੇ ਜੀਵ ਨੂੰ ਮਿਲ ਕੇ ਜੋ ਖੁਸ਼ੀ ਮੈਨੂੰ ਹੋਈ ਉਹ ਮੈਂ ਬਿਆਨ ਨਹੀਂ ਕਰ ਸਕਦਾ। ਉਹ ਕਹਿਣ ਲੱਗਾ, ਅੱਛਾ ਅਤੇ ਤੂੰ ਉਹਨਾਂ ਸਿਰ ਫਿਰਿਆਂ ਨਾਲ ਗੱਲਾਂ ਕਰਦਾ ਰਿਹਾ ਲੱਗਦਾ ਹੈ। ਮੈਂ ਪੀਟਰ ਵੱਲ ਇਸ਼ਾਰਾ ਕਰਦਿਆਂ ਕਿਹਾ, ਇਹ ਮੈਨੂੰ ਉਹਨਾਂ ਵੱਲ ਲੈ ਗਿਆ ਸੀ। ਉਸ ਕੁੱਤੇ ਨੇ ਫਿਰ ਕਿਹਾ, ਅੱਛਾ ਤੇ ਤੂੰ ਪੀਟਰ ਦਾ ਨਵਾਂ ਖਿਡੌਣਾ ਹੈ। ਚੱਲ ਜਿੰਨਾ ਚਿਰ ਤੱਕ ਕੰਮ ਚੱਲਦਾ ਹੈ ਠੀਕ ਹੈ। ਜਿੰਨਾ ਚਿਰ ਤੱਕ ਕੰਮ ਚੱਲਦਾ ਹੈ ਤਾਂ ਕੀ ਭਾਵ, ਮੈਂ ਪੁੱਛਿਆ। ਉਹਨੇ ਕਿਹਾ, ਮੈਂ ਤੈਨੂੰ ਦੱਸਦਾ ਮੇਰੇ ਨਾਲ ਕੀ ਵਾਪਰੀ ਸੀ। ਇੱਕ ਦਿਨ ਮਾਸਟਰ ਪੀਟਰ ਮੇਰੇ 'ਤੇ ਰੀਝ ਪਿਆ। ਇੱਕ ਸਮਾਂ ਸੀ ਕਿ ਮੇਰਾ ਉਹ ਪਲ ਭਰ ਵੀ ਵਸਾ ਨਹੀਂ ਸੀ ਖਾਂਦਾ। ਫਿਰ ਇੱਕ ਦਿਨ ਆਇਆ ਕਿ ਉਹਦਾ ਮੈਥੋਂ ਦਿਲ ਚੜ੍ਹ ਗਿਆ ਅਤੇ ਹੁਣ ਉਹ ਮੈਨੂੰ ਵੇਖ ਹੀ ਨਹੀਂ ਸਿਖਾਉਂਦਾ। ਮੁੰਡਾ ਤਾਂ ਇਹ ਬੜਾ ਚੰਗਾ ਹੈ, ਪਰ ਇਹਨੇ ਕੋਈ ਨਵੀਂ ਚੀਜ਼ ਵੇਖੀ ਨਹੀਂ ਅਤੇ ਪੁਰਾਣੀ ਤੋਂ ਮੂੰਹ ਮੋੜਿਆ ਨਹੀਂ। ਮੈਨੂੰ ਤਾਂ ਇਹਦੀ ਬੱਚਿਆਂ ਵਾਲੀ ਰੇਲ ਗੱਡੀ ਨੇ ਖ਼ਤਮ ਕਰ ਦਿੱਤਾ ਸੀ। ਜੇ ਮੈਨੂੰ ਮੇਰੇ ਹੁੰਦੇ ਬੁੱਢੇ ਮਾਲਕ ਨੇ ਚੂਹੇ ਮਾਰਨ ਵਾਸਤੇ ਨਾਂ ਰੱਖ ਲਿਆ ਹੁੰਦਾ ਤਾਂ ਪਤਾ ਨਹੀਂ ਮੇਰੇ ਨਾਲ ਕੀ ਬੀਤਣੀ ਸੀ। ਤੂੰ ਵੀ ਉਦੋਂ ਤੱਕ ਹੀ ਹੈ ਜਦ ਤੱਕ ਉਹ ਤੈਨੂੰ ਕੋਈ ਨਵਾਂ ਖਿਡੌਣਾ ਨਹੀਂ ਮਿਲ ਜਾਂਦਾ। ਬਸ ਤੇਰਾ ਇੱਥੇ ਟਿਕਣ ਦਾ ਇੱਕੋ ਇੱਕ ਹੀ ਤਰੀਕਾ ਹੈ, ਉਹ ਇਹ ਕਿ ਤੂੰ ਕੋਈ ਐਸਾ ਕਾਰਨਾਮਾ ਕਰਕੇ ਵਿਖਾ ਕਿ ਵੱਡੇ ਤੈਨੂੰ ਪਸੰਦ ਕਰਨ ਲੱਗ ਪੈਣ। ਮੈਂ ਘਬਰਾ ਕੇ ਪੁੱਛਿਆ, ਤਾਂ ਦੱਸ ਮੈਂ ਕਿਹੜਾ ਕਾਰਨਾਮਾ ਕਰਾਂ। ਉਹਨੇ ਕਿਹਾ, ਇਹ ਤੂੰ ਆਪੇ ਸੋਚ ਲੈ, ਜਿਵੇਂ ਕਿ ਪੀਟਰ ਨੂੰ ਡੁੱਬਣ ਤੋਂ ਬਚਾਉਣਾ, ਪਰ ਇਸ ਤਰ੍ਹਾਂ ਕਰਨ ਲਈ ਪਹਿਲਾਂ ਉਹਨੂੰ ਕਿਸੇ ਝੀਲ ਜਾਂ ਨਦੀ ਵੱਲ ਧੂ ਕੇ ਲੈ ਜਾਣਾ ਅਤੇ ਫਿਰ ਉਸ ਵਿੱਚ ਧੱਕਾ ਦੇਣਾ ਪਊ। ਇਹ ਕੰਮ ਤੇਰੇ ਮੇਰੇ ਜਿਹਾ ਸਧਾਰਨ ਕੁੱਤਾ ਨਹੀਂ ਕਰ ਸਕਦਾ। ਸੱਚਮੁੱਚ ਦੀ ਬਹਾਦਰੀ ਵਿਖਾਉਣ ਦੇ ਮੌਕੇ ਕੁੱਤੇ ਨੂੰ ਬੜੇ ਥੋੜ੍ਹੇ ਮਿਲਦੇ ਨੇ। ਬਸ ਜੇ 2 ਹਫ਼ਤਿਆਂ ਦੇ ਅੰਦਰ ਅੰਦਰ ਤੂੰ ਕੁਝ ਨਾ ਕੀਤਾ ਤਾਂ ਤੂੰ ਆਪਣਾ ਪੱਠਾ ਬੈਠਾ ਸਮਝ। ਇਹ ਪੀਟਰ ਦਾ ਕਸੂਰ ਨਹੀਂ, ਉਹਦੀ ਪਾਲਣਾ ਦਾ ਕਸੂਰ ਹੈ। ਪੀਟਰ ਦੇ ਪਿਤਾ ਪਾਸ ਅੰਨਾ ਪੈਸਾ ਹੈ ਅਤੇ ਪੀਟਰ ਉਹਦਾ ਇੱਕੋ ਇੱਕ ਲੜਕਾ ਹੈ। ਚੰਗਾ, ਫਿਰ ਵੀ ਨਹੀਂ ਮਿਲਦਾ ਰਹੀ, ਮੈਂ ਤੈਨੂੰ ਉੱਥੇ ਲੈ ਚੱਲਾਂਗਾ ਜਿੱਥੇ 2-4 ਮੋਟੇ ਚੂਹੇ ਮਿਲ ਜਾਣ। ਮੈਂ 1-2 ਹੱਡੀਆਂ ਵੀ ਤੇਰੇ ਲਈ ਰੱਖ ਛੱਡਾਂਗਾ। ਚੰਗਾ, ਚੱਲੀਏ। ਜੈਕ ਦੇ ਇਸ ਭੇਦ ਨੂੰ ਖੋਲ੍ਹਣ ਤੋਂ ਮੈਨੂੰ ਚਿੰਤਾ ਹੀ ਲੱਗ ਗਈ। ਇੱਕ ਅਮੀਰ ਆਦਮੀ ਦਾ ਲੜਕਾ ਹੋਣ ਕਰਕੇ ਪੀਟਰ ਨੂੰ ਤਾਂ ਇੱਕ ਤਾਂ ਮੂੰਹ ਮੰਗੀ ਚੀਜ਼ ਮਿਲ ਜਾਂਦੀ ਸੀ ਅਤੇ ਉਹਨੂੰ ਉਹਦੀ ਉਮਰ ਦੇ ਬਾਕੀ ਹਿੱਸਿਆਂ ਨਾਲ ਮਿਲਣ ਅਤੇ ਖੇਡਣ ਨਹੀਂ ਸੀ ਦਿੱਤਾ ਜਾਂਦਾ। ਇਸ ਤਰ੍ਹਾਂ ਨਤੀਜਾ ਇਹ ਹੋਇਆ ਕਿ ਉਹ ਸੁਭਾਅ ਇੱਕ ਵੱਖਰੇ ਕਿਸਮ ਦਾ ਹੀ ਬਣ ਗਿਆ ਸੀ। ਉਹ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਦਾ ਰਹਿੰਦਾ ਸੀ। ਮਿਸਾਲ ਦੇ ਤੌਰ 'ਤੇ ਉਹ ਮੈਨੂੰ ਕਹਿੰਦਾ ਸੀ ਕਿ ਇੰਗਲੈਂਡ ਵਿੱਚ 20 ਰੈੱਡ ਇੰਡੀਅਨ ਰਹਿੰਦੇ ਹਨ ਅਤੇ ਉਹਨਾਂ ਦੇ ਸਰਦਾਰ ਦਾ ਨਾਂ ਬਿਗ ਕਲਾਊਡ ਹੈ ਅਤੇ ਉਹ ਝੀਲ ਦੇ ਲਾਗੇ ਉੱਗੀਆਂ ਝਾੜੀਆਂ ਪਿੱਛੇ ਰਹਿੰਦਾ ਹੈ। ਮੈਂ ਕਈ ਵਾਰ ਉਹਨਾਂ ਝਾੜੀਆਂ ਕੋਲ ਜਾ ਕੇ ਫੋਲ ਮਾਰਿਆ, ਪਰ ਮੈਨੂੰ ਉਹ ਸਰਦਾਰ ਕਿਤੇ ਵੀ ਨਾ ਲੱਭ ਸਕਿਆ। ਉਹ ਮੈਨੂੰ ਇਹ ਵੀ ਦੱਸਦਾ ਸੀ ਕਿ ਇਸੇ ਟਾਪੂ ਵਿੱਚ ਸਮੁੰਦਰੀ ਡਾਕੂ ਵੀ ਰਹਿੰਦੇ ਹਨ, ਪਰ ਮੈਨੂੰ ਉਹ ਕਿਤੇ ਵੀ ਨਹੀਂ ਸੀ ਲੱਭੇ। ਉਹ ਮੈਨੂੰ ਕਦੀ ਇਹ ਵੀ ਦੱਸਦਾ ਹੁੰਦਾ ਸੀ ਕਿ ਉੱਥੋਂ ਸੈਂਕੜੇ ਕੋਹਾਂ ਦੂਰ ਸੋਨੇ ਅਤੇ ਹੀਰਿਆਂ ਦਾ ਇੱਕ ਸ਼ਹਿਰ ਹੈ ਜਿੱਥੇ ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਜਾਵੇਗਾ। ਕੁੱਤਿਆਂ ਲਈ ਵੀ ਬੜੀਆਂ ਮੌਜਾਂ ਹਨ ਅਤੇ ਖਾਣ ਲਈ ਹੱਡੀਆਂ ਦੇ ਢੇਰਾਂ ਦੇ ਢੇਰ ਲੱਗੇ ਪਏ ਹਨ। ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰੇ ਮੂੰਹ ਵਿੱਚ ਪਾਣੀ ਆ ਜਾਂਦਾ ਸੀ। ਅਸੀਂ ਦੋਵੇਂ ਹਮੇਸ਼ਾ ਇਕੱਠੇ ਰਹਿੰਦੇ ਸਾਂ। ਰਾਤ ਨੂੰ ਵੀ ਮੈਂ ਉਸਦੇ ਕਮਰੇ ਵਿੱਚ ਵਿਛੇ ਤੱਪੜ 'ਤੇ ਸੌਂ ਜਾਂਦਾ ਸਾਂ, ਪਰ ਮੇਰੇ ਮਨ ਵਿੱਚੋਂ ਜੈਕ ਦੀ ਦੱਸੀ ਹੋਈ ਗੱਲ ਨਹੀਂ ਸੀ ਨਿਕਲਦੀ। ਅਚਾਨਕ ਇੱਕ ਦਿਨ ਉਹਦੇ ਪਿਤਾ ਨੇ ਉਹਨੂੰ ਇੱਕ ਹਵਾਈ ਜਹਾਜ਼ ਲਿਆ ਦਿੱਤਾ। ਜਦੋਂ ਉਸਨੂੰ ਚਾਬੀ ਦਿੰਦਾ ਸੀ ਤਾਂ ਉਹ ਉੱਡਣ ਲੱਗ ਪੈਂਦਾ ਸੀ। ਬਸ ਫਿਰ ਕੀ ਸੀ, ਮੈਂ ਉਹਦੇ ਮਗਰ ਫਿਰਦਾ ਸਾਂ ਅਤੇ ਉਹ ਮੇਰੀ ਵੱਲ ਅੱਖ ਚੁੱਕ ਕੇ ਵੀ ਨਹੀਂ ਸੀ ਵੇਖਦੇ। ਪਰ ਖੁਸ਼ਕਿਸਮਤੀ ਨਾਲ ਹਵਾਈ ਜਹਾਜ਼ ਅਗਲੇ ਦਿਨ ਹੀ ਵਿਗੜ ਗਿਆ। ਉਹ ਬਥੇਰੀ ਚਾਬੀ ਮਰੋੜਦਾ ਰਿਹਾ ਪਰ ਉਹ ਨਹੀਂ ਉੱਡਿਆ।
ਬਸ ਪੀਟਰ ਤੇ ਮੈਂ ਫਿਰ ਮਿੱਤਰ ਬਣ ਗਏ। ਇਸ ਤਜਰਬੇ ਤੋਂ ਮੈਨੂੰ ਘਰ ਵਿੱਚ ਆਪਣੀ ਅਸਲੀ ਕੀਮਤ ਦਾ ਪਤਾ ਲੱਗਿਆ ਕਿ ਜਿਸ ਦਿਨ ਕੋਈ ਨਵਾਂ ਖਿਡੌਣਾ ਆ ਗਿਆ ਉਸ ਦਿਨ ਮੇਰਾ ਕਲਮਾ ਪੜ੍ਹਿਆ ਜਾਣਾ ਹੈ। ਸੋ ਹੁਣ ਤੋਂ ਮੈਂ ਪੀਟਰ ਨੂੰ ਖੁਸ਼ ਕਰਨ ਦੀ ਥਾਂ ਵੱਡਿਆਂ ਦੇ ਮਨ ਵਿੱਚ ਆਪਣੀ ਥਾਂ ਬਣਾਉਣ ਦਾ ਇਰਾਦਾ ਕਰ ਲਿਆ। ਪਰ ਜਿੰਨੀ ਵਾਰੀ ਵੀ ਮੈਂ ਕੋਸ਼ਿਸ਼ ਕੀਤੀ ਉਹ ਮੇਰੇ ਤੇ ਉਲਟੀ ਹੀ ਪਈ। ਇੱਕ ਦਿਨ ਮੈਂ ਸਵੇਰੇ ਮੂੰਹ ਹਨੇਰੇ ਘਰ ਵਿੱਚ ਫਿਰ ਰਿਹਾ ਸਾਂ। ਮੈਂ ਘਰ ਵਿੱਚ ਇੱਕ ਅਜਨਬੀ ਵੇਖਿਆ। ਮੈਨੂੰ ਪੱਕਾ ਯਕੀਨ ਸੀ ਕਿ ਉਹ ਚੋਰ ਹੈ, ਨਾ ਹੀ ਉਹ ਟੱਬਰ ਵਿੱਚੋਂ ਸੀ ਅਤੇ ਨਾ ਹੀ ਨੌਕਰਾਂ ਵਿੱਚੋਂ। ਉਹ ਬੜੀ ਸ਼ੱਕੀ ਹਾਲਤ ਵਿੱਚ ਘਰ ਵਿੱਚ ਇੱਧਰ ਉੱਧਰ ਟਹਿਲ ਰਿਹਾ ਸੀ ਅਤੇ ਮੈਂ ਉਹਨੂੰ ਭਜਾ ਕੇ ਘਰੋਂ ਬਾਹਰ ਕੱਢ ਆਇਆ। ਜਦ ਸਵੇਰ ਦਾ ਨਾਸ਼ਤਾ ਤਿਆਰ ਹੋਇਆ ਤਾਂ ਪਤਾ ਲੱਗਾ ਕਿ ਉਹ ਇੱਕ ਨਵਾਂ ਮਹਿਮਾਨ ਸੀ ਜੋ ਰਾਤ ਨੂੰ ਬਹੁਤ ਦੇਰ ਹੋਈ ਆਇਆ ਸੀ ਅਤੇ ਸਵੇਰੇ ਸਵੇਰੇ ਝੀਲ ਦੇ ਕਿਨਾਰੇ ਸੂਰਜ ਚੜ੍ਹਨ ਦਾ ਇਸ਼ਾਰਾ ਵੇਖਣਾ ਚਾਹੁੰਦਾ ਸੀ। ਅਗਲੀ ਵਾਰ ਜਦ ਮੇਰੀ ਅਤੇ ਪੀਟਰ ਦੇ ਪਿਤਾ ਨਾਲ ਝੜਪ ਹੋ ਗਈ, ਉਹ ਬਾਹਰ ਬਾਗ ਵਿੱਚ ਆਪਣੇ ਮਿੱਤਰਾਂ ਨਾਲ ਟਹਿਲ ਰਿਹਾ ਸੀ। ਉਹ ਸਭ ਬੜੇ ਸੰਜੀਦਾ ਚਿੱਤ ਸਨ ਅਤੇ ਉਹਨਾਂ ਹੱਥ ਵਿੱਚ ਸੋਟੀਆਂ ਦੇ ਗੱਠੇ ਪਕੜੇ ਹੋਏ ਸਨ। ਜਦ ਮੈਂ ਆਪਣੇ ਮਾਲਕ ਕੋਲ ਪਹੁੰਚਿਆ ਤਾਂ ਉਹਨੇ ਸੋਟੀ ਚੁੱਕ ਕੇ ਇੱਕ ਛੋਟੇ ਗੇਂਦ ਨੂੰ ਮਾਰੀ। ਉਹ ਮੇਰੇ ਨਾਲ ਪਹਿਲਾਂ ਹੀ ਨਹੀਂ ਸੀ ਕਦੀ ਖੇਡਿਆ। ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਿਆ। ਮੈਂ ਗੇਂਦ ਮਗਰ ਦੌੜਿਆ ਅਤੇ ਮੂੰਹ ਵਿੱਚ ਪਕੜ ਕੇ ਉਹਨੂੰ ਲਿਆ ਦਿੱਤਾ। ਉਹ ਇਸ 'ਤੇ ਸਗੋਂ ਬੜਾ ਨਾਰਾਜ਼ ਹੋਇਆ। ਉਹਨੇ ਮੈਨੂੰ 2-4 ਗਾਲਾਂ ਸੁਣਾਈਆਂ ਅਤੇ ਠੁੱਡਾ ਟਿਕਾਉਣ ਦੀ ਵੀ ਕੋਸ਼ਿਸ਼ ਕੀਤੀ। ਉਸ ਰਾਤ ਉਹਨੇ ਆਪਣੀ ਪਤਨੀ ਨੂੰ ਕਹਿੰਦਿਆਂ ਸੁਣਿਆ ਕਿ ਮੈਂ ਘਰ ਵਿੱਚ ਨਿਰੀ ਮੁਸੀਬਤ ਇੱਕ ਜ਼ਹਿਮਤ ਹਾਂ ਅਤੇ ਜੇ ਮੈਂ ਨਾ ਸੁਧਰਿਆ ਤਾਂ ਮੈਨੂੰ ਘਰੋਂ ਛੁੱਟੀ ਹੋ ਜਾਏਗੀ। ਮੈਂ ਇਸ ਮਾਮਲੇ ਬਾਰੇ ਬਥੇਰਾ ਸੋਚਦਾ ਰਿਹਾ। ਇਸ ਤੋਂ ਜਲਦੀ ਹੀ ਬਾਅਦ ਮੈਂ ਇੱਕ ਹੋਰ ਭੁੱਲ ਕਰ ਬੈਠਾ, ਪਰ ਪਤਾ ਨਹੀਂ ਮੈਂ ਫਿਰ ਕਿਵੇਂ ਬਚ ਗਿਆ। ਇੱਕ ਸ਼ਾਮ ਨੂੰ ਬੈਠਕ ਵਿੱਚ ਬਹੁਤ ਸਾਰੀਆਂ ਮਿਲਣ ਗਿਣਨ ਵਾਲੀਆਂ ਔਰਤਾਂ ਆਈਆਂ ਹੋਈਆਂ ਸਨ। ਉਹ ਆਪਸ ਵਿੱਚ ਕਿਸੇ ਟੋਟੋ ਬਾਰੇ ਗੱਲਾਂ ਕਰ ਰਹੀਆਂ ਸਨ ਜਿਹਨੂੰ ਮੈਂ ਨਹੀਂ ਸਾਂ ਜਾਣਦਾ। ਮੇਰਾ ਧਿਆਨ ਕੇਵਲ ਕੇਕ ਵੱਲ ਸੀ ਜੋ ਮੇਰਾ ਖਿਆਲ ਸੀ ਕਿ ਮੈਨੂੰ ਮਿਲੇਗਾ। ਐਨ ਉਸੇ ਵੇਲੇ ਮੈਂ ਆਪਣੀ ਕੁਰਸੀ ਦੇ ਕੋਨੇ ਲਾਗੇ ਇੱਕ ਬੜਾ ਮੋਟਾ ਤਾਜ਼ਾ ਚੂਹਾ ਵੇਖਿਆ ਜੋ ਇੱਕ ਪਲੇਟ ਵਿੱਚੋਂ ਦੁੱਧ ਪੀ ਰਿਹਾ ਸੀ। ਮੈਨੂੰ ਪਤਾ ਸੀ ਕਿ ਔਰਤਾਂ ਸਭ ਤੋਂ ਜ਼ਿਆਦਾ ਨਫ਼ਰਤ ਚੂਹੇ ਨੂੰ ਕਰਦੀਆਂ ਹਨ। ਮੇਰੀ ਮਾਤਾ ਵੀ ਕਹਿੰਦੀ ਹੁੰਦੀ ਸੀ ਕਿ ਜੀਵਨ ਸਫਲ ਬਣਾਉਣ ਦਾ ਕੇਵਲ ਇੱਕੋ ਤਰੀਕਾ ਹੈ ਕਿ ਔਰਤਾਂ ਨੂੰ ਖੁਸ਼ ਕਰੋ। ਉਹ ਘਰ ਦੀਆਂ ਅਸਲੀ ਮਾਲਕ ਹੁੰਦੀਆਂ ਨੇ। ਘਰ ਵਿੱਚ ਆਦਮੀ ਦੀ ਇੰਨੀ ਪੁੱਛ ਪ੍ਰਤੀਤ ਨਹੀਂ ਹੁੰਦੀ ਜਿੰਨੀ ਔਰਤਾਂ ਦੀ। ਸੋ ਮੈਂ ਸੋਚਿਆ ਕਿ ਪੀਟਰ ਦੀ ਮਾਤਾ ਨੂੰ ਖੁਸ਼ ਕਰਨ ਦਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ। ਮੈਂ ਇਹ ਸੋਚਦਿਆਂ ਹੀ ਮੈਂ ਇੱਕਦਮ ਪੁੜਕ ਕੇ ਉਸ ਚੂਹੇ ਜੇ 'ਤੇ ਜਾ ਪਿਆ ਅਤੇ ਉਹਨੂੰ ਗੋਲੋਂ ਫੜ ਕੇ 1-2 ਚੰਗੇ ਹਲੂਣੇ ਦਿੱਤੇ ਅਤੇ ਕਮਰੇ ਤੋਂ ਬਾਹਰ ਵੱਲ ਪਟਕਾ ਕੇ ਮਾਰਿਆ। ਉਹਨੂੰ ਖਤਮ ਕਰਨ ਲਈ ਉਹਦੇ ਮਗਰ ਵਾਹੋ ਦਾਹੀ ਬਾਹਰ ਦੌੜਿਆ, ਪਰ ਇੱਕਦਮ ਤਣ ਕੇ ਖੜੋ ਗਿਆ। ਇਸ ਕਰਕੇ ਮੈਂ ਤਾਂ ਬਹੁਤ ਹੀ ਹੈਰਾਨ ਹੋਇਆ ਅਤੇ ਉਸ ਤੋਂ ਕੁਝ ਉਰੇ ਹੀ ਰੁਕ ਗਿਆ। ਮੈਂ ਕਿਹਾ, ਮੁਆਫ਼ ਕਰਨਾ ਜਨਾਬ, ਮੈਂ ਭੁਲੇਖੇ ਨਾਲ ਤੁਹਾਨੂੰ ਚੂਹਾ ਸਮਝਿਆ ਸੀ। ਇਤਨੇ ਨੂੰ ਮੈਨੂੰ ਕਿਸੇ ਨੇ ਗਲੋਂ ਆ ਫੜਿਆ। ਇੱਕ ਹੋਰ ਨੇ ਆਪਣੀ ਛਤਰੀ ਨਾਲ ਹੀ ਮੈਨੂੰ 2 ਕੁ ਟਿਕਾ ਦਿੱਤੀਆਂ। ਤੀਜੇ ਨੇ ਮੇਰੇ ਮੋਹਰਾਂ ਵਿੱਚ 2 ਠੁੱਡ ਲਾਏ। ਇੱਕ ਮਹਿਮਾਨ ਔਰਤ ਕਹਿਣ ਲੱਗੀ, ਵਿਚਾਰੇ ਟੋਟੂ ਨੂੰ ਤਾਂ ਇਸ ਜੰਗਲੀ ਨੇ ਜਾਨੋਂ ਹੀ ਮਾਰ ਦੇਣਾ ਸੀ। ਇੱਕ ਹੋਰ ਨੇ ਕਿਹਾ, ਦੇਖੋ ਵਿਚਾਰੇ ਨੇ ਉਹਨੂੰ ਕੁਝ ਕਿਹਾ ਤੱਕ ਵੀ ਨਹੀਂ। ਇਸ ਹਾਲਤ ਵਿੱਚ ਮੈਨੂੰ ਆਪਣੀ ਸਫਾਈ ਪੇਸ਼ ਕਰਨ ਦਾ ਕੋਈ ਲਾਭ ਨਹੀਂ ਸੀ। ਮੇਰੀ ਥਾਂ ਜੇ ਕੋਈ ਹੋਰ ਕੁੱਤਾ ਵੀ ਹੁੰਦਾ ਤਾਂ ਉਹ ਵੀ ਇਹ ਗਲਤੀ ਹੀ ਕਰਦਾ। ਹੁਣ ਮੈਨੂੰ ਪਤਾ ਲੱਗਿਆ ਸੀ ਕਿ ਟੋਟੋ ਇੱਕ ਨਿੱਕੀ ਜਿਹੀ ਕਿਸਮ ਦਾ ਬੇਮੁੱਲਾ ਕੁੱਤਾ ਸੀ ਜਿਹਨੇ ਕਈ ਇਨਾਮ ਜਿੱਤੇ ਸਨ। ਟੋਟੋ ਨੂੰ ਕੱਟਣ ਨਾਲੋਂ ਜੇ ਮੈਂ ਉਹਦੀ ਮਾਲਕਣ ਨੂੰ ਕੱਟਿਆ ਹੁੰਦਾ ਤਾਂ ਇਤਨੀ ਹਾਹਾਕਾਰ ਨਹੀਂ ਸੀ ਮਚਣੀ। ਬੰਦ ਬੂਹਾ ਵੇਖ ਕੇ ਮੈਂ ਜਾਨ ਬਚਾਉਣ ਲਈ ਸੋਫੇ ਥੱਲੇ ਵੜ ਗਿਆ। ਪੀਟਰ ਦੀ ਮਾਤਾ ਨੇ ਕਿਹਾ, ਇਹ ਕੁੱਤਾ ਠੀਕ ਨਹੀਂ। ਹੁਣ ਮੈਂ ਫੈਸਲਾ ਕਰ ਲਿਆ ਹੈ ਕਿ ਇਹਨੂੰ ਗੋਲੀ ਨਾਲ ਉਡਾ ਦੇਣਾ ਹੈ। ਇਤਨੀ ਗੱਲ ਸੁਣਦਿਆਂ ਹੀ ਪੀਟਰ ਨੇ ਇੱਕ ਚੀਕ ਮਾਰੀ। ਉਹਦੀ ਮਾਤਾ ਨੇ ਫਿਰ ਕਿਹਾ, ਪੀਟਰ ਇਹ ਕੁੱਤਾ ਪਾਗਲ ਲੱਗਦਾ ਹੈ, ਕਿਤੇ ਤੈਨੂੰ ਵੱਢ ਨਾ ਖਾਏ। ਇਹਨੂੰ ਘਰ ਵਿੱਚ ਰੱਖਣਾ ਠੀਕ ਨਹੀਂ। ਇਤਨੇ ਨੂੰ ਇੱਕ ਨੌਕਰ ਨੇ ਸੋਫੇ ਥੱਲੇ ਹੱਥ ਪਾ ਕੇ ਮੈਨੂੰ ਬਾਹਰ ਕੱਢਿਆ। ਪੀਟਰ ਦੀ ਮਾਤਾ ਨੇ ਕਿਹਾ, ਇਹਨੂੰ ਬਾਹਰ ਤਬੇਲੇ ਨਾਲ ਬੰਨ੍ਹ ਦਿਓ ਅਤੇ ਇੱਕ ਬੰਦੂਕ ਲਿਆ ਕੇ ਇਹਨੂੰ ਗੋਲੀ ਨਾਲ ਉਡਾ ਦਿਓ। ਇਹਦਾ ਘਰ ਰੱਖਣਾ ਠੀਕ ਨਹੀਂ। ਮੇਰੇ ਜੀਵਨ ਦਾ ਖੇਡ ਖਤਮ ਹੋ ਚੁੱਕਾ ਸੀ। 2-4 ਦਿਨ ਮੌਜਾਂ ਲੈ ਲਈਆਂ ਸਨ। ਮੈਂ ਮਰਨ ਤੋਂ ਡਰਦਾ ਨਹੀਂ ਸਾਂ, ਪਰ ਆਪਣੇ ਮਨ ਵਿੱਚ ਇੱਕ ਅਫਸੋਸ ਜ਼ਰੂਰ ਸੀ। ਉਹ ਇਹ ਸੀ ਕਿ ਮੈਂ ਆਪਣੇ ਮਨ ਵਿੱਚ ਭਲਾ ਸੋਚਿਆ ਸੀ ਅਤੇ ਖੱਟਿਆ ਕਿ ਬਦਨਾਮੀ ਅਤੇ ਮੌਤ। ਮੈਨੂੰ ਤਬੇਲੇ ਦੀ ਕਾਲ ਕੋਠੜੀ ਵਿੱਚ ਬੰਨ੍ਹ ਦਿੱਤਾ ਗਿਆ। ਹੌਲੀ ਹੌਲੀ ਸ਼ਾਮ ਪੈ ਗਈ, ਪਰ ਮੈਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਵਾਲਾ ਕੋਈ ਨਾ ਆਇਆ। ਮੈਂ ਸਮਝਿਆ ਕਿ ਮੇਰੇ ਬਾਰੇ ਉਹ ਭੁੱਲ ਭੁਲਾ ਗਏ ਹਨ। ਅਚਾਨਕ ਬਾਹਰ ਕਿਸੇ ਦੇ ਪੈਰਾਂ ਦਾ ਖੜਾਕ ਆਇਆ। ਮੇਰੀਆਂ ਸਭ ਉਮੀਦਾਂ 'ਤੇ ਪਾਣੀ ਫਿਰ ਗਿਆ ਅਤੇ ਮੈਂ ਸਹਿਮ ਕੇ ਅੱਖਾਂ ਮੀਟ ਲਈਆਂ। ਫਿਰ ਕਿਸੇ ਨੇ ਮੈਨੂੰ ਗਲਵੱਕੜੀ ਪਾ ਲਈ ਅਤੇ ਮੇਰੇ ਨੱਕ ਨਾਲ ਕਿਸੇ ਦੀ ਨਿੱਘੀ ਜਿਹੀ ਗੱਲ ਲੱਗੀ। ਮੈਂ ਅੱਖਾਂ ਖੋਲ੍ਹੀਆਂ। ਇਹ ਬੰਦੂਕ ਵਾਲਾ ਨਹੀਂ ਸੀ, ਇਹ ਤਾਂ ਪੀਟਰ ਸੀ। ਉਹਨੂੰ ਬੜਾ ਸਾਹ ਚੜ੍ਹਿਆ ਹੋਇਆ ਸੀ। ਮੇਰਾ ਵਿਚਾਰ ਹੈ ਕਿ ਮੇਰੇ ਮਾਰੇ ਜਾਣ ਦੇ ਫੈਸਲੇ ਕਰਕੇ ਉਹ ਕਾਫੀ ਚਿਰ ਤੱਕ ਰੋਂਦਾ ਰਿਹਾ ਸੀ। ਉਹਨੇ ਹੌਲੀ ਜਿਹੀ ਕਿਹਾ, ਵੇਖੀ ਜਰਾ ਜਿੰਨੇ ਵੀ ਆਵਾਜ਼ ਨਾ ਕੱਢੀ, ਨਹੀਂ ਤਾਂ ਕੀਤਾ ਕਰਾਇਆ ਖੂਹ ਵਿੱਚ ਪੈ ਜਾਏਗਾ। ਉਹ ਮੇਰੀ ਰੱਸੀ ਖੋਲ੍ਹਣ ਲੱਗ ਪਿਆ ਅਤੇ ਫਿਰ ਕਹਿਣ ਲੱਗਾ, ਮੈਂ ਤੈਨੂੰ ਜੰਗਲ ਵੱਲ ਲੈ ਜਾ ਰਿਹਾ ਹਾਂ। ਅਸੀਂ ਤੁਰਦੇ ਤੁਰਦੇ ਕਿਸੇ ਦਿਨ ਉਸ ਸ਼ਹਿਰ ਪਹੁੰਚ ਜਾਵਾਂਗੇ ਜਿਸ ਬਾਰੇ ਮੈਂ ਤੈਨੂੰ ਕਈ ਵਾਰ ਦੱਸਿਆ ਹੈ। ਉੱਥੇ ਸੋਨਾ ਅਤੇ ਹੀਰੇ ਜਵਾਹਰਾਤ ਹੋਣਗੇ। ਅਸੀਂ ਦੋਵੇਂ ਉੱਥੇ ਖੂਬ ਮੌਜਾਂ ਕਰਾਂਗੇ। ਉੱਥੇ ਸਾਨੂੰ ਕੋਈ ਵੀ ਦੁਖੀ ਨਹੀਂ ਕਰ ਸਕੇਗਾ, ਪਰ ਵੇਖੀ ਰੌਲਾ ਬਿਲਕੁਲ ਨਾ ਪਵੇ। ਉਹਨੇ ਬਾਹਰ ਬੂਹੇ ਕੋਲ ਜਾ ਕੇ ਆਲੇ ਦੁਆਲੇ ਵੇਖਿਆ ਅਤੇ ਮੈਨੂੰ ਸੱਦਣ ਲਈ
ਹੌਲੀ ਜਿਹੀ ਸੀਟੀ ਮਾਰੀ। ਅਸੀਂ ਉਸ ਸੁਨਹਿਰੀ ਸ਼ਹਿਰ ਦੀ ਭਾਲ ਵਿੱਚ ਨਿਕਲ ਤੁਰੇ। ਜੰਗਲ ਬੜੀ ਦੂਰ ਸੀ। ਉੱਥੇ ਪਹੁੰਚਣ ਲਈ ਇੱਕ ਹਰਿਆਵਲ ਨਾਲ ਭਰੀ ਪਹਾੜੀ ਅਤੇ ਕਈ ਮੀਲ ਫੈਲਿਆ ਮੈਦਾਨ ਅਤੇ ਇੱਕ ਨਦੀ ਨੂੰ ਲੰਘਣਾ ਪੈਂਦਾ ਸੀ। ਅਸੀਂ ਘੜੀ ਮੁੜੀ ਖੜੋ ਕੇ ਪਿਛਾਂਹ ਝਾਤੀ ਮਾਰ ਲੈਂਦੇ ਸਨ ਕਿ ਕੋਈ ਸਾਡਾ ਪਿੱਛਾ ਤਾਂ ਨਹੀਂ ਸੀ ਕਰ ਰਿਹਾ। ਹੁਣ ਸੂਰਜ ਡੁੱਬਣ ਦਾ ਵੇਲਾ ਹੋ ਗਿਆ ਸੀ ਅਤੇ ਹਰ ਥਾਂ ਚੁੱਪ-ਚਾਪ ਛਾ ਰਹੀ ਸੀ। ਅਸੀਂ ਤੁਰਦੇ ਤੁਰਦੇ ਨਦੀ 'ਤੇ ਪਹੁੰਚ ਗਏ, ਜਿਸ ਨੂੰ ਅਸੀਂ ਲੱਕੜੀ ਦੇ ਬਣੇ ਹੋਏ ਇੱਕ ਪੁੱਲ ਰਾਹੀਂ ਟੱਪ ਕੇ ਜੰਗਲ ਵਿੱਚ ਪਹੁੰਚ ਗਏ। ਮੈਂ ਜੰਗਲ ਪਹਿਲਾਂ ਕਦੀ ਨਹੀਂ ਸੀ ਵੇਖਿਆ ਹੋਇਆ, ਇਸ ਲਈ ਮੈਨੂੰ ਇੱਥੇ ਹਰ ਚੀਜ਼ ਨਵੀਂ ਅਤੇ ਦਿਲਚਸਪ ਲੱਗਦੀ ਸੀ। ਇਤਨੇ ਸਾਰੇ ਗਾਲੜ, ਸਹਿ, ਹੋਰ ਜਾਨਵਰ ਸਨ ਜਿੰਨੇ ਕਿ ਪਹਿਲਾਂ ਮੈਂ ਕਦੀ ਨਹੀਂ ਸਨ ਦੇਖੇ। ਉਹਨਾਂ ਦੇ ਮਗਰ ਮੈਂ ਇੱਧਰ ਉੱਧਰ ਨੱਸਦਾ ਸਾਂ, ਪਰ ਪੀਟਰ ਮੈਨੂੰ ਵਾਪਸ ਬੁਲਾ ਲੈਂਦਾ ਸੀ। ਅਗਾਂਹ ਜੰਗਲ ਹੋਰ ਵੀ ਸੰਘਣਾ ਹੁੰਦਾ ਗਿਆ। ਆਪਸ ਵਿੱਚ ਜਕੜੀਆਂ ਟਾਹਣੀਆਂ ਅਤੇ ਕੰਢੇਦਾਰ ਝਾੜੀਆਂ ਵਿੱਚੋਂ ਲੰਘਣਾ ਔਖਾ ਹੋ ਗਿਆ। ਜਲਦੀ ਹੀ ਹਨੇਰਾ ਇਤਨਾ ਹੋ ਗਿਆ ਕਿ ਸਭ ਕੁਝ ਦਿਸਣੋਂ ਬੰਦ ਹੋ ਗਿਆ। ਇੱਧਰੋਂ ਉੱਧਰੋਂ ਅਜੀਬ ਆਵਾਜ਼ਾਂ ਆਉਣ ਲੱਗ ਪਈਆਂ। ਪੀਟਰ ਘੜੀ ਮੁੜੀ ਰੁਕ ਜਾਂਦਾ ਸੀ ਅਤੇ ਮੈਂ ਦੌੜ ਕੇ ਉਹਦਾ ਹੱਥ ਚੱਟਣ ਲੱਗ ਪੈਂਦਾ ਸਾਂ। ਪੀਟਰ ਥੱਕ ਗਿਆ ਲੱਗਦਾ ਸੀ। ਉਹਦੀ ਉਮਰ ਛੋਟੀ ਜਿਹੀ ਸੀ ਅਤੇ ਉਹ ਸਰੀਰਕ ਤੌਰ 'ਤੇ ਵੀ ਇਤਨਾ ਤਕੜਾ ਨਹੀਂ ਸੀ। ਅਚਾਨਕ ਇੱਕ ਥਾਂ ਪੀਟਰ ਬੈਠ ਗਿਆ ਅਤੇ ਮੈਨੂੰ ਉਹਦੇ ਰੋਣ ਦੀ ਆਵਾਜ਼ ਆਈ। ਮੈਨੂੰ ਸਮਝ ਨਾ ਆਈ ਕਿ ਮੈਂ ਉਹਨੂੰ ਢਾਰਸ ਕਿਵੇਂ ਦੇਵਾਂ। ਮੈਂ ਵੀ ਆਪਣਾ ਮੂੰਹ ਉਹਦੀਆਂ ਗੱਲਾਂ ਨਾਲ ਲਾ ਕੇ ਕੁਰਲਾਉਣ ਲੱਗ ਪਿਆ। ਉਹ ਵੀ ਮੈਨੂੰ ਗਲਵੱਕੜੀ ਵਿੱਚ ਪਾ ਕੇ ਚੁੱਪਚਾਪ ਬੈਠਾ ਰਿਹਾ। ਮੇਰੇ ਇਸ ਤਰ੍ਹਾਂ ਕਰਨ ਨਾਲ ਉਹਨੂੰ ਕੁਝ ਢਾਰਸ ਹੋਈ ਅਤੇ ਉਹਨੇ ਰੋਣਾ ਬੰਦ ਕਰ ਦਿੱਤਾ। ਮੈਂ ਉਹਨੂੰ ਇਸ ਸ਼ਾਨਦਾਰ ਸ਼ਹਿਰ ਜਿਸ ਵੱਲ ਅਸੀਂ ਜਾ ਰਹੇ ਸਾਂ ਉਸ ਵੇਲੇ ਕੋਈ ਵੀ ਸਵਾਲ ਪੁੱਛਣਾ ਮੁਨਾਸਬ ਨਾ ਸਮਝਿਆ, ਕਿਉਂਕਿ ਉਹ ਬਹੁਤ ਥੱਕਿਆ ਹੋਇਆ ਸੀ। ਉੱਥੇ ਉਸ ਸ਼ਹਿਰ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਉੱਥੇ ਕੁੱਪ, ਹਨੇਰੇ, ਅਜੀਬ ਕਿਸਮ ਦੀਆਂ ਆਵਾਜ਼ਾਂ ਅਤੇ ਹਵਾ ਦੀ ਸ਼ੂਕਰ ਤੋਂ ਸਿਵਾ ਕੁਝ ਵੀ ਨਹੀਂ ਸੀ ਪਤਾ ਲੱਗਦਾ। ਅਨੋਖੇ ਕਿਸਮ ਦੇ ਜੀਵ ਜਿਨ੍ਹਾਂ ਦੀ ਸ਼ਕਲ ਪਹਿਲਾਂ ਮੈਂ ਕਦੀ ਨਹੀਂ ਸੀ ਵੇਖੀ, ਝਾੜੀਆਂ ਵਿੱਚੋਂ ਨਿਕਲ ਕੇ ਸਾਡੇ ਵੱਲ ਝਾਤੀਆਂ ਮਾਰਦੇ ਸਨ। ਮੈਂ ਉਹਨਾਂ ਨੂੰ ਉੱਥੋਂ ਭਜਾ ਦਿੰਦਾ, ਪਰ ਪੀਟਰ ਨੇ ਮੈਨੂੰ ਗਲਵੱਕੜੀ ਪਾਈ ਹੋਈ ਸੀ ਅਤੇ ਮੈਂ ਉਸਨੂੰ ਪਿਛਾਂਹ ਨਹੀਂ ਸਾਂ ਛੱਡ ਸਕਦਾ। ਪਰ ਜਦ ਖਰਗੋਸ਼ ਵਰਗਾ ਕੋਈ ਜਾਨਵਰ ਮੇਰੇ 'ਤੇ ਇਤਨਾ ਨੇੜੇ ਆਇਆ ਕਿ ਮੈਂ ਉਹਨੂੰ ਆਪਣੇ ਪੰਜੇ ਨਾਲ ਛੂਹ ਸਕਦਾ ਸਾਂ ਤਾਂ ਮੈਂ ਉਸ 'ਤੇ ਝਪਟ ਕੇ ਪਿਆ। ਇਸ ਨਾਲ ਸਭ ਜਾਨਵਰ ਉੱਥੋਂ ਨੱਸ ਕੇ ਝਾੜੀਆਂ ਵਿੱਚ ਲੁਕ ਗਏ। ਇਸ ਪਿੱਛੋਂ ਫੇਰ ਕੋਈ ਆਵਾਜ਼ਾਂ ਨਹੀਂ ਆਈਆਂ ਅਤੇ ਕਾਫੀ ਚਿਰ ਚੁੱਪਚਾਪ ਵਰਤੀ ਰਹੀ। ਪੀਟਰ ਅੱਬੜ-ਵਾਏ ਬੋਲ ਉੱਠਿਆ, ਮੈਂ ਬਿਲਕੁਲ ਨਹੀਂ ਡਰਦਾ, ਬਿਲਕੁਲ ਨਹੀਂ। ਮੈਂ ਆਪਣਾ ਸਿਰ ਹੋਰ ਵੀ ਉਹਦੀ ਛਾਤੀ ਨਾਲ ਲਾ ਲਿਆ ਅਤੇ ਕਾਫੀ ਚਿਰ ਤੱਕ ਫੇਰ ਚੁੱਪਚਾਪ ਛਾਈ ਰਹੀ। ਪੀਟਰ ਕਹਿਣ ਲੱਗਾ, ਮੈਂ ਵਿਖਾਵਾ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਡਾਕੂਆਂ ਨੇ ਪਕੜ ਲਿਆ ਏ। ਕੀ ਤੂੰ ਸੁਣਦਾ ਪਿਆ ਹੈ ਕਿ ਨਹੀਂ? ਉੱਥੇ ਦੇਵਕਦ ਅਤੇ ਲੰਮੀਆਂ ਦਾੜੀਆਂ ਵਾਲੇ 3 ਆਦਮੀ ਸਨ। ਉਹਨਾਂ ਹੌਲੀ ਮੇਰੇ ਮਗਰ ਆ ਕੇ ਮੈਨੂੰ ਆਣ ਦਬੋਚਿਆ ਅਤੇ ਤੂੰ ਇੱਥੇ ਕੁੰਦਰ ਵਿੱਚ ਲਿਆ ਡੱਕਿਆ ਏ। ਇੱਕ ਦਾ ਨਾਂ ਡਿਕ ਸੀ ਅਤੇ ਬਾਕੀ ਦੋਹਾਂ ਦਾ ਨਾਂ ਟੈਡ ਅਤੇ ਐਲਫਰਡ। ਉਹ ਮੈਨੂੰ ਪਕੜ ਕੇ ਇੱਥੇ ਲੈ ਆਏ ਅਤੇ ਇਹ ਕਹਿ ਕੇ ਕਿ ਉਹ ਜਲਦੀ ਹੀ ਮੁੜ ਆਉਣਗੇ, ਇੱਥੋਂ ਚਲੇ ਗਏ। ਜਦ ਉਹ ਗਏ ਹੋਏ ਸਨ, ਤੂੰ ਲੱਭਦਾ ਮੈਨੂੰ ਇੱਥੇ ਆ ਮਿਲਿਆ। ਜਲਦੀ ਹੀ ਡਾਕੂ ਵਾਪਸ ਆ ਗਏ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਤੂੰ ਇੱਥੇ ਆ ਪਹੁੰਚਿਆ ਹੈ। ਤੂੰ ਬਿਲਕੁਲ ਚੁੱਪ ਰਿਹਾ ਅਤੇ ਜਦ ਡਿਕ ਨੇੜੇ ਆ ਗਿਆ ਤਾਂ ਤੂੰ ਉਹਦੇ 'ਤੇ ਝਪਟ ਕੇ ਪੈ ਗਿਆ ਅਤੇ ਉਹ ਉੱਥੋਂ ਦੁਮ ਦਬਾ ਕੇ ਨੱਸ ਗਿਆ। ਫਿਰ ਤੂੰ ਟੈਡ ਅਤੇ ਐਲਫਰਡ ਦੋਹਾਂ ਨੂੰ ਵੱਢਿਆ। ਉਹ ਵੀ ਦੋਵੇਂ ਚੰਗਰਾਂ ਮਾਰਦੇ ਹੋਏ ਉੱਠ ਨੱਸੇ। ਅਸੀਂ ਹੁਣ ਇੱਥੇ ਇਕੱਲੇ ਰਹਿ ਗਏ ਹਾਂ। ਮੈਨੂੰ ਹੁਣ ਕਿਸੇ ਕਿਸਮ ਦਾ ਡਰ ਨਹੀਂ, ਕਿਉਂਕਿ ਤੂੰ ਹੁਣ ਮੇਰਾ ਖਿਆਲ ਰੱਖਣ ਲਈ ਇੱਥੇ ਪਹੁੰਚ ਗਿਆ ਹੈ। ਅਤੇ ਫਿਰ ਉਹਦੀ ਆਵਾਜ਼ ਰੁਕ ਗਈ। ਉਹਦੀ ਬਾਂਹ ਤਿਲਕ ਕੇ ਥੱਲੇ ਹੋ ਗਈ ਅਤੇ ਉਹਦੇ ਉੱਚੀ ਸਾਹ ਲੈਣ ਤੋਂ ਮੈਂ ਸਮਝ ਗਿਆ ਸਾਂ ਕਿ ਉਹ ਸੌਂ ਗਿਆ ਹੈ। ਉਹਨੇ ਮੇਰੀ ਪਿੱਠ ਦਾ ਸਹਾਰਾ ਲਿਆ ਹੋਇਆ ਸੀ, ਇਸ ਲਈ ਮੈਂ ਹਿਲਣਾ ਜੁਲਣਾ ਬੰਦ ਕਰ ਦਿੱਤਾ ਤਾਂ ਜੋ ਕਿਤੇ ਉਹਦੀ ਨੀਂਦ ਖਰਾਬ ਨਾ ਹੋਵੇ। ਸਗੋਂ ਮੈਂ ਹੋਰ ਵੀ ਉਹਦੇ ਨਾਲ ਲੱਗ ਕੇ ਬੈਠ ਗਿਆ ਅਤੇ ਮੈਨੂੰ ਵੀ ਜਲਦੀ ਨੀਂਦ ਆ ਗਈ। ਮੈਨੂੰ ਅਜੀਬ ਕਿਸਮ ਦੇ ਸੁਪਨੇ ਆਉਂਦੇ ਸਨ। ਸੁਪਨੇ ਵਿੱਚ ਮੈਨੂੰ ਇੰਜ ਮਾਲੂਮ ਹੁੰਦਾ ਸੀ ਕਿ ਜੰਗਲ ਦੇ ਅਨੋਖੇ ਜਾਨਵਰ ਕਿ ਮੇਰੇ ਇਤਨੇ ਲਾਗੇ ਆ ਜਾਂਦੇ ਸਨ ਕਿ ਮੈਂ ਪੀਟਰ ਨੂੰ ਜਗਾਏ ਬਿਨਾਂ ਹੀ ਉਹਨਾਂ ਦੀ ਧੌਣ ਮਰੋੜ ਸਕਦਾ ਸਾਂ। ਪਰ ਜਦ ਮੇਰੀ ਅੱਖ ਖੁੱਲ੍ਹਦੀ ਤਾਂ ਮੇਰੇ ਲਾਗੇ ਕੋਈ ਵੀ ਨਹੀਂ ਸੀ ਹੁੰਦਾ। ਕੇਵਲ ਹਵਾ ਦੀ ਸ਼ੂਕਰ, ਝਾੜੀਆਂ ਦੀ ਸਰਸਰਾਹਟ ਅਤੇ ਦੂਰੋਂ ਡੱਡੂਆਂ ਦੀ ਗੜੈਂਗੜੈਵੀਂ ਦੀ ਆਵਾਜ਼ ਹੀ ਮੇਰੇ ਕੰਨੀ ਪੈਂਦੀ ਸੀ। ਇੱਕ ਵਾਰੀ ਫੇਰ ਮੈਨੂੰ ਜਾਗ ਆ ਗਈ। ਮੈਂ ਇਸ ਵਾਰ ਮਹਿਸੂਸ ਕੀਤਾ ਕਿ ਐਤਕੀ ਝਾੜੀਆਂ ਦੇ ਵਿੱਚੋਂ ਕੋਈ ਜੀਵ ਮੇਰੇ ਲਾਗੇ ਆ ਰਿਹਾ ਹੈ। ਮੈਂ ਆਪਣਾ ਸਿਰ ਉਤਾਂਹ ਚੁੱਕੇ ਜਿਤਨੀ ਦੂਰ ਤੱਕ ਨਜ਼ਰ ਫੇਰ ਸਕਦਾ ਸਾਂ ਫੇਰੀ ਅਤੇ ਬੜੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ। ਕੁਝ ਚਿਰ ਤਾਂ ਚੁੱਪਚਾਪ ਵਰਤੀ ਰਹੀ ਅਤੇ ਫਿਰ ਅਚਾਨਕ ਕੁਝ ਦੂਰ ਰੌਸ਼ਨੀ ਦਿਸੀ। ਨਾਲ ਹੀ ਜੰਗਲ ਦੇ ਸੁੱਕੇ ਪੱਤਿਆਂ 'ਤੇ ਕਿਸੇ ਦੇ ਤੁਰਨ ਦੀ ਆਵਾਜ਼ ਵੀ ਆਈ। ਹੁਣ ਮੌਕਾ ਸੀ ਪੀਟਰ ਨੂੰ ਉਠਾਇਆ ਜਾਏ। ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਜ਼ਰੂਰ ਕੋਈ ਖਾਸ ਗੱਲ ਹੈ ਅਤੇ ਇਸ ਵੱਲ ਧਿਆਨ ਦੇਣਾ ਲਾਜ਼ਮੀ ਹੈ। ਸੋ ਮੈਂ ਭੁੜਕ ਕੇ ਉੱਠਿਆ। ਪੀਟਰ ਵੀ ਅੱਬੜ-ਵਾਏ ਜਾਗ ਪਿਆ ਅਤੇ ਬੜੇ ਧਿਆਨ ਨਾਲ ਆਵਾਜ਼ ਸੁਣਨ ਲੱਗ ਪਿਆ। ਮੈਂ ਆਪਣੇ ਅਗਲੇ ਪੈਰ ਉਹਦੀ ਪਿੱਠ 'ਤੇ ਰੱਖ ਕੇ ਆ ਰਹੀਆਂ ਆਵਾਜ਼ਾਂ ਵੱਲ ਮੂੰਹ ਕਰਕੇ ਬੜੀ ਜ਼ੋਰ ਦੀ ਭੌਂਕਣ ਲੱਗ ਪਿਆ। ਮੇਰੀ ਜਦ ਕੰਡਿਆਂ ਵਾਂਗ ਉੱਪਰ ਵੱਲ ਖੜੀ ਹੋ ਗਈ। ਮੈਂ ਸਮਝ ਨਾ ਸਕਿਆ ਕਿ ਇਹ ਆਦਮੀ ਕੌਣ ਹਨ ਅਤੇ ਕੀ ਚਾਹੁੰਦੇ ਹਨ, ਪਰ ਮੇਰੀ ਸਮਝ ਨੇ ਕਿਹਾ ਕਿ ਇਸ ਬੀਆਬਾਨ ਜੰਗਲ ਵਿੱਚ ਅਤੇ ਇਸ
ਕਾਲੀ ਜਿਹੀ ਬੋਲੀ ਰਾਤ ਵਿੱਚ ਕੋਈ ਖਤਰਾ ਸਿਰ 'ਤੇ ਆ ਸਕਦਾ ਹੈ ਅਤੇ ਮੈਨੂੰ ਉਸ ਦਾ ਟਾਕਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸੇ ਨੇ ਉੱਚੀ ਸਰੀ ਕਿਹਾ, ਪੀਟਰ ਕੀ ਤੂੰ ਇੱਥੇ? ਅਤੇ ਫਿਰ ਝਾੜੀਆਂ ਦੇ ਲਿਤਾੜੇ ਜਾਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਰੌਸ਼ਨੀ ਹੋਰ ਨੇੜੇ ਆਉਂਦੀ ਗਈ। ਕਿਸੇ ਨੇ ਇਹ ਕਹਿਣ ਦੀ ਆਵਾਜ਼ ਵੀ ਆਈ, ਆਹ ਵੇਖ ਪੀਟਰ ਤਾਂ ਇੱਥੇ ਜੇ। ਅਤੇ ਇਸ ਪਿੱਛੋਂ ਬਹੁਤ ਸਾਰੇ ਲੋਕਾਂ ਦੇ ਰੋਲੇ ਗੋਲੇ ਦੀ ਆਵਾਜ਼ ਆਈ। ਮੈਂ ਆਪਣੀ ਥਾਂ 'ਤੇ ਤਿਆਰ-ਬਰ ਖੜ੍ਹਾ ਉਡੀਕਦਾ ਰਿਹਾ ਕਿ ਜੇ ਲੋੜ ਪਈ ਤਾਂ ਮੈਂ ਪੀਟਰ ਦੇ ਬਚਾਅ ਲਈ ਵੈਰੀ 'ਤੇ ਟੁੱਟ ਕੇ ਜਾ ਪਾਵਾਂ। ਮੈਂ ਸਾਰਾ ਜ਼ੋਰ ਲਾ ਕੇ ਕਿਹਾ, ਕੌਣ ਹੋ ਤੁਸੀਂ ਅਤੇ ਕੀ ਚਾਹੁੰਦੇ ਹੋ? ਇਤਨੇ ਨੂੰ ਟਾਰਚ ਦੀ ਰੋਸ਼ਨੀ ਮੇਰੀਆਂ ਅੱਖਾਂ ਵਿੱਚ ਪਈ ਅਤੇ ਇੱਕ ਜਣਾ ਬੋਲ ਪਿਆ, ਇਹ ਤਾਂ ਉਹੀ ਕੁੱਤਾ ਹੈ। ਇਤਨੇ ਨੂੰ ਇੱਕ ਆਦਮੀ ਅਗਾਂਹ ਆਇਆ। ਰੋਸ਼ਨੀ ਵਿੱਚ ਮੈਂ ਉਹਦੀ ਸ਼ਕਲ ਪਛਾਣ ਗਿਆ। ਇਹ ਤਾਂ ਪੀਟਰ ਦਾ ਪਿਤਾ ਸੀ। ਉਹਦੇ ਚਿਹਰੇ 'ਤੇ ਚਿੰਤਾ ਅਤੇ ਘਬਰਾਹਟ ਦੇ ਚਿੰਨ੍ਹ ਸਨ। ਉਹਨੇ ਪੀਟਰ ਨੂੰ ਇੱਕਦਮ ਚੁੱਕਿਆ ਅਤੇ ਘੁੱਟ ਕੇ ਗਲ ਨਾਲ ਲਾਇਆ। ਪੀਟਰ ਜਾਗੋ ਮਿੱਟੀ ਵਿੱਚ ਸੀ। ਉਹਨੇ ਆਪਣੇ ਪਿਤਾ ਵੱਲ ਅੱਧ-ਪੁਚੱਦੀ ਬੇਹੋਸ਼ੀ ਵਿੱਚ ਤੱਕਿਆ ਅਤੇ ਉਹਨਾਂ ਡਾਕੂਆਂ ਬਾਰੇ ਬੁੜਬੁੜਾਉਣ ਲੱਗ ਪਿਆ, ਜਿਨ੍ਹਾਂ ਦੇ ਸਬੰਧ ਵਿੱਚ ਉਹਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਸੀ। ਜਦ ਤੱਕ ਉਹਨੇ ਸਾਰੀ ਗੱਲ ਖਤਮ ਨਾ ਕਰ ਲਈ, ਸਭ ਚੁੱਪ ਰਹੇ। ਆਖਰ ਉਹਦੇ ਪਿਤਾ ਨੇ ਕਿਹਾ, ਹਾਂ ਮੈਨੂੰ ਪਤਾ ਸੀ ਕਿ ਡਾਕੂ ਇਹਨੂੰ ਚੁੱਕ ਕੇ ਲੈ ਗਏ ਨੇ ਅਤੇ ਇਸ ਕੁੱਤੇ ਨੇ ਉਹਨਾਂ ਡਾਕੂਆਂ ਨੂੰ ਭਜਾ ਦਿੱਤਾ ਹੈ। ਪੀਟਰ ਦੇ ਪਿਤਾ ਨਾਲ ਮੇਰੀ ਮੁਲਾਕਾਤ ਦੇ ਸਮੇਂ ਤੋਂ ਹੁਣ ਤੱਕ ਇਹ ਪਹਿਲੀ ਵਾਰ ਸੀ ਕਿ ਉਹਨੇ ਮੇਰੀ ਪਿੱਠ 'ਤੇ ਥਾਪੀ ਦਿੱਤੀ ਅਤੇ ਕਿਹਾ, ਇਹ ਤਾਂ ਬਹੁਤ ਹੀ ਕਮਾਲ ਦਾ ਕੁੱਤਾ ਨਿਕਲਿਆ ਹੈ। ਪੀਟਰ ਨੇ ਜਾਗੋ ਮਿੱਟੀ ਵਿੱਚ ਹੀ ਫਿਰ ਕਿਹਾ, ਇਹ ਮੇਰਾ ਕੁੱਤਾ ਹੈ, ਖਬਰਦਾਰ ਜੇ ਕਿਸੇ ਨੇ ਇਸ ਨੂੰ ਗੋਲੀ ਮਾਰੀ ਤੇ। ਨਹੀਂ ਨਹੀਂ, ਇਹਨੂੰ ਖਾਮਗਾ ਗੋਲੀ ਮਾਰਨੀ ਹੈ, ਪੀਟਰ ਦੇ ਪਿਤਾ ਨੇ ਕਿਹਾ। ਇਹਨੇ ਤਾਂ ਤੇਰੀ ਜਾਨ ਬਚਾਈ ਹੈ। ਅਸੀਂ ਤਾਂ ਇਹਨੂੰ ਇਸ ਬਹਾਦਰੀ ਕਰਕੇ ਸੋਨੇ ਦਾ ਪਟਾ ਪਹਿਨਾ ਦੇਣਾ ਹੈ। ਖਾਣ ਲਈ ਉਸਨੂੰ ਇਹੋ ਵੀ ਚੀਜ਼ ਮਿਲੇਗੀ ਜੋ ਇਹ ਕਹੇਗਾ। ਆ ਹੁਣ ਘਰ ਚਲੀਏ, ਤੇਰੇ ਸੌਣ ਦਾ ਵੇਲਾ ਹੋ ਗਿਆ ਹੈ। ਮੇਰੀ ਮਾਤਾ ਕਹਿੰਦੀ ਹੁੰਦੀ ਸੀ ਕਿ ਜੇ ਤੂੰ ਚੱਜ ਦਾ ਕੁੱਤਾ ਬਣ ਕੇ ਰਹੇਗਾ ਤਾਂ ਖੁਸ਼ ਰਹੇਗਾ, ਜੇ ਤੂੰ ਚੱਜ ਦਾ ਨਾ ਬਣਿਆ ਤਾਂ ਦੁਖੀ ਰਹੇਗਾ। ਪਰ ਮੈਂ ਇਹ ਵੇਖਿਆ ਕਿ ਦੁਨੀਆ ਵਿੱਚ ਚੰਗਿਆਈ ਬੁਰਾਈ ਨੂੰ ਕੋਈ ਨਹੀਂ ਪੁੱਛਦਾ। ਇੱਥੇ ਤਾਂ ਨਿਰੀ ਕਿਸਮਤ ਦੀ ਗੱਲ ਹੈ। ਜਦ ਮੈਂ ਲੋਕਾਂ ਨੂੰ ਖੁਸ਼ ਕਰਨ ਦੀ ਪੂਰੀ ਵਾਹ ਲਾਉਂਦਾ ਸਾਂ, ਉਹ ਮੈਨੂੰ ਗੋਲੀ ਨਾਲ ਉਡਾਉਣਾ ਚਾਹੁੰਦੇ ਸਨ, ਅਤੇ ਜਦ ਮੈਂ ਘਰੋਂ ਦੌੜਨ ਤੋਂ ਸਿਵਾ ਹੋਰ ਕੁਝ ਨਹੀਂ ਸੀ ਕੀਤਾ, ਉਹ ਮੈਨੂੰ ਪੂਰੀ ਇੱਜ਼ਤ ਅਤੇ ਸਨਮਾਨ ਦੇ ਕੇ ਘਰ ਲੈ ਗਏ ਅਤੇ ਇਨਾਮੀ ਕੁੱਤਿਆਂ ਤੋਂ ਵੀ ਵੱਧ ਮੇਰੀ ਖਾਤਰ ਕਰਨ ਲੱਗ ਪਏ। ਕੁਦਰਤ ਦੇ ਇਸ ਅਨੋਖੇ ਕਾਨੂੰਨ ਨੂੰ ਮੈਂ ਸਮਝ ਨਹੀਂ ਸਕਿਆ। ਪਰ ਇਸ ਬਾਰੇ ਇੱਕ ਦਿਨ ਮੈਂ ਆਪਣੇ ਮਾਲਕ ਨੂੰ ਆਪਣੇ ਕਿਸੇ ਮਿੱਤਰ ਨਾਲ, ਜੋ ਕਿਤੋਂ ਬਾਹਰੋਂ ਆਇਆ ਸੀ, ਗੱਲ ਕਰਦਿਆਂ ਸੁਣਿਆ। ਉਸ ਆਦਮੀ ਨੇ ਮੇਰੀ ਵੱਲ ਵੇਖ ਕੇ ਕਿਹਾ, ਕੈਸਾ ਬਦਸੂਰਤ ਕੁੱਤਾ ਹੈ, ਤੁਸੀਂ ਇਹਨੂੰ ਕਾਹਦੇ ਲਈ ਘਰ 'ਚ ਰੱਖਿਆ ਹੋਇਆ ਹੈ? ਮੇਰਾ ਤਾਂ ਖਿਆਲ ਸੀ ਕਿ ਕੁੱਤਿਆਂ ਦੀ ਤੁਹਾਨੂੰ ਚੰਗੀ ਖਾਸੀ ਪਹਿਚਾਣ ਹੈ। ਮੇਰੇ ਮਾਲਕ ਨੇ ਉੱਤਰ ਦਿੱਤਾ, ਇਹ ਭਾਵੇਂ ਬਦਸ਼ਕਲ ਹੋਵੇ, ਪਰ ਇਸ ਘਰ ਵਿੱਚ ਇਹ ਮੂੰਹ ਮੰਗੀ ਚੀਜ਼ ਖਾਣ ਨੂੰ ਲੈ ਸਕਦਾ ਹੈ। ਤੈਨੂੰ ਪਤਾ ਨਹੀਂ ਇਹਨੇ ਪੀਟਰ ਨੂੰ ਡਾਕੂਆਂ ਦੇ ਸ਼ਿਕੰਜੇ ਵਿੱਚੋਂ ਕਿਸ ਬਹਾਦਰੀ ਨਾਲ ਛੁਡਾਇਆ ਹੈ। ਉਹਨੂੰ ਡਾਕੂਆਂ ਬਾਰੇ ਸਾਰੀ ਗੱਲ ਸਪਸ਼ਟ ਕਰਦਿਆਂ ਪੀਟਰ ਦੇ ਪਿਤਾ ਨੇ ਕਿਹਾ, ਮੇਰਾ ਲੜਕਾ ਉਹਨਾਂ ਨੂੰ ਡਾਕੂ ਕਹਿੰਦਾ ਸੀ ਅਤੇ ਖਾਸ ਕਰਕੇ ਡਿਕ ਦਾ ਨਾਂ ਕੜੀ ਮੁੜੀ ਲੈਂਦਾ ਹੈ। ਇਸ ਦਾ ਨਾਂ ਇੱਕ ਡਾਕੂ ਹੈ ਜਿਸ ਬਾਰੇ ਪੁਲਿਸ ਨੂੰ ਸੂਹ ਹੈ। ਮੈਨੂੰ ਤਾਂ ਲੱਗਦਾ ਹੈ ਕਿ ਬਦਮਾਸ਼ ਅਤੇ ਇਸ ਦੇ ਹੋਰ ਸਾਥੀ ਪੀਟਰ ਨੂੰ ਅਗਵਾ ਕਰਕੇ ਲੈ ਗਏ ਸਨ ਅਤੇ ਇਸ ਕੁੱਤੇ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਦੌੜਾ ਦਿੱਤਾ ਹੈ। ਪੀਟਰ ਅਤੇ ਇਸ ਕੁੱਤੇ ਨੂੰ ਇਕੱਠਿਆਂ ਅਸੀਂ ਜੰਗਲ ਵਿੱਚ ਜਾ ਲੱਭਿਆ। ਪੀਟਰ ਵਿਚਾਰਾ ਵਾਲ-ਵਾਲ ਬਚ ਗਿਆ ਹੈ ਅਤੇ ਇਸ ਦੇ ਬਚਾਅ ਦਾ ਸਿਹਰਾ ਵੀ ਇਸ ਕੁੱਤੇ ਦੇ ਸਿਰ 'ਤੇ ਹੈ। ਇਸ ਬਾਰੇ ਮੈਂ ਉਹਨਾਂ ਦੀ ਗਲਤਫਹਿਮੀ ਕਿਵੇਂ ਦੂਰ ਕਰ ਸਕਦਾ ਸਾਂ? ਜਿਵੇਂ ਮੈਂ ਉਹਨਾਂ ਨੂੰ ਇਸ ਲਈ ਸਮਝਾ ਨਾ ਸਕਿਆ, ਮੈਂ ਟੋਟੋ ਨੂੰ ਭੁਲੇਖੇ ਨਾਲ ਚੂਹਾ ਸਮਝ ਕੇ ਉਸ 'ਤੇ ਹਮਲਾ ਕੀਤਾ ਸੀ। ਇਸੇ ਤਰ੍ਹਾਂ ਮੇਰਾ ਉਹਨਾਂ ਨੂੰ ਇਹ ਸਮਝਾਉਣਾ ਬਿਲਕੁਲ ਫਜ਼ੂਲ ਸੀ ਕਿ ਮੈਂ ਪੀਟਰ ਨੂੰ ਕਿਸੇ ਭੜੂਏ ਡਾਕੂ ਤੋਂ ਨਹੀਂ ਬਚਾ ਸਕਿਆ, ਬਲਕਿ ਉਹ ਮੈਨੂੰ ਬਚਾਉਣ ਦੀ ਖਾਤਰ ਘਰੋਂ ਨਿਕਲ ਤੁਰਿਆ ਸੀ। ਅਸਲ ਵਿੱਚ ਉਸ ਰਾਤ ਕੇਵਲ ਵਕਤ ਟਪਾਉਣ ਲਈ ਹੀ ਪੀਟਰ ਨੇ ਡਾਕੂਆਂ ਦੀ ਕਹਾਣੀ ਘੜੀ ਸੀ। ਇਹ ਡਾਕੂਆਂ ਦੇ ਖਿਆਲ ਵਿੱਚ ਹੀ ਉਹ ਸੌਂ ਗਿਆ ਸੀ, ਇਸ ਲਈ ਉਹਨੂੰ ਡਾਕੂਆਂ ਦੇ ਸੁਪਨੇ ਹੀ ਆਉਂਦੇ ਰਹੇ ਸਨ ਅਤੇ ਉਹਨਾਂ ਖਿਆਲੀ ਡਾਕੂਆਂ ਦਾ ਉਹਦੇ ਮਨ 'ਤੇ ਇਤਨਾ ਅਸਰ ਹੋ ਗਿਆ ਸੀ ਕਿ ਉਹ ਹੁਣ ਵੀ ਉਹਨਾਂ ਨੂੰ ਸੱਚ ਸਮਝਦਾ ਹੈ। ਉਹਦੀ ਵਿਚਾਰ ਸ਼ਕਤੀ ਬਣੀ ਹੀ ਇਸੇ ਕਿਸਮ ਦੀ ਸੀ, ਇਸੇ ਲਈ ਮੈਂ ਇਸ ਬਾਰੇ ਕੁਝ ਨਹੀਂ ਸਾਂ ਕਰ ਸਕਦਾ। ਜਦ ਮੇਰਾ ਮਾਲਕ ਆਪਣੇ ਮਹਿਮਾਨ ਨਾਲ ਗੱਲਾਂ ਕਰ ਰਿਹਾ ਸੀ ਤਾਂ ਮੈਂ ਦੂਰੋਂ ਇਹ ਨੌਕਰ ਨੂੰ ਆਪਣੇ ਵੱਲ ਆ ਰਿਹਾ ਵੇਖਿਆ। ਉਹਦੇ ਹੱਥ ਵਿੱਚ ਇੱਕ ਪਲੇਟ ਪਕੜੀ ਹੋਈ ਸੀ। ਉਸ ਪਲੇਟ ਵਿੱਚੋਂ ਬੜੀ ਖੁਸ਼ਬੂ ਆ ਰਹੀ ਸੀ। ਉਹਨੇ ਆਉਂਦਿਆਂ ਹੀ ਪਲੇਟ ਮੇਰੇ ਸਾਹਮਣੇ ਰੱਖ ਦਿੱਤੀ। ਇਸ ਵਿੱਚ ਬੱਕਰੇ ਦੀ ਉਬਲੀ ਹੋਈ ਕਲੇਜੀ ਪਈ ਸੀ। ਕਲੇਜੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ, ਇਸ ਲਈ ਇਹਨੂੰ ਵੇਖ ਕੇ ਮੈਂ ਬਹੁਤ ਹੀ ਖੁਸ਼ ਹੋਇਆ। ਮੇਰਾ ਮਾਲਕ ਆਪਣੀ ਗੱਲ ਜਾਰੀ ਰੱਖਦਿਆਂ ਕਹਿ ਰਿਹਾ ਸੀ, ਜੇ ਫਿੱਡੋ ਨੇ ਪੀਟਰ ਨੂੰ ਨਾ ਬਚਾਇਆ ਹੁੰਦਾ ਤਾਂ ਡਾਕੂਆਂ ਨੇ ਪੀਟਰ ਨੂੰ ਪਕੜ ਕੇ ਲੈ ਜਾਣਾ ਸੀ ਅਤੇ ਪਤਾ ਨਹੀਂ ਉਸਦਾ ਕੀ ਹਾਲ ਹੋਣਾ ਸੀ। ਬਦਮਾਸ਼ਾਂ ਨੇ ਪੀਟਰ ਨੂੰ ਵਾਪਸ ਕਰਨ ਲਈ ਪਤਾ ਨਹੀਂ ਮੈਥੋਂ ਕਿਤਨੀ ਰਕਮ ਮੰਨਣੀ ਸੀ। ਨਾ ਕੇਵਲ ਮੇਰੀ ਉਹ ਰਕਮ ਫਿੱਡੋ ਨੇ ਬਚਾ ਦਿੱਤੀ ਹੈ, ਬਲਕਿ ਪੀਟਰ ਨੂੰ ਵੀ ਖਾਮ-ਖਾ ਦੀ ਮੁਸੀਬਤ ਤੋਂ ਬਚਾ ਦਿੱਤਾ ਹੈ। ਮੈਂ ਜਿੰਨਾ ਮਾਲਕ ਦਾ ਵਫਾਦਾਰ ਹਾਂ, ਉਤਨਾ ਹੀ ਦਿਆਨਤਦਾਰ ਵੀ ਹਾਂ। ਮੈਂ ਕਿਸੇ ਗਲਤਫਹਿਮੀ ਦੇ ਆਧਾਰ 'ਤੇ ਇੱਜ਼ਤ ਮਾਣ ਜਾਂ ਇਨਾਮ ਹਾਸਲ ਨਹੀਂ ਕਰਨਾ ਚਾਹੁੰਦਾ, ਪਰ ਕਲੇਜੀ ਕਲੇਜੀ ਹੀ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਕਿ ਖਾਮ-ਖਾ ਹੋਰ ਵਾਰਤਾਲਾਪ ਵਿੱਚ ਪੈ ਕੇ ਆਪਣਾ ਸਵਾਦ ਖਰਾਬ ਕਰਾਂ, ਸੋ ਮੈਂ ਆਪਣੀ ਕਹਾਣੀ ਇੱਥੇ ਹੀ ਖਤਮ ਕਰਦਾ ਹਾਂ। ਅੱਜ ਤੁਸੀਂ ਮੇਰੇ ਨਾਲ ਵਫਾਦਾਰ ਸਾਥੀ ਦੇ ਰੂਪ ਵਿੱਚ ਇੱਕ ਕੁੱਤੇ ਦੇ ਨਜ਼ਰੀਏ ਤੋਂ ਕਹਾਣੀ ਦਾ ਆਨੰਦ ਮਾਣਿਆ। ਮਾਰਕ ਟਵੇਨ ਨੇ ਇੱਕ ਜਗ੍ਹਾ ਲਿਖਿਆ ਹੈ ਕਿ ਜੇ ਤੁਸੀਂ ਭੁੱਖੇ ਕੁੱਤੇ ਨੂੰ ਭੋਜਨ ਦਿੰਦੇ ਹੋ
ਤਾਂ ਉਹ ਤੁਹਾਨੂੰ ਕਦੇ ਨਹੀਂ ਵੱਢੇਗਾ। ਇਹੀ ਮੁੱਖ ਫਰਕ ਬੰਦੇ ਅਤੇ ਕੁੱਤੇ ਵਿੱਚ ਹੈ। ਇਹੀ ਇਸ ਕਹਾਣੀ ਦਾ ਜਾਨਦਾਰ ਸੁਨੇਹਾ ਹੈ। ਅਸੀਂ ਜਾਨਵਰਾਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਾਂ। ਇਹ ਕਹਾਣੀ ਸਾਨੂੰ ਸਾਰਿਆਂ ਨੂੰ ਥੋੜ੍ਹਾ ਹਟ ਕੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਆਪਣੀਆਂ ਅਣਮਨੁੱਖੀ ਹਰਕਤਾਂ 'ਤੇ ਕਾਬੂ ਪਾਈਏ ਅਤੇ ਸਮਾਜ ਵਿੱਚ ਬੰਦਿਆਂ ਅਤੇ ਜਾਨਵਰਾਂ ਦੇ ਵਰਤਾਰੇ ਪ੍ਰਤੀ ਸੰਵੇਦਨਸ਼ੀਲ ਹੋ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ। ਧੰਨਵਾਦ। ਹਰਜੀਤ ਬਮਰਾ।